हाँ जी, गुड मॉर्निंग जी साਰਿਆਂ ਨੂੰ। ਅਸੀਂ ਜੋ ਇਸ ਤੋਂ ਪਹਿਲਾਂ ਕੱਲ ਡਿਸਕਸ ਕੀਤਾ ਸੀਗਾ ਉਹਦੇ ਸੰਬੰਧ ਵਿੱਚ ਥੋੜਾ ਜਿਹਾ 10 ਮਿੰਟ ਰਿਵਾਈਜ਼ ਕਰਾਂਗੇ ਤਾਂ ਕਿ ਕੋਈ ਜਿਹੜਾ ਫੈਕਟ ਹੈਗਾ ਉਹ ਕਿਸੇ ਨੂੰ ਕਲੀਅਰ ਨਹੀਂ ਹੁੰਦਾ, ਕਲੀਅਰ ਹੋ ਜਾਵੇ। ਬੜੇ ਸਿੰਪਲ ਮੈਥਡ ਦੇ ਨਾਲ ਅਸੀਂ ਰਿਵੀਜ਼ਨ ਕਰਨੀ ਹੈ ਜੋ ਅਸੀਂ ਕੱਲ ਪੜ੍ਹਿਆ ਸੀਗਾ। ਕੱਲ ਅਸੀਂ ਪੜ੍ਹਿਆ ਸੀਗਾ ਜੀ ਡਿਸਟ੍ਰੀਬਿਊਸ਼ਨ ਆਫ ਦਾ ਲੈਂਡ ਰੈਵਨਿਊ। ਡਿਸਟ੍ਰੀਬਿਊਸ਼ਨ ਆਫ ਲੈਂਡ ਰੈਵਨਿਊ ਆਪਾਂ ਪੜ੍ਹ ਰਹੇ ਸੀਗੇ ਲੈਂਡ ਰੈਵਨਿਊ ਐਕਟ assessment chapter 5 land revenue act 1887 chapter 5 assessment ਕੀ ਹੁੰਦੀ ਹੈ? assessment of land revenue, assessment, general assessment, special assessment। ਇਹ ਆਪਾਂ ਪਹਿਲਾਂ ਕੱਲ ਵੀ ਡਿਸਕਸ ਕੀਤਾ ਸੀਗਾ। ਜਦੋਂ assessment ਇੱਕ ਫਿਕਸ ਮਿਆਦ ਤੋਂ ਬਾਅਦ ਹੁੰਦੀ ਹੈ ਉਹਨੂੰ ਜਨਰਲ ਅਸੈਸਮੈਂਟ ਕਹਿੰਦੇ ਆ, ਪਰ ਜਦੋਂ ਕਦੇ ਜਿਹੜੀ ਅਸੈਸਮੈਂਟ ਹੈ ਟਾਈਮ ਤੋਂ ਪਹਿਲਾਂ ਕੀਤੀ ਜਾਂਦੀ ਹੈ ਸਮੇਂ ਦੀ ਲੋੜ ਦੇ ਮੁਤਾਬਕ, ਜਦੋਂ ਕਦੇ ਜ਼ਮੀਨ ਦੇ ਜਿਹੜੇ ਰੇਟਸ ਨੇ ਜ਼ਿਆਦਾ ਥੱਲੇ ਗਿਰ ਜਾਣ, ਕੋਈ ਦਰਿਆ ਨੇ ਕੋਈ ਜਿਹੜੀ ਜ਼ਮੀਨ ਹੈ ਉਸ ਦੀ ਬੁੱਧਗੀ ਬਰਾਮਦਗੀ ਹੋ ਗਈ ਹੋਵੇ, ਜਾਂ ਸੈਂਡ ਨੇ ਜ਼ਮੀਨ ਖਰਾਬ ਕਰ ਦਿੱਤੀ ਹੋਵੇ, ਜਾਂ ਫਿਰ ਇਹ ਹੈ ਵੀ ਕੋਈ ਜ਼ਮੀਨ ਦੇ ਵਿੱਚ ਇਰੀਗੇਸ਼ਨ ਦੇ ਸੋਰਸਸ ਨੇ ਜਿਹੜੇ ਉਹ ਵਧੀਆ ਹੋ ਗਏ ਹੋਣ, ਨਹਿਰਾਂ ਨਿਕਲ ਗਈਆਂ ਹੋਣ ਤੇ ਲੈਂਡ ਜ਼ਿਆਦਾ ਫਰਟਾਈਲ ਹੋ ਚੁੱਕੀ ਹੋਵੇ, ਤਦ ਵੀ ਅਸੀਂ ਜਿਹੜਾ ਹੈਗਾ ਸਮੇਂ ਤੋਂ ਪਹਿਲਾਂ ਅਸੀਂ ਜਿਹੜੀ ਅਸੈਸਮੈਂਟ ਕਰਦੇ ਹਾਂ ਉਹਨੂੰ ਸਪੈਸ਼ਲ ਅਸੈਸਮੈਂਟ ਕਹਿੰਦੇ ਹਾਂ। ਕੱਲ ਅਸੀਂ ਡਿਸਕਸ ਕੀਤੀ ਸੈਕਸ਼ਨ 56 ਅਸੈਸਮੈਂਟ ਹੋਣ ਤੋਂ ਬਾਅਦ ਕੀ ਹੁੰਦਾ ਹੈ। ਕਿਸੇ ਅਸੈਸਮੈਂਟ ਸਰਕਲ ਦੀ ਜਿਹੜੀ ਹੈਗੀ ਹੈ ਅਸੈਸਮੈਂਟ ਸਰਕਲ ਦੀ ਅਸੈਸਮੈਂਟ ਹੋ ਚੁੱਕੀ ਹੈ ਤੇ ਫਿਰ ਅਸੀਂ ਜਿਹੜਾ ਮਾਮਲਾ ਹੈਗਾ ਖੇਵਟ ਵਾਈਜ਼ ਡਿਸਟ੍ਰੀਬਿਊਟ ਕਰਨਾ ਹੁੰਦਾ ਹੈ। ਪੂਰੇ ਅਸੈਸਮੈਂਟ ਸਰਕਲ ਦਾ ਜਿਹੜਾ ਮਾਮਲਾ ਨਿਯਤ ਹੋ ਚੁੱਕਿਆ, ਸਾਨੂੰ ਪਤਾ ਲੱਗ ਗਿਆ ਵੀ ਪੂਰੇ ਅਸੈਸਮੈਂਟ ਸਰਕਲ ਦੇ ਵਿੱਚ ਇੰਨਾ ਮਾਮਲਾ ਬਣਦਾ ਹੈ। ਫਿਰ ਉਸ ਨੂੰ ਖੇਵਟ ਵਾਈਜ਼ ਯਾਨੀ ਕਿ ਐਜ਼ ਪਰ ਹੋਲਡਿੰਗ ਉਸ ਨੂੰ ਅਸੀਂ ਡਿਸਟ੍ਰੀਬਿਊਟ ਕਰਨਾ ਹੈ। ਡਿਸਟ੍ਰੀਬਿਊਟ ਕਿਵੇਂ ਕਰਨਾ ਹੈ? ਡਿਸਟ੍ਰੀਬਿਊਸ਼ਨ ਕਰਨ ਦੇ ਲਈ ਜਿਹੜਾ ਰੈਵਨਿਊ ਆਫਿਸਰ ਵੱਲੋਂ ਆਰਡਰ ਕੀਤਾ ਜਾਏਗਾ ਸੈਕਸ਼ਨ 56 ਦੇ ਅੰਦਰ ਆਰਡਰ ਕੀਤਾ ਜਾਏਗਾ ਤੇ ਇਸ ਜਿਹੜੀ ਆਰਡਰ ਇਹ ਕੀਤਾ ਹੈ, ਇਸ ਆਰਡਰ ਤੋਂ ਪਹਿਲਾਂ, ਇਸ ਆਰਡਰ ਦੇ ਨਾਲ ਹੀ ਫਰਦਰ ਕਨਫਰਮੇਸ਼ਨ ਤੋਂ ਪਹਿਲਾਂ ਜੇਕਰ ਕਮਿਸ਼ਨਰ ਚਾਹੇ ਤਾਂ ਉਹਨੂੰ ਲੱਗੇ ਕਿ ਕੋਈ ਗਲਤੀ ਰਹਿ ਗਈ ਹੈ ਤਾਂ ਉਹਦੀ ਰਿਵੀਜ਼ਨ ਵੀ ਕੀਤੀ ਜਾ ਸਕਦੀ ਹੈ। ਅਸੈਸਮੈਂਟ ਜਿਹੜੀ ਕੀਤੀ ਉਹਦਾ ਡਾਕੂਮੈਂਟ ਤਿਆਰ ਹੋਏਗਾ, ਲਿਸਟ ਤਿਆਰ ਹੋਏਗੀ ਵੀ ਕਿਹੜੀ ਖੇਵਟ ਦੇ ਕਿਸ ਖੇਵਟ ਨੂੰ ਪਿੰਡ ਦੀਆਂ ਕਿੰਨੀਆਂ ਖੇਵਟਾਂ ਨੇ, ਕਿਸ ਖੇਵਟ ਨੂੰ ਅਸੀਂ ਕਿੰਨਾ ਮਾਮਲਾ ਤੈਅ ਕੀਤਾ ਹੈ, ਇਹਦੀ ਪੂਰੀ ਡਿਟੇਲ ਬਣ ਕੇ ਉਹਦਾ ਰੈਵਨਿਊ ਆਫਿਸਰ ਵੱਲੋਂ ਆਰਡਰ ਬਣਦਾ ਹੈ। ਉਸ ਆਰਡਰ ਦੇ ਵਿੱਚ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਕੋਈ ਵੀ ਵਿਅਕਤੀ ਜੇ ਕੋਈ ਧਿਆਨ ਦੇ ਵਿੱਚ ਆਵੇ ਕਮਿਸ਼ਨਰ ਦੇ ਤਾਂ ਉਹਦੀ ਮੋਡੀਫਿਕੇਸ਼ਨ ਵੀ ਕੀਤੀ ਜਾ ਸਕਦੀ ਹੈ ਉਸ ਰਿਕਾਰਡ ਦੀ। ਇਹ ਜਿਹੜਾ ਰਿਕਾਰਡ ਹੈ, ਇਹ ਜਿਹੜੀ ਅਸੈਸਮੈਂਟ ਹੈ, ਇਹ ਫਿਕਸ ਅਸੈਸਮੈਂਟ ਵੀ ਹੋ ਸਕਦੀ ਹੈ, ਪਰਮਾਨੈਂਟ ਫਿਕਸ, ਫਰਦਰ ਨੈਕਸਟ ਆਉਣ ਵਾਲੀ ਅਸੈਸਮੈਂਟ ਤੱਕ, ਜਿਵੇਂ ਕਿ ਨੈਕਸਟ ਆਉਣ ਵਾਲੇ ਬੰਦੋਬਸਤ ਤੱਕ ਫਿਕਸ ਵੀ ਹੋ ਸਕਦੇ। ਜਿਵੇਂ ਕਿ ਆਪਣੇ ਰੂਟੀਨ 'ਚ ਆਪਾਂ ਦੇਖ ਰਹੇ ਹਾਂ ਜਿਹੜੇ ਮਾਮਲੇ ਸਾਡੇ ਲੱਗੇ ਹੋਏ ਨੇ ਉਹ ਫਿਕਸ ਲੱਗੇ ਹੋਏ ਨੇ, ਪਰ ਲਾਅ ਇਹ ਪ੍ਰੋਵਾਈਡ ਕਰਦਾ ਹੈਗਾ ਜਿਹੜੀ ਇਹ ਅਸੈਸਮੈਂਟ ਹੈ ਇਹ ਈਅਰ ਟੂ ਈਅਰ ਵੀ ਹੋ ਸਕਦੀ ਹੈ। ਇਹ ਹਾਰਵੈਸਟ ਟੂ ਹਾਰਵੈਸਟ, ਫਸਲ ਤੋਂ ਫਸਲ ਵਿੱਚ ਕੁਝ ਅਮੈਂਡਮੈਂਟ ਹੋ ਸਕਦੀਆਂ ਨੇ, ਕੁਝ ਪਰਸੈਂਟੇਜ ਅਮੈਂਡਮੈਂਟ ਰੱਖ ਕੇ ਜੋ ਕੋਈ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਕੋਈ ਸਰਕਾਰ ਨੇ ਜਿਸ ਸਮੇਂ ਇਹ ਅਸੈਸਮੈਂਟ ਕੀਤੀ ਜਾਂਦੀ ਹੈ ਉਸ ਵੇਲੇ ਸਰਕਾਰ ਨੇ ਸਾਨੂੰ ਇਨਸਟਰਕਸ਼ਨਸ ਕੀ ਦਿੱਤੀਆਂ ਸੀਗੀਆਂ, ਕੀ ਰੂਲ ਬਣਾਏ ਗਏ ਸੀਗੇ, ਉਹਨਾਂ ਰੂਲਾਂ ਦੇ ਤਹਿਤ ਜਿਹੜੀ ਇਹ ਅਸੈਸਮੈਂਟ ਹੈ ਇਹ ਈਅਰ ਟੂ ਈਅਰ ਵੀ ਹੋ ਸਕਦੀ ਹੈ, ਚੇਂਜ ਦੇ ਵਿੱਚ ਹਾਰਵੈਸਟ ਟੂ ਹਾਰਵੈਸਟ ਵੀ ਹੋ ਸਕਦੀ ਹੈ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਕਰਕੇ ਤੇ ਫਿਰ ਸਰਕਾਰ ਦੇ ਵੱਲੋਂ ਪਰਮਿਸ਼ਨ ਲਈ ਜਾਂਦੀ ਹੈ, ਸਰਕਾਰ ਦੇ ਵੱਲੋਂ ਪਰਮਿਸ਼ਨ ਲੈ ਕੇ ਦੀ ਪਬਲਿਕੇਸ਼ਨ ਕੀਤੀ ਜਾਂਦੀ ਹੈ। ਨੈਕਸਟ ਸੈਕਸ਼ਨ 57 ਅਸੀਂ ਪੜ੍ਹਿਆ ਸੀਗਾ ਐਪਲੀਕੇਸ਼ਨ ਫਾਰ ਦਾ ਅਮੈਂਡਮੈਂਟ ਆਫ ਦਾ ਡਿਸਟ੍ਰੀਬਿਊਸ਼ਨ ਹੋ ਗਈ, ਖੇਵਟ ਵਾਈਜ਼ ਮਾਮਲਾ ਵੰਡਿਆ ਗਿਆ। ਕੋਈ ਵੀ ਵਿਅਕਤੀ ਜਿਹੜਾ ਅਗਰੀਵਡ ਪਾਰਟੀ ਹੈ ਉਹ ਐਪਲੀਕੇਸ਼ਨ ਦੇ ਸਕਦਾ 30 ਡੇਜ਼ ਦੇ ਅੰਦਰ ਰੈਵਨਿਊ ਆਫਿਸਰ ਨੂੰ। ਰੈਵਨਿਊ ਆਫਿਸਰ ਦੀ ਜਿਹੜੀ ਅਰਜ਼ੀ ਹੈਗੀ ਹੈ ਇਹ ਸੈਕਸ਼ਨ 57 ਦੇ ਤਹਿਤ ਉਹਨੂੰ ਕੰਸੀਡਰ ਕਰੇਗਾ, ਦੇਖੇਗਾ, ਪਰਖੇਗਾ, ਉਹਦੇ ਰੀਜ਼ਨ ਦੇਗਾ। ਰੀਜ਼ਨ ਦਿੰਦੇ ਹੋਏ ਉਸ ਨੂੰ ਨਾਮਜ਼ਦ ਵੀ ਕਰ ਸਕਦਾ ਹੈ, ਉਸ ਨੂੰ ਅਸੈਪਟ ਵੀ ਕਰ ਸਕਦਾ ਹੈ ਤੇ ਉਹਦਾ ਪ੍ਰੋਪਰ ਉਸ ਨੂੰ ਦੱਸਣਾ ਪਏਗਾ ਵੀ ਮੈਂ ਇਸ ਨੂੰ ਇਹਦੇ ਜਿਹੜੇ ਆਬਜੈਕਸ਼ਨਸ ਨੇ ਇਹ ਖਾਰਜ ਕੀਤੇ ਜਾਂਦੇ ਨੇ, ਜੇ ਖਾਰਜ ਕੀਤੇ ਜਾਂਦੇ ਕਿਉਂ ਕੀਤੇ ਜਾਂਦੇ ਨੇ, ਜੇ ਅਸੈਪਟ ਕੀਤੇ ਜਾਂਦੇ ਨੇ ਤਾਂ ਕਿਉਂ ਕੀਤੇ ਜਾਂਦੇ ਨੇ। ਨੈਕਸਟ ਹੈ ਸੈਕਸ਼ਨ 58 ਅਸੀਂ ਪੜ੍ਹਿਆ ਸੀ ਕੱਲ 58 ਪੜ੍ਹਿਆ ਸੀ। 58 ਚ ਕੀ ਹੈ? ਇਹ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਕਿਸੇ ਦਾ ਕੋਈ ਹੱਕ ਜੇ ਪਰ ਚਾਂਸ ਮਾਰਿਆ ਜਾਂਦਾ ਜਾਂ ਕਿਸੇ ਨੂੰ ਲੱਗਦਾ ਮੇਰਾ ਹੱਕ ਮਾਰਿਆ ਜਾ ਰਿਹਾ ਹੈ, ਮੈਨੂੰ ਮਾਮਲਾ ਵੱਧ ਲਗਾ ਗਿਆ ਤਾਂ ਉਹਦੇ ਕੋਲੇ ਅਪੀਲ ਦਾ ਇਹਦੇ ਵਿੱਚ ਪ੍ਰਾਵਧਾਨ ਰੱਖਿਆ ਗਿਆ, ਅਪੀਲ ਦੀ ਪ੍ਰੋਵੀਜ਼ਨ ਰੱਖੀ ਗਈ ਸੈਕਸ਼ਨ 58 ਦੇ ਵਿੱਚ। ਕੋਈ ਵੀ ਵਿਅਕਤੀ ਸੈਕਸ਼ਨ 57 ਦੇ ਵਿੱਚ ਜਦੋਂ ਉਹਦੀ ਅਰਜ਼ੀ ਹੈ ਨਾਮਜ਼ਦ ਕਰ ਦਿੱਤੀ ਜਾਂਦੀ ਹੈ ਰੈਵਨਿਊ ਆਫਿਸਰ ਵੱਲੋਂ, ਕਿਸੇ ਕਾਰਨ ਉਹਦੀ ਅਰਜ਼ੀ ਨਾਮਜ਼ਦ ਕਰ ਦਿੱਤੀ ਜਾਂਦੀ ਹੈ ਰੈਵਨਿਊ ਆਫਿਸਰ ਵੱਲੋਂ, ਤਾਂ ਉਸ ਅਰਜ਼ੀ ਦੇ ਅਗੇਂਸਟ ਉਹ ਆਪਣੀ ਜਿਹੜੀ ਅਪੀਲ ਹੈ ਉਹ ਕਮਿਸ਼ਨਰ ਦੇ ਫਾਈਲ ਕਰ ਸਕਦਾ ਹੈ।
ਕਮਿਸ਼ਨਰ ਦੇ ਫੈਸਲੇ ਦੀ ਜਿਹੜੀ ਅਪੀਲ ਹੈ ਫਰਦਰ FCR ਦੇ ਫਾਈਲ ਕੀਤੀ ਜਾ ਸਕਦੀ ਹੈ। ਇਹ ਸੈਕਸ਼ਨ 58 ਕਹਿੰਦਾ ਜੀ। ਅੱਗੇ ਆਪਾਂ ਕੱਲ ਪੜ੍ਹਿਆ ਸੀਗਾ ਸੈਕਸ਼ਨ 59, ਉਹ ਹੈਗਾ ਸੀ ਸਪੈਸ਼ਲ ਅਸੈਸਮੈਂਟ। ਸਪੈਸ਼ਲ ਅਸੈਸਮੈਂਟ ਅਸੀਂ ਕਿਹੜੇ ਕਾਰਨ ਚ ਕਰਦੇ ਹਾਂ, ਮੈਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈਗਾ। ਜਦੋਂ ਕਿਸੇ ਵਿਅਕਤੀ ਨੂੰ ਜਾਂ ਕਿਸੇ ਕਲਾਸਿਸ ਆਫ ਪਰਸਨਸ ਨੂੰ ਕੋਈ ਲਾਈਨ ਰੈਵਨਿਊ ਜਿਹੜਾ ਅਸਾਈਨ ਕੀਤਾ ਜਾਂਦਾ ਹੈ, ਅਸਾਈਨ ਦਾ ਮਤਲਬ ਵੀ ਇਹਦੀ ਪੈਦਾਵਾਰ ਇਸ ਮਾਮਲੇ ਨੂੰ ਤੂੰ ਵਰਤੋਂ ਆਪਣੇ ਨਿੱਜੀ ਹਿੱਤਾਂ ਦੇ ਲਈ ਤੁਸੀਂ ਵਰਤੋਂ ਕਰੋਗੇ, ਤੁਹਾਨੂੰ ਕਿਸੇ ਅਵਾਰਡ ਵਜੋਂ ਜਾਂ ਤੁਹਾਨੂੰ ਕਿਸੇ ਜ਼ਗੀਰਦਾਰ ਵਜੋਂ ਤੁਹਾਨੂੰ ਇਹ ਜਿਹੜਾ ਲੈਂਡ ਰੈਵਨਿਊ ਅਸਾਈਨ ਕੀਤਾ ਜਾਂਦਾ ਹੈ। ਪਰ ਜਦੋਂ ਕਿਸੇ ਕਾਰਨ ਉਹਦਾ ਜਿਹੜਾ ਲੈਂਡ ਰੈਵਨਿਊ ਹੈ ਰਿਜ਼ਿਊਮ ਹੋ ਜਾਂਦਾ ਹੈ, ਵਾਪਸ ਲੈ ਲਿਆ ਜਾਂਦਾ ਸਰਕਾਰ ਵੱਲੋਂ ਕਿਸੇ ਕਾਰਨ, ਤਾਂ ਉਸ ਏਰੀਏ ਦੀ, ਉਹਨਾਂ ਪਿੰਡਾਂ ਦੀ, ਜਿੰਨੇ ਪਿੰਡਾਂ ਦਾ ਮਾਮਲਾ ਉਸਨੂੰ ਅਸਾਈਨ ਕੀਤਾ ਜਾਂਦਾ ਹੈ, ਉਸ ਏਰੀਏ ਦੇ ਵਿੱਚ ਇੱਕ ਇਹ ਵੀ ਰੀਜ਼ਨ ਹੈਗਾ ਵੀ ਦੁਬਾਰਾ ਅਸੈਸਮੈਂਟ ਕੀਤੀ ਜਾ ਸਕਦੀ ਹੈ। ਦੂਸਰਾ ਕਾਰਨ ਇਹ ਸੀ ਕਿ ਸਰਕਾਰ ਦੇ ਕੋਈ ਸਰਕਾਰੀ ਜ਼ਮੀਨਾਂ ਸੀਗੀਆਂ, ਉਸ ਪਾਰਟਿਕੂਲਰ ਏਰੀਏ ਗਵਰਨਮੈਂਟ ਲੈਂਡਸ, ਗਵਰਨਮੈਂਟ ਨੇ ਆਪਣੀਆਂ ਜ਼ਮੀਨਾਂ ਨੂੰ ਪਬਲਿਕ ਆਮ ਜਨਤਾ ਦੇ ਵਿੱਚ ਸੇਲ ਕਰ ਦਿੱਤਾ ਜਾਂ ਲੀਜ਼ ਕਰ ਦਿੱਤਾ। ਉਸ ਪ੍ਰਾਪਰਟੀ ਦੇ ਉਹ ਜ਼ਿਆਦਾ ਪ੍ਰਾਪਰਟੀ ਸੀ, ਕਾਫੀ ਜ਼ਿਆਦਾ ਪ੍ਰਾਪਰਟੀ, ਇਸ ਕਰਕੇ ਉਹਨਾਂ ਪ੍ਰਾਪਰਟੀਆਂ ਨੂੰ ਲੈਂਡ ਰੈਵਨਿਊ ਲਗਾਉਣ ਦੀ ਖਾਤਰ ਵੀ ਸਪੈਸ਼ਲ ਅਸੈਸਮੈਂਟ ਕੀਤੀ ਜਾ ਸਕਦੀ ਹੈ। ਇਸੇ ਤਰੀਕੇ ਨਾਲ ਜਦੋਂ ਕੋਈ ਬੰਦਾ ਡਿਫਾਲਟਰ ਹੋ ਜਾਂਦਾ, ਫਰਦਰ ਇਹਦਾ C ਪੁਆਇੰਟ ਹੈਗਾ 59 ਦਾ C ਪੁਆਇੰਟ ਕੀ ਕਹਿੰਦਾ ਹੈ, ਉਹਦੇ ਇਹ ਹੈ ਵੀ ਜਦੋਂ ਕੋਈ ਵਿਅਕਤੀ ਕਿਸੇ ਕਾਰਨ ਡਿਫਾਲਟਰ ਹੋ ਜਾਂਦਾ ਹੈ, ਆਪਣਾ ਲੈਂਡ ਰੈਵਨਿਊ ਕਿਸੇ ਵੀ ਕਾਰਨ ਕਰਕੇ ਉਹ ਪੇ ਅਦਾ ਨਹੀਂ ਕਰ ਸਕਦਾ, ਰੈਵਨਿਊ ਆਫਿਸਰ ਵੱਲੋਂ ਸਾਰੇ ਸੋਰਸਸ ਬਣਾ ਲਏ ਜਾਂਦੇ ਨੇ, ਫਿਰ ਵੀ ਲੈਂਡ ਰੈਵਨਿਊ ਨਹੀਂ ਅਦਾ ਕੀਤਾ ਜਾਂਦਾ, ਤਾਂ ਇੱਕ ਇਹ ਪ੍ਰੋਵੀਜ਼ਨ ਹੈਗੀ ਹੈ ਲੈਂਡ ਰੈਵਨਿਊ ਐਕਟ ਦੇ ਜਿਹੜਾ ਅਗਲਾ ਸੈਕਸ਼ਨ ਅੱਜ ਆਪਾਂ ਡਿਸਕਸ ਕਰਾਂਗੇ, ਰਿਕਵਰੀ ਆਫ ਲੈਂਡ ਰੈਵਨਿਊ, ਰਿਕਵਰੀ ਆਫ ਏਰੀਅਰਸ ਆਫ ਲੈਂਡ ਰੈਵਨਿਊ। ਉਹਦੇ ਵਿੱਚ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ ਕਿ ਉਹਦੀ ਰਿਕਵਰੀ ਕਰਨ ਦੇ ਲਈ ਅਸੀਂ ਉਹਦੀ ਜਿਹੜੀ ਜ਼ਮੀਨ ਹੈ ਕਲੈਕਟਰ ਵੱਲੋਂ ਅਨਲਮੈਂਟ ਵੀ ਕੀਤੀ ਜਾ ਸਕਦੀ ਹੈ, ਅਸੈਸਮੈਂਟ ਨੂੰ ਅਨਲ ਵੀ ਕੀਤਾ ਜਾ ਸਕਦਾ ਹੈ। ਜੇ ਕਿਸੇ ਅਜਿਹੇ ਕਾਰਨ ਕਿਸੇ ਦੀ ਪ੍ਰਾਪਰਟੀ ਅਨਲ ਹੋ ਚੁੱਕੀ ਹੋਵੇ, ਕਿਸੇ ਦੀ ਪ੍ਰਾਪਰਟੀ ਦੀ ਜਾਇਦਾਦ ਨੂੰ ਅਸੀਂ ਕਲੈਕਟਰ ਵੱਲੋਂ ਅਨਲ ਕੀਤਾ ਜਾ ਚੁੱਕਾ ਹੋਵੇ, ਅਨਲਮੈਂਟ ਹੋ ਚੁੱਕੀ ਹੋਵੇ, ਉਸ ਪ੍ਰਾਪਰਟੀ ਨੂੰ ਜੇ ਦੁਬਾਰਾ ਜਦੋਂ ਅਸੀਂ ਉਹਨਾਂ ਵਿਅਕਤੀਆਂ ਨੂੰ ਦਿੰਦੇ ਹਾਂ, ਤਾਂ ਦੁਬਾਰਾ ਫਿਰ ਇਸ ਪ੍ਰਾਪਰਟੀ ਦੀ ਅਨਲਮੈਂਟ ਹੋਈ ਪ੍ਰਾਪਰਟੀ ਨੂੰ ਅਸੈਸਮੈਂਟ ਕੀਤਾ ਜਾ ਸਕਦਾ ਹੈ। ਇਹ ਵੀ ਇੱਕ ਸਪੈਸ਼ਲ ਰੀਜ਼ਨ ਹੈਗਾ ਸਪੈਸ਼ਲ ਅਸੈਸਮੈਂਟ ਦਾ। ਜਾਂ ਫਿਰ ਇਹ ਵੀ ਹੈ ਪਾਣੀ ਨੇ ਫਲੱਡ ਆ ਗਿਆ, ਕੁਝ ਪਾਰਟੀਕੂਲਰ ਏਰੀਆ ਨੂੰ ਜਾਂ ਕੁਝ ਪਿੰਡਾਂ ਦੇ ਰਕਬੇ ਨੂੰ ਖਰਾਬ ਕਰ ਦਿੱਤਾ, ਜਾਂ ਸੇਮ ਆ ਗਈ, ਜਾਂ ਮਰੂਥਲ ਬਣ ਗਿਆ ਕੁਝ ਇਲਾਕਾ ਹੈ ਜੀ, ਜਿੱਥੇ ਪਹਿਲਾਂ ਮਾਮਲਾ ਜ਼ਿਆਦਾ ਲੱਗਦਾ ਸੀ। ਨੈਚੁਰਲ ਕਲੈਮਿਟੀ ਦੇ ਕਾਰਨ, ਨੈਚੁਰਲ ਕਲੈਮਿਟੀ में भी कोई भी हो सकती है, किसी की नेचुरल कलैमिटी के कारण कोई भी इलाका कोई पर्टिकुलर एरिया चंक ऑफ लैंड ਜਾਂ ਵਿਲੇਜ, ਕੁਝ 2-3 ਵਿਲੇਜ ਜਾਂ ਕੁਝ ਵੀ ਏਰੀਆ ਕੋਈ ਜਦੋਂ ਖਰਾਬ ਹੋ ਜਾਂਦਾ ਹੈ, ਤਾਂ ਫਿਰ ਕੀ ਹੁੰਦਾ ਹੈ, ਉਹਦਾ ਕਾਰਨ ਇਹ ਬਣ ਜਾਂਦਾ। ਦੇਖੋ ਸਾਰਾ ਡਿਪੈਂਡ ਕਰਦਾ ਹੈ ਲੈਂਡ ਰੈਵਨਿਊ ਦੇ ਉੱਪਰ। ਜਦ ਅਸੀਂ ਲੈਂਡ ਰੈਵਨਿਊ ਲੈਂਦੇ, ਸਰਕਾਰ ਲੈਂਦੀ ਹੈ, ਪਰ ਜਦੋਂ ਕੋਈ ਏਰੀਆ ਖਰਾਬ ਹੋ ਗਿਆ ਤਾਂ ਫਿਰ ਉਹਦੇ ਤੋਂ ਜਿਹੜਾ ਲੈਂਡ ਰੈਵਨਿਊ ਦਿੱਤਾ ਜਾਣਾ ਨਹੀਂ ਬਣਦਾ। ਪਬਲਿਕ ਆਪਣੀਆਂ ਐਪਲੀਕੇਸ਼ਨ ਦਿੰਦੀ ਹੈ ਸਰਕਾਰ ਦੇ ਕੋਲੇ, ਸਰਕਾਰ ਵੱਲੋਂ ਫਿਰ ਡਿਸਾਈਡ ਕੀਤਾ ਜਾਂਦਾ ਵੀ ਇਹ ਪਾਰਟਿਕੂਲਰ ਏਰੀਆ ਜਿਹੜਾ ਮਾਮਲਾ ਹੈਗਾ ਮਾਫ ਹੋਣਾ ਚਾਹੀਦਾ ਹੈ, ਇਸ ਕਰਕੇ ਵੀ ਸਪੈਸ਼ਲ ਅਸੈਸਮੈਂਟ ਦੀ ਲੋੜ ਪੈ ਜਾਂਦੀ ਹੈ। ਜਾਂ ਕਿਸੇ ਕਾਰਨ ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ ਕੋਈ ਨੈਚੁਰਲ ਪ੍ਰੋਡਕਟਸ ਨਿਕਲ ਗਏ, ਕੋਈ ਸੋਨੇ ਦੀਆਂ, ਗੋਲਡ ਦੀਆਂ ਖਾਣਾ ਮਿਲ ਗਈਆਂ, ਪੱਥਰ ਦੀਆਂ ਖਾਣਾ ਮਿਲ ਗਈਆਂ, ਜਾਂ ਤੇਲ ਦੇ ਕੂਏ ਵਗੈਰਾ ਮਿਲ ਗਏ, ਅਜਿਹੇ ਕੋਈ ਰੀਜ਼ਨਸ ਹੁੰਦੇ ਨੇ ਜਦੋਂ ਕੋਈ ਲੈਂਡ ਦੀ ਜਿਹੜੀ ਉਹਦੀ ਕੀਮਤ ਹੈ ਬਹੁਤ ਜ਼ਿਆਦਾ ਵੱਧ ਗਈ। ਪਹਿਲਾਂ ਉਸ ਨੂੰ ਮਾਮਲਾ ਘੱਟ ਲੱਗਿਆ ਹੋਇਆ ਸੀ, ਪਰ ਜ਼ਮੀਨ ਦੀ ਕੀਮਤ ਵਧਣ ਦੇ ਕਾਰਨ ਸਰਕਾਰ ਉਸ ਏਰੀਆ ਦੀ, ਪਾਰਟਿਕੂਲਰ ਏਰੀਆ ਦੀ ਵੀ ਜਿਹੜੀ ਅਸੈਸਮੈਂਟ ਹੈ ਦੁਬਾਰਾ ਸਪੈਸ਼ਲ ਅਸੈਸਮੈਂਟ ਕੀਤੀ ਜਾ ਸਕਦੀ ਹੈ। ਅਜਿਹੇ ਕੁਝ ਕਾਰਨ ਨੇ ਜਿਹੜੇ ਸਪੈਸ਼ਲ ਅਸੈਸਮੈਂਟ, ਤੁਸੀਂ ਇਹੀ ਪੁਆਇੰਟ ਦੇਣਾ ਜੇ ਤੁਹਾਨੂੰ ਪੁੱਛ ਕੋਈ ਸਪੈਸ਼ਲ ਅਸੈਸਮੈਂਟ ਕੀ ਹੁੰਦੀ ਹੈ, ਤਾਂ ਜਿਹੜਾ ਸੈਕਸ਼ਨ 59 ਤੇ ਤੁਸੀਂ ਜਾਣਾ ਸਿੱਧਾ, ਜੇ ਕੁਐਸਚਨ ਤੁਹਾਡਾ 5 ਨੰਬਰ ਦਾ ਹੈਗਾ, ਜਾ ਕੇ ਇੱਥੇ ਜਵਾਬ ਦੇਣਾ ਹੈ। ਫਿਰ ਕੀ ਹੁੰਦਾ, ਸੈਕਸ਼ਨ 60 ਅਸੀਂ ਪੜ੍ਹਿਆ ਸੀਗਾ, ਪਾਵਰ ਟੂ ਮੇਕ ਰੂਲਸ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਕਿਹਨੂੰ ਹੈ, ਸਰਕਾਰ ਨੂੰ ਪਾਵਰ ਬਣਾਉਣ ਦੀ ਹੈਗੀ ਹੈ। ਉਹਦੇ ਚ ਕੀ ਬਣਾਇਆ ਜਾਣਾ, ਜਿਵੇਂ ਹੁਣ ਆਪਾਂ ਚੈਪਟਰ ਪੜ੍ਹ ਰਹੇ ਹਾਂ, ਅਸੈਸਮੈਂਟ ਦਾ ਚੈਪਟਰ ਪੜ੍ਹ ਰਹੇ ਹਾਂ। ਅਸੈਸਮੈਂਟ ਦੇ ਵਿੱਚ ਮੈਥਡ ਆਫ ਅਸੈਸਮੈਂਟ ਕੀ ਹੋਏਗਾ, ਮੈਥਡ ਆਫ ਲੈਂਡ ਰੈਵਨਿਊ ਕਿਸ ਨੂੰ ਅਸੈਸ ਕਰਨਾ ਹੈ, ਕਿਸੇ ਖੇਤਰ ਨੂੰ, ਕਿਸੇ ਪਿੰਡ ਦੇ ਵਿੱਚ ਜਾਂ ਅਸੈਸਮੈਂਟ ਸਰਕਲ ਨੂੰ ਲੈਂਡ ਰੈਵਨਿਊ ਅਸੈਸ ਕਰਨਾ ਹੈ, ਤਾਂ ਉਹਦਾ ਮੈਥਡ ਕੀ ਹੋਏਗਾ, ਪ੍ਰਿੰਸੀਪਲ ਆਫ ਐਗਜ਼ੈਂਪਸ਼ਨਸ ਕੀ ਹੋਏਗੀ, ਕਿਹੜੀਆਂ ਜ਼ਮੀਨਾਂ ਨੂੰ ਮਾਮਲੇ ਤੋਂ ਰਾਹਤ ਦੇਣੀ ਹੈ, ਕਿਹੜੀਆਂ ਜ਼ਮੀਨਾਂ ਤੇ ਮਾਮਲਾ ਨਹੀਂ ਲੱਗਣਾ, ਜਿਵੇਂ ਕਿ ਲਾਲ ਕਿਲੇ ਦੇ ਅੰਦਰ ਪ੍ਰਾਪਰਟੀ ਉਹਤੇ ਨਹੀਂ ਲੱਗਣਾ, ਪਾਕਿਸਤਾਨ ਜਿਹੜਾ ਬਾਰਡਰ ਹੈ 16 ਕਿਲੋਮੀਟਰ ਦੇ ਅੰਦਰ ਜਿਹੜੀ ਪ੍ਰਾਪਰਟੀ ਹੈ ਪਾਕਿਸਤਾਨ ਦੇ ਬਾਰਡਰ ਤੋਂ, ਇੰਟਰਨੈਸ਼ਨਲ ਬਾਰਡਰ ਤੋਂ, ਉਹਦੇ ਤੇ ਮਾਮਲਾ ਨਹੀਂ ਲੱਗਣਾ। ਇਦਾਂ ਦੀਆਂ ਜਿਹੜੀਆਂ ਸੈਕਸ਼ਨ ਨੇ ਸਰਕਾਰ ਵੱਲੋਂ ਰੂਲ ਬਣਾਏ ਜਾਂਦੇ ਨੇ, ਉਹ ਰੂਲ ਦੇ ਤਹਿਤ ਜੋ ਵੀ ਸਰਕਾਰ ਫੈਸਲਾ ਲੈਂਦੀ ਹੈ ਆਪਾਂ ਉਹਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ। ਕਿਹੜੇ ਢੰਗ ਤਰੀਕੇ ਅਪਣਾਏ ਜਾਂਦੇ ਨੇ, ਜਿਵੇਂ ਅਨਾਉਂਸਮੈਂਟ ਕਰਨੀ ਹੈ, ਤੁਸੀਂ ਡਿਸਟ੍ਰੀਬਿਊਸ਼ਨ ਕਰਤੀ, ਉਹਦੀ ਅਨਾਉਂਸਮੈਂਟ ਕਿਵੇਂ ਕਰਨੀ ਹੈ,
ਤੁਸੀਂ ਅਸੈਸਮੈਂਟ ਸ਼ੁਰੂ ਕਰਨੀ ਹੈ, ਅਸੈਸਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਅਨਾਉਂਸਮੈਂਟ ਕਰਨੀ ਕਿਵੇਂ ਕਰਨੀ, ਉਹਦਾ ਕੀ ਪ੍ਰੋਸੈਸ ਹੈ, ਇਹ ਸਾਰੇ ਜਿਹੜੇ ਰੂਲਸ ਨੇ, ਰੂਲਸ ਦੇ ਵਿੱਚ ਸਰਕਾਰ ਵੱਲੋਂ ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਇਦਾਂ ਦਾ ਕਰਕੇ ਜਿਹੜੇ ਅਸੈਸਮੈਂਟ ਹੈ ਉਹਦਾ ਤਰੀਕਾ ਅਡਾਪਟ ਕਰਨੇ ਨੇ, ਫਰਦਰ ਅਲੱਗ-ਅਲੱਗ ਤਰੀਕੇ ਦੱਸੇ ਜਾਂਦੇ ਨੇ। फिर सेक्शन 60 ਦੇ ਕਾਫੀ ਸਾਰੇ ਰੂਲ ਨੇ, ABCDEFGHI 60 ਦੇ, ਇਹਦੇ ਵਿੱਚ 60 ਦਾ ਏਜ ਕੀ ਕਿਹਾ ਗਿਆ, ਪ੍ਰੋਸੀਜਰ ਹੈ, ਰੂਲ ਕਿਵੇਂ ਬਣਾਏ ਜਾਂਦੇ ਨੇ। ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਾਂ ਦੇਖ ਰਹੇ ਹਾਂ ਸਰਕਾਰ ਵੱਲੋਂ ਜਦੋਂ ਕੋਈ ਨਵੇਂ ਰੂਲ ਬਣਾਏ ਜਾਂਦੇ ਨੇ, ਇਹ ਰੂਲ ਦੀ ਗੱਲ ਕਰਦੇ ਆਪਾਂ ਅਸੈਸਮੈਂਟ ਸਰਕਲ ਦੇ, ਅਸੈਸਮੈਂਟ ਦੇ ਨਾਲ ਸੰਬੰਧਿਤ ਹੈ, ਯਾਨੀ ਕਿ ਹਰ ਇੱਕ ਐਕਟ ਹੈਗਾ, ਆਪਾਂ ਅਲੱਗ-ਅਲੱਗ ਐਕਟ ਪੜਾਂਗੇ। ਤੁਸੀਂ ਆਪਾਂ ਲੈਂਡ ਰੈਵਨਿਊ ਐਕਟ ਪੜ੍ਹ ਰਹੇ ਹਾਂ ਇਸ ਵੇਲੇ, ਫਿਰ ਤੁਸੀਂ ਟੈਨੈਂਸੀ ਐਕਟ ਵੀ ਪੜ੍ਹਨਾ ਹੈ, ਰਜਿਸਟ੍ਰੇਸ਼ਨ ਐਕਟ ਵੀ ਪੜ੍ਹਨਾ ਹੈ। ਹਰ ਐਕਟ ਦੇ ਵਿੱਚ ਸਰਕਾਰ ਨੂੰ ਵੱਖਰੇ-ਵੱਖਰੇ ਰੂਲਸ ਬਣਾਉਣੇ ਹੁੰਦੇ ਆ ਉਸ ਐਕਟ ਨੂੰ ਲਾਗੂ ਕਰਨ ਦੀ ਖਾਤਰ। ਹੁਣ ਆਪਾਂ ਇਹ ਅਸੈਸਮੈਂਟ ਦਾ ਚੈਪਟਰ ਵੱਖਰਾ ਪੜ੍ਹ ਰਹੇ ਹਾਂ, ਇਹ ਪਾਰਟਿਕੂਲਰ ਚੈਪਟਰ ਦੇ ਲਈ ਵੱਖਰੇ ਰੂਲ ਬਣਾਏ ਜਾਂਦੇ ਆ, ਠੀਕ ਹੈ ਜੀ, ਜਦੋਂ ਜ਼ਰੂਰਤ ਪੈਂਦੀ ਹੈ। ਤੇ ਰੂਲਸ ਕਿਵੇਂ ਬਣਾਏ ਜਾਂਦੇ, ਇਹਦਾ ਪ੍ਰੋਸੈਸ ਕੀ ਹੈ। ਸਭ ਤੋਂ ਪਹਿਲਾਂ ਡਰਾਫਟ ਰੂਲ ਬਣਦੇ ਨੇ, ਡਰਾਫਟ ਰੂਲ ਬਣਾ ਕੇ ਵੀ ਆਹ ਸਰਕਾਰ ਦੀ ਪ੍ਰਪੋਜ਼ਲ ਹੈ, ਸਰਕਾਰ ਨੇ ਆਹ ਡਰਾਫਟ ਰੂਲ ਬਣਾਏ, ਸਰਕਾਰ ਵੱਲੋਂ ਇਹ ਗਵਰਨਮੈਂਟ ਇੰਟਰਸਟਡ ਹੈ ਪਾਰਟਿਕੂਲਰ ਕੰਮ ਦੇ ਸੰਬੰਧ ਵਿੱਚ, ਆਹ ਰੂਲ ਸਰਕਾਰ ਬਣਾਉਣਾ ਚਾਹੁੰਦੀ ਹੈ, ਉਹਦੀ ਪਬਲਿਕੇਸ਼ਨ ਕੀਤੀ ਜਾਵੇਗੀ, ਆਮ ਜਨਤਾ ਦੇ ਵਿੱਚ ਕਿਸੇ ਤੋਂ ਵਿਚਾਰ ਲੈ ਜਾਣਗੇ ਕਿ ਕਿਸੇ ਨੂੰ ਕੋਈ ਆਬਜੈਕਸ਼ਨ ਹੈਗਾ, ਉਹ ਆਬਜੈਕਸ਼ਨ ਵੀ ਕਰ ਸਕਦਾ ਹੈ, ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਗਵਰਨਮੈਂਟ ਵੱਲੋਂ, ਸਰਕਾਰ ਲੋਕਾਂ ਤੋਂ ਪਬਲਿਕ ਤੋਂ ਆਪਣੇ ਆਬਜੈਕਸ਼ਨ ਲੈਣ ਤੋਂ ਬਾਅਦ ਜਿਹੜਾ ਹੈਗਾ ਨੋਟੀਫਿਕੇਸ਼ਨ ਸਾਰੀ ਦੁਬਾਰਾ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ, ਤਾਂ ਉਹ ਜਿਹੜੇ ਰੂਲ ਸਰਕਾਰ ਵੱਲੋਂ ਬਣਾ ਦਿੱਤੇ ਜਾਂਦੇ ਨੇ। ਰੂਲ ਦੇ ਨਾਲ ਕੁਝ ਐਗਜ਼ੈਕਟਿਵ ਇੰਸਟਰਕਸ਼ਨਸ ਵੀ ਹੁੰਦੀਆਂ ਨੇ। ਦੇਖੋ ਰੂਲ ਬਣਾਉਣ ਦੀ ਲੋੜ ਕਿਉਂ ਪੈਂਦੀ ਹੈ, ਮੈਂ ਕੱਲ ਵੀ ਡਿਸਕਸ ਕੀਤਾ ਸੀਗਾ, ਜਦੋਂ ਸਰਕਾਰ ਵੱਲੋਂ ਲੈਜਿਸਲੇਚਰ ਵੱਲੋਂ ਕੋਈ ਐਕਟ ਬਣਾਇਆ ਜਾਂਦਾ ਹੈ, ਉਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲ ਬਣਾਏ ਜਾਂਦੇ ਆ, ਪਰ ਜਦੋਂ ਰੂਲ ਬਣ ਗਏ, ਰੂਲ ਬਣਨ ਤੋਂ ਬਾਅਦ ਫਿਰ ਵੀ ਕੋਈ ਕੰਮ ਨੂੰ ਕਰਨ ਦੀ ਖਾਤਰ ਕੋਈ ਪ੍ਰੋਬਲਮ ਕ੍ਰੀਏਟ ਹੋ ਗਈ, ਸਾਨੂੰ ਉਹ ਜਿਹੜਾ ਹੈਗਾ ਕਲੀਅਰ ਨਹੀਂ ਹੋ ਰਿਹਾ, ਜਿਹੜਾ ਰੂਲ ਹੈ ਪਾਰਟਿਕੂਲਰ ਐਕਟ ਹੈ ਉਹਦੀ ਕੋਈ ਸੈਕਸ਼ਨ ਜਾਂ ਕਲੀਅਰ ਨਹੀਂ ਹੋ ਰਹੀ, ਰੂਲਾਂ 'ਚ ਵੀ ਕਲੀਅਰ ਨਹੀਂ ਹੋ ਰਹੀ, ਸੈਕਸ਼ਨ 'ਚ ਵੀ ਕਲੀਅਰ ਨਹੀਂ ਹੋ ਰਹੀ, ਫਿਰ ਵੀ ਸਰਕਾਰ ਤੋਂ ਕੋਈ ਰੈਵਰੀ ਆਪਾਂ ਮੰਗ ਲੈਂਦੇ ਆ, ਕਿਸੇ ਵੀ ਰੈਵਨਿਊ ਆਫਿਸਰ ਵੱਲੋਂ ਕੋਈ ਰੈਵਰੀ ਮੰਗੀ ਜਾਂਦੀ ਹੈ, ਉਹ ਰੈਵਰੀ ਮੰਗਦੇ ਰੈਵਨਿਊ ਆਫਿਸਰ ਤੋਂ ਰੈਵਨਿਊ ਅਫਸਰ ਰਾਹੀਂ, ਕਲੈਕਟਰ ਰਾਹੀਂ ਹੋ ਕੇ, ਕਮਿਸ਼ਨਰ ਰਾਹੀਂ ਹੋ ਕੇ FCR ਕੋਲ ਚਲੀ ਜਾਂਦੀ ਹੈ। ਜੇਕਰ ਉਹਦੇ ਵਿੱਚ ਕੋਈ ਕਲੈਰੀਫਿਕੇਸ਼ਨ ਗਵਰਨਮੈਂਟ ਦੇਣਾ ਚਾਹੁੰਦਾ ਦੇ ਸਕਦੀ ਹੈ, ਪਰ ਜੇਕਰ ਸਰਕਾਰ ਨੂੰ ਲੱਗਦਾ ਵੀ ਇਹ ਕਲੈਰੀਫਿਕੇਸ਼ਨ ਦਿੱਤੀ ਜਾਣੀ ਨਹੀਂ ਬਣਦੀ, ਇਹਦੇ ਸੰਬੰਧ ਵਿੱਚ ਵੀ ਸਾਨੂੰ ਕੋਈ ਇੰਸਟਰਕਸ਼ਨ ਜਾਰੀ ਕਰਨੀਆਂ ਪੈਣਗੀਆਂ, ਤਾਂ ਸਰਕਾਰ ਵੱਲੋਂ ਐਗਜ਼ੈਕਟਿਵ ਇੰਸਟਰਕਸ਼ਨ ਜਾਰੀ ਕੀਤੀਆਂ ਜਾਂਦੀਆਂ ਨੇ, ਠੀਕ ਹੈ ਜੀ। ਇਹ ਐਗਜ਼ੈਕਟਿਵ ਇੰਸਟਰਕਸ਼ਨਸ ਹੁੰਦੀਆਂ ਨੇ। ਪਾਵਰ ਟੂ ਇਸ਼ੂ ਇੰਸਟਰਕਸ਼ਨਸ ਕੌਣ ਜਾਰੀ ਕਰ ਸਕਦਾ ਹੈ, ਇੰਸਟਰਕਸ਼ਨ FCR ਜਾਰੀ ਕਰ ਸਕਦਾ ਹੈ, ਗਵਰਨਮੈਂਟ ਜਾਰੀ ਕਰ ਸਕਦੀ ਹੈ, ਪਰ ਇੱਕ ਧਿਆਨ ਰੱਖਿਆ ਜਾ ਸਕਦਾ ਗਵਰਨਮੈਂਟ ਵੱਲੋਂ ਜਾਂ FCR ਵੱਲੋਂ ਜਦੋਂ ਇੰਸਟਰਕਸ਼ਨ ਜਾਰੀ ਕਰਨੀਆਂ ਨੇ, ਤਾਂ ਜਿਹੜਾ ਮੇਨ ਬੇਸਿਕ ਲਾਅ ਹੈਗਾ, ਬੇਸਿਕ ਲਾਅ ਕੀ ਬੇਸਿਕ ਐਕਟ ਜੋ ਵੀ ਹੈਗਾ, ਉਸ ਬੇਸਿਕ ਐਕਟ ਤੋਂ ਕੰਟਰਾਡਿਕਟਰੀ ਜਿਹੜੀਆਂ ਐਗਜ਼ੈਕਟਿਵ ਇੰਸਟਰਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਫਰਦਰ ਕਦੇ ਨਵਾਂ ਐਕਟ ਬਣਦਾ ਹੈ ਜਾਂ ਐਕਟ ਵਿੱਚ ਅਮੈਂਡਮੈਂਟਸ ਹੁੰਦੀਆਂ ਨੇ, ਤਾਂ ਜਿਹੜੀਆਂ ਇਹ ਸਾਰੀਆਂ ਕੁਝ ਇੰਸਟਰਕਸ਼ਨਸ ਹੁੰਦੀਆਂ ਨੇ, ਉਹ ਜਿਹੜੀਆਂ ਕੁਝ ਐਗਜ਼ੈਕਟਿਵ ਇੰਸਟਰਕਸ਼ਨ ਜਾਂ ਕੁਝ ਰੂਲਾਂ ਦੇ ਕੁਝ ਪਾਰਟ ਉਹ ਜਿਹੜੇ ਹੈਗੇ ਅਮੈਂਡਮੈਂਟ ਦੇ ਵਿੱਚ ਸ਼ਾਮਲ ਕਰ ਲਏ ਜਾਂਦੇ ਨੇ। ਅੱਗੇ ਅਸੀਂ ਪੜ੍ਹ ਰਹੇ ਸੀਗੇ ਜੀ ਸੈਕਸ਼ਨ 60 ਦੀ ਡੀ ਪਾਰਟ ਕੀ ਹੈ, ਐਡੀਸ਼ਨਲ ਲੈਂਡ ਰੈਵਨਿਊ। ਐਡੀਸ਼ਨਲ ਲੈਂਡ ਰੈਵਨਿਊ ਕੌਣ ਲਗਾ ਸਕਦਾ, ਇਹਦੀ ਜਿਹੜੀ ਅਥਾਰਟੀ ਉਹ ਕਲੈਕਟਰ ਦੇ ਕੋਲੇ ਹੈ। ਕਲੈਕਟਰ ਇਜ਼ ਅਥੋਰਾਈਜ਼ਡ ਟੂ place the additional land revenue to the particular landowners। next ਅੱਗੇ ਪੜਿਆ ਸੀ 60E ਸੀਗਾ levy of additional land revenue। additional land revenue ਕਦੋਂ ਲਗਾਇਆ ਜਾਂਦਾ ਹੈ, ਜਦੋਂ ਵੀ ਕੋਈ ਮਾਲਕ ਹੈ ਜਿਹੜਾ, ਚਾਹੇ ਉਹ ਨਿੱਜੀ ਮਾਲਕ ਹੈ, ਚਾਹੇ ਉਹ ਸ਼ੇਅਰ ਹੋਲਡਰ, ਜਦੋਂ ਉਹਦਾ ਮਾਮਲਾ ਜਿਹੜਾ ਹੈਗਾ ਉਹ 20 ਰੁਪਏ ਤੋਂ ਜ਼ਿਆਦਾ ਹੋ ਜਾਵੇ, ਚਾਹੇ ਇੱਕ ਪਿੰਡ 'ਚ ਹੈ, ਚਾਹੇ ਦੋ ਪਿੰਡ 'ਚ ਉਹਦੀ ਮਾਲਕੀ, ਚਾਹੇ ਉਹਦੀ ਮਾਲਕੀ 3 ਪਿੰਡਾਂ 'ਚ ਹੈ, ਜਦੋਂ ਉਹਦਾ ਮਾਮਲਾ, ਉਹਦੀ ਦੇਣਦਾਰੀ ਐਜ਼ ਪਰ ਮਾਮਲਾ 20 ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹਦੀ ਲਾਇਬਿਲਿਟੀ ਬਣ ਜਾਂਦੀ ਹੈ ਵੀ ਉਹਨੂੰ ਜਿਹੜਾ ਹੈਗਾ ਐਡੀਸ਼ਨਲ ਲੈਂਡ ਰੈਵਨਿਊ ਲੱਗੇਗਾ। ਐਡੀਸ਼ਨਲ ਲੈਂਡ ਰੈਵਨਿਊ ਲੱਗੇਗਾ ਕਿਵੇਂ, ਉਹਦੇ ਲਈ ਜਿਹੜਾ ਵੱਖਰਾ ਸ਼ਡਿਊਲ ਦਿੱਤਾ ਗਿਆ ਹੈਗਾ, ਜਦੋਂ 20 ਰੁਪਏ ਤੋਂ ਵੱਧ ਉਹ ਤੁਸੀਂ ਸ਼ਡਿਊਲ ਤੁਸੀਂ ਕੱਲ ਆਪਾਂ ਡਿਟੇਲ ਡਿਸਕਸ ਕੀਤਾ ਸੀਗਾ। ਤੇ ਜੇਕਰ ਕੁਝ ਪਾਰਟਿਕੂਲਰ ਤਹਿਸੀਲਾਂ ਦੇ ਮੈਂ ਨਾਮ ਦੱਸੇ ਸੀਗੇ, ਤਰਨਤਾਰਨ ਵਗੈਰਾ, ਕੁਝ ਰੋਪੜ ਦੇ ਕੁਝ ਪਿੰਡ ਸੀ, ਤਹਿਸੀਲਾਂ ਸੀਗੀਆਂ, ਉਹਨਾਂ ਤਹਿਸੀਲਾਂ ਦੇ ਵਿੱਚ ਜਿਹੜਾ ਹੈਗਾ ਇਹ ਐਡੀਸ਼ਨਲ ਲੈਂਡ ਰੈਵਨਿਊ ਹੈਗਾ ਸ਼ਡਿਊਲ ਤੋਂ 20-25% ਜਿਹੜਾ ਹੈਗਾ ਉਹ ਘਟਾ ਕੇ ਲਗਾਇਆ ਜਾਂਦਾ ਹੈ, ਠੀਕ ਹੈ ਜੀ। ਇਹ ਜਦੋਂ ਇਹ ਦੱਸਿਆ ਗਿਆ ਵੀ 5 ਏਕੜ ਤੋਂ 20 ਰੁਪਏ ਤੋਂ ਵੱਧ ਮਾਮਲਾ ਜੇ ਕੋਈ ਪਤਾ ਕਰਦਾ ਹੈ ਤਾਂ ਉਹਨੂੰ ਐਡੀਸ਼ਨਲ ਲੈਂਡ ਰੈਵਨਿਊ ਦੇਣਾ ਪੈਂਦਾ ਹੈ। ਪਰ ਇਹ ਪਤਾ ਕਿੱਥੋਂ ਲੱਗੇਗਾ, ਹਰ ਪਟਵਾਰੀ ਦਾ ਪਤਾ ਲੱਗ ਨਹੀਂ ਸਕਦਾ ਵੀ ਇਹ ਮਾਮਲਾ 20 ਰੁਪਏ ਤੋਂ ਵੱਧ ਅਦਾ ਕਰਦਾ ਹੈ। ਇਸ ਦੇ ਸੰਬੰਧ ਵਿੱਚ ਸੈਕਸ਼ਨ 60F ਕੀ ਕਹਿੰਦਾ ਹੈ, ਹਰ ਲੈਂਡ ਓਨਰ ਨੂੰ ਜੇ ਕੋਈ ਮਾਮਲਾ 20 ਰੁਪਏ ਤੋਂ ਜ਼ਿਆਦਾ ਬਣਦਾ ਹੈ ਤਾਂ ਉਹਦੀ ਰਿਸਪੌਂਸਿਬਿਲਿਟੀ ਹੈ, ਉਹਦੀ ਡਿਊਟੀ ਬਣਦੀ ਹੈ, ਉਹਦੀ ਲਾਇਬਿਲਿਟੀ ਹੈ
ਵੀ ਉਹ ਆਪਦੀ ਰਿਟਰਨ ਭਰ ਕੇ ਉਸ ਇਲਾਕੇ ਜਿੱਥੇ ਉਹ ਰਹਿੰਦਾ ਉਸ ਏਰੀਏ ਦੇ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ ਦੇਵੇ, ਜੇਕਰ ਉਹਦਾ ਜਿੱਥੇ ਉਹ ਰਹਿੰਦਾ ਹੈ। ਪਰ ਜੇਕਰ ਉਹਦਾ ਮਾਮਲਾ ਜਿਹੜਾ ਹੈਗਾ ਜ਼ਿਆਦਾ ਮਕਦਾਰ ਉਹਦੀ ਕਿਸੇ ਹੋਰ ਪਿੰਡ ਦੇ ਵਿੱਚ ਪੈਂਦੀ ਹੈ ਤਾਂ ਉਸ ਕੰਸਰਨ ਪਿੰਡ ਦੇ ਵਿੱਚ ਪਟਵਾਰੀ ਨੂੰ ਉਹ ਦੇ ਸਕਦਾ ਹੈਗਾ ਆਪਦੀ ਰਿਟਰਨ ਭਰ ਕੇ ਵੀ ਮੇਰਾ ਜਿਹੜਾ ਮਾਮਲਾ ਐਡੀਸ਼ਨਲ ਰੈਂਟ ਮੈਨੂੰ ਦੇਣਾ ਬਣਦਾ ਹੈ, ਤੇ ਜਿਹੜਾ ਮੇਰਾ ਮਾਮਲਾ 25 ਰੁਪਏ ਬਣਦਾ, 30 ਰੁਪਏ ਬਣਦਾ, 35 ਰੁਪਏ ਬਣਦਾ, ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਹੈਗਾ, ਇਹ ਉਸ ਨੂੰ ਆਪਦੀ ਰਿਟਰਨ ਭਰ ਕੇ ਦੇਣੀ ਹੋਵੇ ਵਿਦ ਡੈਕਲੇਰੇਸ਼ਨ। ਜੇਕਰ ਉਹ ਸੈਕਸ਼ਨ 60G ਕਹਿੰਦਾ ਜੇਕਰ ਉਹ ਆਪਦੀ ਡੈਕਲੇਰੇਸ਼ਨ ਨੂੰ ਗਲਤ ਭਰ ਕੇ ਦਿੰਦਾ ਜਾਂ ਭਰ ਕੇ ਨਹੀਂ ਦਿੰਦਾ ਪਰ ਮਾਮਲਾ ਉਹਦਾ ਵੱਧ ਮੰਨਦਾ ਤਾਂ ਉਸ ਨੂੰ ਸੈਕਸ਼ਨ 60G ਦੇ ਤਹਿਤ ਪੈਨਲਟੀ ਲਗਾਈ ਜਾ ਸਕਦੀ ਹੈ। ਇਹ ਜਿਹੜੀ ਪੈਨਲਟੀ ਹੈ ਇਹ 6 ਟਾਈਮਸ ਆਫ ਦਾ ਲੈਂਡ ਰੈਵਨਿਊ 6 ਟਾਈਮਸ ਆਫ ਦਾ ਐਡੀਸ਼ਨਲ ਲੈਂਡ ਰੈਵਨਿਊ ਹੋ ਸਕਦੀ ਹੈ। ਜੇਕਰ ਫਿਰ ਵੀ ਉਹ ਪੈਨਲਟੀ ਨਹੀਂ ਦਿੰਦਾ ਤਾਂ 60H ਦੇ ਵਿੱਚ ਉਹਦੀ ਰਿਕਵਰੀ ਕੀਤੀ ਜਾ ਸਕਦੀ ਹੈ। ਰਿਕਵਰੀ ਕਿਵੇਂ ਕਰਾਂਗੇ? ਰਿਕਵਰੀ ਕਰਾਂਗੇ ਜਿਹੜਾ ਅਗਲਾ ਚੈਪਟਰ ਆਪਣਾ ਆਏਗਾ, ਹੁਣ ਆਪਾਂ ਪੜਾਂਗੇ, ਅੱਜ ਡਿਸਕਸ ਕਰਾਂਗੇ ਰਿਕਵਰੀ ਆਫ ਏਰੀਆਜ਼ ਆਫ ਲੈਂਡ ਰੈਵਨਿਊ। ਉਸ ਐਕਟ ਦੇ ਤਹਿਤ ਉਹਨਾਂ ਸੈਕਸ਼ਨ ਦੇ ਤਹਿਤ ਅਸੀਂ ਉਹਨੂੰ ਰਿਕਵਰੀ ਕਰ ਸਕਦੇ ਹਾਂ। ਤੇ ਜਿਹੜਾ ਸੈਕਸ਼ਨ 60I ਕਹਿੰਦਾ ਉਹਦੇ ਵਿੱਚ ਕੀ ਕਹਿੰਦਾ ਐਡੀਸ਼ਨਲ ਰੈਵਨਿਊ ਦਾ ਇਫੈਕਟ ਕੀ ਪੈਂਦਾ ਹੈ? ਐਡੀਸ਼ਨਲ ਲੈਂਡ ਰੈਵਨਿਊ ਦਾ ਕੋਈ ਇਫੈਕਟ ਨਹੀਂ ਹੈਗਾ ਮਾਮਲੇ ਦੇ ਉੱਪਰ। ਮਾਮਲਾ ਜਿਹੜਾ ਸਰਕਾਰ ਵੱਲੋਂ ਲਗਾਇਆ ਗਿਆ ਉਹ ਉਨੀ ਰਹੇਗਾ, ਕਿਉਂਕਿ ਜਿਹੜਾ ਮਾਮਲਾ ਲੈਂਡ ਰੈਵਨਿਊ ਹੈ ਇਹ ਇਕੱਲੇ ਰਿਕਵਰੀ ਦੇ ਪਰਪਸ ਲਈ ਨਹੀਂ ਹੈਗਾ। ਜਿਵੇਂ ਹੁਣ ਇਸ ਵੇਲੇ ਐਗਜ਼ੈਂਪਸ਼ਨ ਹੈ ਪਰ ਅਸੀਂ ਫਿਰ ਵੀ ਇਸ ਨੂੰ ਖਤਮ ਨਹੀਂ ਕਰ ਸਕਦੇ, ਕਿਉਂਕਿ ਇਸ ਬੇਸ ਕਾਫੀ ਕਈ ਜਗ੍ਹਾ ਤੇ ਇਹਦਾ ਇਹ ਜਿਹੜਾ ਹੈਗਾ ਕੰਮ ਕਰਦਾ ਹੈ। ਕਿਸੇ ਨੂੰ ਜ਼ਮੀਨ ਅਲਾਟ ਕਰਨੀ ਹੈ, ਉਹ ਕਿੰਨੇ ਪੈਸੇ ਉਹਦੇ ਤੋਂ ਭਰਵਾਣੇ ਨੇ, ਉਹ ਜਿਹੜਾ ਲੈਂਡ ਰੈਵਨਿਊ ਦੇ ਉੱਪਰ ਡਿਪੈਂਡ ਕਰਦਾ ਹੈ। 20 ਟਾਈਮਸ, 60 ਟਾਈਮਸ, 15 ਟਾਈਮਸ ਜਾਂ 10 ਟਾਈਮਸ ਉਹਦਾ ਲੈਂਡ ਰੈਵਨਿਊ। ਇਸ ਕਰਕੇ ਜਿਹੜਾ ਲੈਂਡ ਰੈਵਨਿਊ ਦੀ ਆਪਦੀ ਇੱਕ ਵੱਖਰੀ ਵੈਲਿਊ ਹੈਗੀ ਹੈ। ਇਹ ਲੈਂਡ ਰੈਵਨਿਊ ਦੀ ਜਿਹੜਾ ਕਿਤਾਬਾਂ ਦੇ ਉੱਪਰ ਬੁੱਕਸ ਦੇ ਉੱਪਰ ਜਮ੍ਹਾਂ ਹੁੰਦੀ ਹੈ ਪਰ ਸਾਡਾ ਲੱਗਣਾ ਹੈ, ਇਹ ਲੱਗਣਾ ਹੀ ਲੱਗਣਾ ਹੈ, ਬੇਸ਼ੱਕ ਇਹਦੀ ਰਿਕਵਰੀ ਹੋਵੇ ਬੇਸ਼ੱਕ ਨਾ ਹੋਵੇ। ਇਹ 60 ਸੀਗਾ ਜੀ, ਖਤਮ ਹੋਇਆ ਸੀ। ਅੱਗੇ ਸਾਡਾ ਸ਼ਡਿਊਲ ਦਿੱਤਾ ਗਿਆ, ਸ਼ਡਿਊਲ ਅਸੀਂ ਆਪਾਂ ਕੱਲ ਡਿਸਕਸ ਕੀਤਾ ਸੀਗਾ। ਜੇ 20 ਰੁਪਏ ਤੋਂ ਜ਼ਿਆਦਾ ਹੈ ਮਾਮਲਾ ਕਿਸੇ ਦਾ 50 ਰੁਪਏ ਤੱਕ ਹੈ ਤਾਂ ਉਹਦਾ 200%, ਜਿਹੜਾ ਉੱਪਰਲੀ ਐਕਸੀਡ ਅਮਾਉਂਟ ਹੈਗੇ ਸੀ ਉਹਦਾ 200 ਰੁਪਏ ਤੱਕ ਲੈਣਾ ਸੀਗਾ। ਇਸ ਤਰ੍ਹਾਂ ਹੀ ਡਿਟੇਲ ਦਿੱਤੀ ਹੈ, 3-4 ਪੁਆਇੰਟ ਦਿੱਤੇ ਨੇ, 50 ਤੋਂ 51 ਤੋਂ 100 ਦੇ ਵਿੱਚ ਤੇ 100 ਤੋਂ 200 ਦੇ ਵਿੱਚ ਤੇ 200 ਤੋਂ ਉੱਪਰ 51 ਤੋਂ 100 ਦੇ ਵਿੱਚ ਸੀਗਾ 185 ਪਲੱਸ 300% ਤੇ 51 ਤੋਂ 100 ਦੇ ਵਿੱਚ ਸੀਗਾ ਰੁਪਏ 60 ਪਲੱਸ 250%, 100 ਤੋਂ 200 ਵਿੱਚ ਸੀਗਾ ਰੁਪਏ 185 ਪਲੱਸ 300%, 200 ਤੋਂ ਉੱਪਰ ਜੇ ਕਿਸੇ ਨੂੰ ਮਾਮਲਾ ਹੈਗਾ ਤਾਂ ਉਹਦਾ ਹੈਗਾ 485 ਪਲੱਸ 350% ਉਹ ਤੋਂ ਲਗਾ ਕੇ ਕੈਲਕੂਲੇਸ਼ਨ ਕਰਕੇ ਜਿਹੜਾ ਹੈਗਾ ਮਾਮਲਾ ਬਣ ਜਾਂਦਾ ਸੀ, ਲੈਂਡ ਐਡੀਸ਼ਨਲ ਲੈਂਡ ਰੈਵਨਿਊ ਬਣ ਜਾਂਦਾ ਹੈਗਾ। ਅੱਜ ਅਸੀਂ ਡਿਸਕਸ ਕਰਾਂਗੇ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ, ਚੈਪਟਰ ਨੰਬਰ 6 ਰਿਕਵਰੀ ਕਲੈਕਸ਼ਨ ਆਫ ਲੈਂਡ ਰੈਵਨਿਊ। ਤੁਸੀਂ ਜੇ ਤੁਹਾਡੇ ਕੋਲ ਇਹ ਬੁੱਕ ਹੈਗੀ ਹੈ ਤਾਂ ਇਸ ਬੁੱਕ ਦਾ ਚੈਪਟਰ ਪੇਜ 271, ਇਸ ਬੁੱਕ ਦਾ ਚੈਪਟਰ 271 ਇਹਦੇ ਚ ਬੜੀ ਡਿਟੇਲ ਦੇ ਨਾਲ ਬੜੀ ਸਰਲ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਇਹ ਜਿਹੜਾ ਚੈਪਟਰ ਪੂਰਾ ਦਾ ਪੂਰਾ ਕੋਡ ਕੀਤਾ ਹੋਇਆ, ਬੜੀ ਸਿੰਪਲ ਲੈਂਗੁਏਜ ਦੇ ਵਿੱਚ। ਤੁਹਾਨੂੰ ਬੜੀ ਆਰੇ ਦੇ ਤੇ ਕੁਐਸਚਨ ਵੀ ਆਉਂਦਾ ਪੱਕਾ, ਇਹ ਵੀ ਹੈ ਜ਼ਰੂਰ। ਇਹਦਾ ਤੁਸੀਂ ਚੈਪਟਰ 271 ਖੋਲੋ, ਜਿਹਦੇ ਕੋਲ ਵੀ ਇਹ ਬੁੱਕ ਹੈਗੀ ਹੈ, ਚੈਪਟਰ 271 ਨਾ ਸੌਰੀ ਪੇਜ 271 ਚੈਪਟਰ 6 ਇਹ ਖੋਲੋ ਜੀ ਨਾਲ ਆਪਣੇ। ਆਪਾਂ ਬੇਸਿਕ ਗੱਲ ਕਰ ਲਈਏ ਵੀ ਰਿਕਵਰੀ ਆਫ ਲੈਂਡ ਰੈਵਨਿਊ ਕੀ ਹੁੰਦਾ ਹੈ। ਦੇਖੋ ਤੁਸੀਂ ਸਾਰਿਆਂ ਨੇ ਰੈਵਨਿਊ ਆਫੀਸਰ ਬਣਨਾ ਹੈ। ਰੈਵਨਿਊ ਆਫੀਸਰ ਜਦੋਂ ਤੁਸੀਂ ਬਣਨਾ ਹੈ, ਰੈਵਨਿਊ ਆਫੀਸਰ ਦੀਆਂ ਤੁਸੀਂ ਮੀਟਿੰਗ ਮੰਥਲੀ ਮੀਟਿੰਗ ਅਟੈਂਡ ਕਰਨੀਆਂ ਨੇ, ਕਲੈਕਟਰ ਦੀਆਂ, ਡੀਸੀ ਦੀਆਂ। ਤੁਹਾਡੇ ਦੇ ਵਜਨ, ਤੁਹਾਡੇ ਮੋਢਿਆਂ ਤੇ ਸਭ ਤੋਂ ਵੱਡਾ ਵਜਨ ਸਿਰਫ ਇਹ ਜਿਹੜਾ ਚੈਪਟਰ ਤੁਸੀਂ ਪੜ੍ਹੋਗੇ ਇਸ ਚੈਪਟਰ ਦੇ ਕਾਰਨ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟ ਨੇ, ਬਹੁਤ ਸਾਰੇ ਅਦਾਰੇ ਨੇ, ਜਦੋਂ ਉਹ ਆਪਦਾ ਬਕਾਇਆ ਵਸੂਲੀ ਲੈਣ ਤੋਂ ਅਸਮਰਥ ਹੋ ਜਾਂਦੇ ਨੇ ਤਾਂ ਉਹ ਸਾਡੇ ਡਿਪਾਰਟਮੈਂਟ ਨੂੰ ਇਸ ਚੈਪਟਰ ਦੇ ਤਹਿਤ ਰਿਕਵਰੀ ਦੇ ਲਈ ਆਪਦੀ ਪੇਮੈਂਟ ਭੇਜਦੇ ਨੇ। ਜੇ ਉਹ ਡਿਪਾਰਟਮੈਂਟ ਮਾਈਨਿੰਗ ਡਿਪਾਰਟਮੈਂਟ ਹੋਵੇ, ਜੇ ਉਹ ਡਿਪਾਰਟਮੈਂਟ ਐਸਸੀ ਕਾਰਪੋਰੇਸ਼ਨ ਹੋਵੇ, BC ਕਾਰਪੋਰੇਸ਼ਨ ਹੋਵੇ, ਜੇ ਉਹ ਬੈਂਕ ਹੋਣ, ਬੇਸ਼ੱਕ ਉਹ ਮੋਟਰ ਵਹੀਕਲ ਐਕਸੀਡੈਂਟ ਦੇ ਤਹਿਤ ਕਿਸੇ ਬੰਦੇ ਕਨੀ ਵਸੂਲੀ ਹੋਵੇ ਸਿਵਲ ਕੋਰਟ ਦੇ ਵੱਲੋਂ, ਕਿਸੇ ਨੇ ਐਕਸੀਡੈਂਟ ਹੋ ਗਿਆ, ਉਸ ਤੋਂ ਉਹਦੇ ਕਨੀ ਬਕਾਇਆ ਵਸੂਲੀ ਹੋ ਗਈ 20 ਲੱਖ ਰੁਪਇਆ, 30 ਲੱਖ ਰੁਪਇਆ, 10 ਲੱਖ ਰੁਪਇਆ, ਉਹਦੀ ਰਿਕਵਰੀ ਸਿਵਲ ਕੋਰਟ ਵੱਲੋਂ ਨਹੀਂ ਹੋ ਸਕੀ ਤਾਂ ਵੀ ਉਹ ਜਿਹੜਾ ਵਾਰੰਟ ਹੈ ਤੁਹਾਡੇ ਕੋਲ ਵਸੂਲੀ ਲਈ ਆਏਗਾ। ਜੇ ਉਹ ਹਸਬੈਂਡ ਵਾਈਫ ਦਾ ਝਗੜਾ ਹੋਵੇ, ਮੈਰਿਜ ਐਕਟ ਹੋਵੇ, ਮੈਰਿਜ ਐਕਟ ਦੇ ਤਹਿਤ ਵੀ ਜਿਹੜੀ ਹੈ ਹਸਬੈਂਡ ਨੂੰ
ਮੰਥਲੀ ਜਿਹੜਾ ਹੈਗਾ ਗੁਜ਼ਾਰਾ ਭੱਤਾ ਦਿੱਤਾ ਜਿਹੜਾ ਬਣਦਾ ਹੈ, ਉਹ ਨਹੀਂ ਅਦਾ ਕਰਦਾ, ਤਦ ਵੀ ਤੁਹਾਡੇ ਕੋਲੇ ਵਾਰੰਟ ਸਿਵਲ ਕੋਰਟ ਵੱਲੋਂ ਆਏਗਾ ਵੀ ਤੁਸੀਂ ਵਸੂਲੀ ਕਰਕੇ ਦਿਓ। ਚਾਹੇ ਉਹ ਐਕਸਾਈਜ਼ ਡਿਪਾਰਟਮੈਂਟ ਹੋਵੇ, ਮਤਲਬ ਜਿਹੜਾ ਵੀ ਮਰਜ਼ੀ ਡਿਪਾਰਟਮੈਂਟ ਹੋਵੇ, ਜਦੋਂ ਉਹ ਸਮਰਥ ਹੋ ਜਾਂਦਾ ਹੈ ਵਸੂਲੀ ਕਰਨ ਤੋਂ, ਤਾਂ ਉਹਦੀ ਜਿਹੜੀ ਰਿਕਵਰੀ ਹੈ, ਤੁਸੀਂ ਆਪਾਂ ਰੋਜ਼ ਦੇਖਦੇ ਹਾਂ, ਤੁਸੀਂ ਪ੍ਰੈਕਟੀਕਲੀ ਤੌਰ ਤੇ ਕੰਮ ਕਰਦੇ ਹੋ, ਤੁਹਾਡੇ ਕੋਲ ਡੇਲੀ ਵਾਰੰਟ ਰਿਕਵਰੀ ਵਾਰੰਟ ਆਉਂਦੇ ਨੇ, ਅਲੱਗ-ਅਲੱਗ ਅਦਾਰਿਆਂ ਦੇ ਵਾਰੰਟ ਆਉਂਦੇ। ਤੁਸੀਂ ਕਦੇ ਖੋਲ ਕੇ ਕੋਈ ਮਾਰਕੀਟਿੰਗ ਡਿਪਾਰਟਮੈਂਟ ਦਾ, ਮਾਰਕੀਟ ਕਮੇਟੀ ਦਾ ਵਾਰੰਟ ਆ ਜਾਂਦਾ ਹੈ ਜੀ, ਕਦੇ ਕੋਈ ਕਿਸੇ ਡਿਪਾਰਟਮੈਂਟ ਦਾ, ਕਦੇ ਕਿਸੇ ਡਿਪਾਰਟਮੈਂਟ ਦਾ, ਵੱਖ-ਵੱਖ ਡਿਪਾਰਟਮੈਂਟ, ਮਤਲਬ ਕਿ ਇਹ ਕਹਿ ਲਈਏ ਤੁਸੀਂ ਤੁਹਾਡੇ ਦੇ ਉੱਪਰ ਬਹੁਤ ਸਾਰੇ ਡਿਪਾਰਟਮੈਂਟ ਬੇਸਡ ਨੇ, ਤੁਹਾਡੇ ਤੇ ਡਿਪੈਂਡ ਕਰਦੇ ਨੇ। ਇਹ ਤੁਹਾਡੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਤੁਸੀਂ ਰਿਸਪੌਂਸੀਬਲ ਹੁੰਦੇ ਜਦੋਂ ਮੀਟਿੰਗ ਅਟੈਂਡ ਕਰਦੇ ਹੋ ਕਲੈਕਟਰ ਦੀ, ਇਸੇ ਐਕਟ ਦੇ ਤਹਿਤ ਤੁਸੀਂ ਕਰੋੜਾਂ ਰੁਪਏ ਦੀ ਜਿਹੜੀ ਵਸੂਲੀ ਹੁੰਦੀ ਹੈ ਰੈਵਨਿਊ ਆਫਿਸਰ ਵੱਲ ਖੜੀ ਹੁੰਦੀ ਹੈ। ਵਸੂਲੀ ਚਾਹੇ ਕਿਸੇ ਡਿਪਾਰਟਮੈਂਟ ਦੀ ਹੋਵੇ, ਪਰ ਜਦੋਂ ਤੁਸੀਂ ਮੀਟਿੰਗ ਬੈਠੇ ਹੁੰਦੇ ਹੋ, ਉਹ ਵਸੂਲੀ ਤੁਹਾਡੇ ਵੱਲ ਖੜੀ ਹੁੰਦੀ ਹੈ ਤੇ ਤੁਸੀਂ ਉਹਦੀ ਰਿਕਵਰੀ ਕਰਨੀ ਹੁੰਦੀ ਹੈ। ਕਿਵੇਂ ਕਰਨੀ ਹੈ? ਤੇ ਤੁਸੀਂ ਜੇਕਰ ਤੁਸੀਂ ਇਸ ਚੈਪਟਰ ਨੂੰ ਬੜੇ ਤਰੀਕੇ ਨਾਲ, ਵਧੀਆ ਢੰਗ ਤਰੀਕੇ ਦੇ ਨਾਲ ਪੜ੍ਹੋਗੇ, ਤੁਹਾਨੂੰ ਨੌਲੇਜ ਹੋਏਗੀ, ਪਰ ਫਿਰ ਤੁਹਾਨੂੰ ਕੋਰਟਾਂ ਦੇ, ਤੁਹਾਨੂੰ ਆਪਣੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਵਧੀਆ ਰਿਕਾਰਡ ਦੇ ਨਾਲ ਤੁਸੀਂ ਬੈਠੋਗੇ, ਤੁਹਾਨੂੰ ਮਤਲਬ ਮਿਊਸ ਹੋ ਕੇ ਜਾਂ ਨੀਵੀਂ ਪਾ ਕੇ ਬੈਠਣ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਤੁਹਾਨੂੰ ਪ੍ਰੋਪਰ ਇਸ ਜਿਹੜਾ ਚੈਪਟਰ ਹੈਗਾ, ਚੈਪਟਰ ਨੰਬਰ 6 ਕਲੈਕਸ਼ਨ ਆਫ ਲੈਂਡ ਦੀ ਜਾਣਕਾਰੀ ਹੋਏਗੀ। ਤੁਹਾਡੇ ਕੋਲ ਜਿੰਨੀਆਂ ਵੀ ਸਿਵਲ ਅਦਾਲਤਾਂ ਨੇ, ਸਿਵਲ ਅਦਾਲਤਾਂ ਦੇ ਕਿੰਨੇ ਵੀ ਵਾਰੰਟ ਤੁਹਾਡੇ ਕੋਲ ਆਉਂਦੇ ਨੇ, ਲੋਕਾਂ ਦੇ ਲੈਣ ਦੇਣ ਦੇ ਝਗੜੇ ਨੇ, ਲੋਕਾਂ ਦੇ ਨੋਟ ਭਰੇ ਹੋਏ ਹੁੰਦੇ ਨੇ, ਉਹ ਨੋਟ ਦੇ ਤਹਿਤ ਡਿਗਰੀ ਹੋ ਜਾਂਦੀ ਹੈ। ਡਿਗਰੀ ਪਾਸ ਤੋਂ ਬਾਅਦ ਜਦੋਂ ਕੋਈ ਐਗਜ਼ੀਕਿਊਸ਼ਨ ਹੁੰਦੀ ਹੈ ਉਸ ਡਿਗਰੀ ਦੀ, ਮੰਨ ਲਓ ਕਿਸੇ ਦੋ ਪਾਰਟੀਆਂ ਦਾ ਝਗੜਾ ਸੀਗਾ ਲੈਣ ਦੇਣ ਦਾ, 10 ਲੱਖ ਰੁਪਏ ਦਾ, 20 ਲੱਖ ਰੁਪਏ ਦਾ ਕੋਈ ਝਗੜਾ ਸੀਗਾ, ਕੋਰਟ ਨੇ ਡਿਗਰੀ ਪਾਸ ਕਰਤੀ ਵੀ ਹਾਂ ਠੀਕ ਹੈ, ਯੂ ਆਰ ਇੰਟਾਈਟਲ ਟੂ ਗੈਟ ਦਾ ਅਮਾਉਂਟ ਫਰੋਮ ਦਾ ਬੀ ਪਾਰਟੀ, ਏ ਪਾਰਟੀ ਦੇ ਹੱਥ 'ਚ ਡਿਗਰੀ ਹੋਗੀ। ਫਿਰ ਇਹ ਬੀ ਪਾਰਟੀ ਨੇ ਪੈਸੇ ਨਹੀਂ ਦਿੱਤੇ, ਫਿਰ ਐਗਜ਼ੀਕਿਊਸ਼ਨ ਸਟਾਰਟ ਹੋ ਜਾਂਦੀ ਹੈ। ਐਗਜ਼ੀਕਿਊਸ਼ਨ ਸਟਾਰਟ ਜਦੋਂ ਹੋ ਜਾਂਦੀ ਹੈ, ਉਹ ਜਿਹੜੀ ਡਿਗਰੀ ਹੁੰਦੀ ਹੈ ਉਹਦੀ ਰਿਕਵਰੀ ਵਾਸਤੇ ਐਂਡ ਜਾ ਕੇ ਜਿਹੜਾ ਵਾਰੰਟ ਹੈ ਤੁਹਾਡੇ ਪਾਸ ਆ ਜਾਂਦਾ ਹੈ, ਇਹਦੀ ਜ਼ਮੀਨ ਤੋਂ ਰਿਕਵਰੀ ਕਰਕੇ ਦਿਓ, ਹੋਰ ਕੋਈ ਚਾਰਜ ਸਾਡੇ ਕੋਲ ਹੈ ਨਹੀਂ ਗਿਆ ਤੇ ਅਸੀਂ ਇਹਦੀ ਰਿਕਵਰੀ ਨਹੀਂ ਕਰ ਸਕਦੇ, ਤੁਸੀਂ ਲੈਂਡ ਰੈਵਨਿਊ ਐਕਟ ਦੇ ਤਹਿਤ ਵਸੂਲੀ ਕਰਕੇ ਦਿਓ। ਲੈਂਡ ਰੈਵਨਿਊ ਐਕਟ ਦੇ ਤਹਿਤ ਤੁਸੀਂ ਵਸੂਲੀ ਕਰਨੀ ਹੈ ਤਾਂ ਅਸੀਂ ਇਹੀ ਸੈਕਸ਼ਨਸ, ਆ ਜਿਹੜਾ ਚੈਪਟਰ ਹੈਗਾ, ਇਹਦੀ ਮਦਦ ਲੈਣੀ ਹੁੰਦੀ ਹੈ। ਇਸ ਕਰਕੇ ਤੁਸੀਂ ਸਾਰਿਆਂ ਨੇ ਅਫਸਰ ਬਣਨਾ ਹੈ। ਜਦੋਂ ਤੁਸੀਂ ਅਫਸਰ ਬਣਨਾ, ਤੁਹਾਨੂੰ ਪਰਮਾਤਮਾ ਨੇ ਇੱਕ ਅਹੁਦਾ ਨਹੀਂ, ਤੁਹਾਨੂੰ 4-4 5-5 ਅਹੁਦੇ ਦੇ ਨਾਲ ਨਵਾਜਣਾ ਹੈਗਾ। ਤੁਹਾਨੂੰ ਇਸ ਐਕਟ ਦੇ ਤਹਿਤ ਅਸਿਸਟੈਂਟ ਕਲੈਕਟਰ ਦੀਆਂ ਪਾਵਰਾਂ ਦਿੱਤੀਆਂ ਜਾਣੀਆਂ ਨੇ, ਤੁਹਾਨੂੰ CRPC IPC ਦੇ ਤਹਿਤ ਜਿਹੜੀਆਂ ਕਿ ਪੈਕਟ ਪ੍ਰਿਜ਼ਨ ਹੈਗੀ IPC ਦੇ ਤਹਿਤ, ਤੁਹਾਨੂੰ ਨੈਫਸੀਦਾਰ ਨੂੰ, ਤਹਿਸੀਲਦਾਰ ਨੂੰ, ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨੇ। ਤੁਹਾਨੂੰ ਲੈਂਡ ਰੈਵਨਿਊ ਐਕਟ ਦੇ ਤਹਿਤ ਅਸਿਸਟੈਂਟ ਕਲੈਕਟਰ ਦੀਆਂ ਮੈਰਿਜ ਐਕਟ ਹੈਗਾ, ਉਹਦੇ ਚ ਰਜਿਸਟਰਾਰ ਦੀਆਂ ਪਾਵਰਾਂ ਦਿੱਤੀਆਂ, ਰਜਿਸਟਰਾਰ ਆਫ ਮੈਰਿਜ ਦੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਜੋ ਤੁਸੀਂ ਰਜਿਸਟਰੀਆਂ ਕਰਦੇ ਆ, ਤੁਸੀਂ ਜੁਆਇੰਟ ਸਬ ਰਜਿਸਟਰਾਰ ਹੁੰਦੇ ਹੋ ਜਾਂ ਸਬ ਰਜਿਸਟਰਾਰ ਹੁੰਦੇ ਹੋ, ਮਤਲਬ ਤੁਸੀਂ ਇਹ ਕਹੋ ਵੀ ਤੁਹਾਨੂੰ ਪਰਮਾਤਮਾ ਵੱਲੋਂ ਬਹੁਤ ਇੱਕ ਸ਼ਕਤੀ ਨਹੀਂ, 5-5 ਪੋਸਟਾਂ 6-6 ਪੋਸਟਾਂ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਤੁਹਾਨੂੰ ਆਪਣੇ ਕੰਮ ਦੀ ਸੰਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਲੋਕ ਸੇਵਾ ਕਰਨੀ ਹੁੰਦੀ ਹੈ, ਜੇਕਰ ਸਾਨੂੰ ਆਪਣੇ ਕੰਮ ਦੀ ਜਾਣਕਾਰੀ ਤਾਂ ਅਸੀਂ ਪਰਮਾਤਮਾ ਨੇ ਸਾਨੂੰ ਕੁਰਸੀ ਦਿੱਤੀ ਹੈ, ਬਖਸ਼ਣੀ ਹੈ, ਤੇ ਅਸੀਂ ਕੰਮ ਕਿਵੇਂ ਲੋਕਾਂ ਦੇ ਕਰਨੇ ਹੈਗੇ, ਇਹ ਕੰਮ ਅਸੀਂ ਤਦ ਹੀ ਸਫਲਤਾਪੂਰਵਕ ਆਪਣੀ ਡਿਊਟੀ ਨਿਭਾ ਸਕਦੇ ਹਾਂ ਜੇ ਸਾਨੂੰ ਪ੍ਰੋਪਰ ਸਾਡੇ ਕੰਮ ਸੰਬੰਧੀ ਜਾਣਕਾਰੀ ਹੋਵੇਗੀ। ਅੱਜ ਅਸੀਂ ਡਿਸਕਸ ਕਰਾਂਗੇ ਰਿਕਵਰੀ ਆਫ ਕਲੈਕਸ਼ਨ ਆਫ ਲੈਂਡ ਰੈਵਨਿਊ। ਇਹ ਕਿਵੇਂ ਹੈ ਜੀ? ਸੈਕਸ਼ਨ 61 ਕੀ ਕਹਿੰਦਾ ਜੀ? ਸਿਕਿਉਰਿਟੀ ਆਫ ਪੇਮੈਂਟ ਆਫ ਲੈਂਡ ਰੈਵਨਿਊ। ਇਨ ਕੇਸ ਆਫ ਐਵਰੀ ਸਟੇਟ, ਜਿਹੜੇ ਲੈਂਡ ਓਨਰ ਨੇ ਉਹ ਲਾਇਬਲ ਨੇ ਜੀ ਸਰਕਾਰ ਨੂੰ ਮਾਮਲਾ ਅਦਾ ਕਰਨ ਦੇ। ਹਰ ਸਟੇਟ ਦੇ ਵਿੱਚ ਜਿਹੜੇ ਲੈਂਡ ਓਨਰ ਨੇ, ਜਿਹੜੇ ਸ਼ੇਅਰ ਹੋਲਡਰ ਨੇ, ਉਹ ਸਰਕਾਰ ਨੂੰ ਮਾਮਲਾ ਅਦਾ ਕਰਨ ਦੇ ਲਾਇਬਲ ਨੇ। ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਸਰਕਾਰ ਨੂੰ ਮਾਮਲਾ ਅਦਾ ਕਰਨ। ਫਿਰ ਕੀ ਹੈ, ਕੁਝ ਜ਼ਮੀਨਾਂ ਨੇ ਜਿਹੜੀਆਂ ਨੋਟੀਫਿਕੇਸ਼ਨ ਸਰਕਾਰ ਕਰ ਦਿੰਦੀ ਹੈ ਵੀ ਇਹਨਾਂ ਪਾਰਟਿਕੂਲਰ ਲੈਂਡ ਨੂੰ ਜਿਹੜਾ ਹੈਗਾ, ਸੈਕਸ਼ਨ 61 ਦੀ ਜਿਹੜੀ ਪ੍ਰੋਵੀਜ਼ੋ ਇਹ ਹੈਗੀ ਹੈ, ਇਹਦੇ ਚ ਕੀ ਕਿਹਾ ਹੈ, ਕੁਝ ਪਾਰਟਿਕੂਲਰ ਲੈਂਡ ਨੇ ਜਿਨ੍ਹਾਂ ਦੇ ਉੱਪਰ ਐਗਜ਼ੈਂਪਸ਼ਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਇਹ ਪਾਰਟਿਕੂਲਰ ਲੈਂਡ ਦੇ ਉੱਪਰ ਜਿਹੜਾ ਮਾਮਲਾ ਨਹੀਂ ਲਿਆ ਜਾਣਾ। ਉਹ ਸਰਕਾਰ ਵੱਲੋਂ ਰੂਲ ਸਮੇਂ-ਸਮੇਂ ਤੇ ਬਣਾਏ ਜਾਂਦੇ ਨੇ, ਜਿਵੇਂ ਕਿ ਆਪਾਂ ਰੈਡ ਲਾਈਨ ਦੇ ਅੰਦਰ ਪ੍ਰਾਪਰਟੀ ਪੈਂਦੀ ਹੈ, ਜਾਂ ਕੋਈ ਹੋਰ ਵੀ ਜ਼ਮੀਨਾਂ ਹੋ ਸਕਦੀਆਂ, ਡੇਰਿਆਂ ਦੀਆਂ ਜ਼ਮੀਨਾਂ ਹੋ ਸਕਦੀਆਂ ਨੇ। ਕੁਝ ਡੇਰਿਆਂ ਦੀ ਜ਼ਮੀਨਾਂ ਤੋਂ ਸਰਕਾਰ ਮਾਮਲਾ ਲੈਂਦੀ ਹੈ, ਕੁਝ ਤੋਂ ਨਹੀਂ ਲੈਂਦੀ ਹੈਗੀ। ਇਸ ਤਰ੍ਹਾਂ ਸਰਕਾਰ ਵੱਲੋਂ ਜਿਹੜੇ ਸਮੇਂ-ਸਮੇਂ ਤੇ ਰੂਲਸ ਬਣਾਏ ਜਾਂਦੇ ਨੇ, ਉਹਦੇ ਤਹਿਤ ਤੁਸੀਂ ਉਹ ਕੁਝ ਜ਼ਮੀਨਾਂ ਨੂੰ ਐਗਜ਼ੈਂਪਸ਼ਨ ਵੀ ਮਿਲ ਜਾਂਦੀ ਹੈ। ਤੀਸਰਾ ਜਿਹੜਾ B ਪੁਆਇੰਟ ਹੈ ਪ੍ਰੋਵੀਜ਼ੋ ਦਾ, B ਪੁਆਇੰਟ ਕੀ ਹੈ ਜੀ? ਸੁਪੀਰੀਅਰ ਲੈਂਡ ਓਨਰ ਤੇ ਇਨਫੀਰੀਅਰ ਲੈਂਡ ਓਨਰ। ਇਹ ਵੀ FCR ਵੱਲੋਂ ਕਿਹਾ ਆਪਦਾ ਰੂਲ ਬਣਾਇਆ ਜਾ ਸਕਦਾ ਹੈ ਕਿ ਜਿਹੜਾ ਮਾਮਲਾ ਤੁਸੀਂ ਲੈਣਾ ਹੈ, ਇਹ ਸੁਪੀਰੀਅਰ ਲੈਂਡ ਓਨਰ ਤੋਂ ਲੈਣਾ ਹੈ ਜਾਂ ਇਨਫੀਰੀਅਰ ਲੈਂਡ ਓਨਰ ਤੋਂ ਲੈਣਾ ਹੈ, ਜਾਂ ਦੋਨਾਂ ਤੋਂ ਲੈਣਾ ਹੈ, ਜਾਂ ਪ੍ਰੋਪੋਰਸ਼ਨਲੀ ਲੈਣਾ ਹੈ, ਕਿਸ ਤੋਂ 50% ਲੈਣਾ ਹੈ, ਜਾਂ ਕਿ ਇੱਕ ਪਾਰਟੀ ਤੋਂ 70% ਲੈਣਾ ਹੈ, ਦੂਜਿਆਂ ਤੋਂ 30% ਲੈਣਾ ਹੈ। ਇਹਦੇ ਵੀ ਜੋ ਰੂਲਸ ਬਣਾਏ ਜਾਂਦੇ ਨੇ ਉਹ ਸਰਕਾਰ ਵੱਲੋਂ ਉਹਦੇ ਮੁਤਾਬਕ ਸਾਨੂੰ ਕੰਮ ਕਰਨਾ ਪੈਂਦਾ ਹੈ।
फिर सरकार को नोटिफिकेशन जारी किया जाता है, नोटिफिकेशन सिंगल स्टेट, एनी क्लास ऑफ स्टेट, सिंगल स्टेट और एनी क्लास ऑफ स्टेट भी किसी पर्टिकुलर जमीन पिंड तो कितना मामला लेना है या कुछ पिंडों के ग्रुप तो कितना मामला लेना है, ये सरकार वालों नोटिफिकेशन जारी किया जाएगा। फर्दर सिक्योरिटी की है जी, फर्दर सिक्योरिटी सैक्शन 62 इंपॉर्टेंट हैगा। मान लो बंदा डिफाल्टर है लैंड रेवन्यू के संबंध में, उन्हें मामला अदा नहीं किया ਜਾਂ उसने किसी कारण वो डिफाल्टर हैगा, ਜਿਹੜਾ फस्ट चार्ज हैगा, फस्ट चार्ज वो लैंड रेवन्यू का हैगा। सपोज कर लो वो जमीन किसी सिविल कोर्ट ने आके अटैच कर ली, सिविल कोर्ट के किसी बंद नहीं किसी की जमीन अटैच होगी, ਜਿਹੜਾ ਉਹਦਾ ਪ੍ਰੋਡਿਊਸ ਹੈ ਸਿਵਲ ਕੋਰਟ ਕਹਿੰਦੇ ਵੀ ਸਾਰਾ ਜਿਹੜਾ ਪ੍ਰੋਡਿਊਸ ਹੈ ਜਿੰਨਾ ਵੀ ਇਹਦੀ ਫਸਲ ਹੈ ਅਨਕਟ ਫਸਲ ਹੈ ਇਹਨੂੰ ਵੇਚ ਕੇ ਸਾਨੂੰ ਸਰਕਾਰ ਦੇ ਜਿਹੜੇ ਸਿਵਲ ਕੋਰਟ ਦੇ ਪੈਸੇ ਪੂਰੇ ਕੀਤੇ ਜਾਣਗੇ। ਉਹ ਜਿਹੜੇ ਸਿਵਲ ਕੋਰਟ ਦੇ ਪੈਸੇ ਨੇ ਉਹ ਕਿਸੇ ਵੀ ਕੇਸ ਦੇ ਵਿੱਚ ਹੋ ਸਕਦੇ ਨੇ, ਪਾਰਟਿਕੂਲਰ ਕੇਸ ਹੋ ਸਕਦੇ ਨੇ, ਪਰ ਇਦਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਕਲੈਕਟਰ ਤੋਂ ਪਰਮਿਸ਼ਨ ਲਈ ਜਾਣੀ ਜ਼ਰੂਰੀ ਹੁੰਦੀ ਹੈ। ਜੇ ਕੋਈ ਕਲੈਕਟਰ ਪਰਮਿਸ਼ਨ ਦੇਗਾ, ਬੇਸ਼ੱਕ ਸਿਵਲ ਕੋਰਟ ਨੇ ਸਾਨੂੰ ਕੋਈ ਫੰਡ ਭੇਜਿਆ ਹੋਵੇ ਇਹਦੀ ਰਿਕਵਰੀ ਕਰਕੇ ਦਿਓ, ਇਹਦੀ ਫਸਲ ਵੱਢ ਕੇ ਇਹਦੀ ਕੱਟ ਕੇ ਜੋ ਵੀ ਹੈਗਾ ਜਿਹੜਾ ਪੈਸਾ ਹੈਗਾ ਇਹ ਖਜ਼ਾਨੇ ਇੱਧਰ ਜਮ੍ਹਾਂ ਕਰਾਓ, ਸਿਵਲ ਕੋਰਟ ਨੂੰ ਦਿਓ, ਪਰ ਇਹਦੀ ਪਰਮਿਸ਼ਨ ਲਈ ਜਿਹੜੀ ਸਿਵਲ ਕਲੈਕਟਰ ਤੋਂ, ਕਲੈਕਟਰ ਦੇਖੇਗਾ ਪਹਿਲਾਂ ਵੀ ਇਹਦੇ ਵੱਲ ਕੋਈ ਫਰਦਰ ਲੈਂਡ ਰੈਵਨਿਊ ਐਕਟ ਦੇ ਤਹਿਤ ਕੋਈ ਬਕਾਇਆ ਤਾਂ ਨਹੀਂ ਹੈਗਾ। ਜੇਕਰ ਲੈਂਡ ਰੈਵਨਿਊ ਐਕਟ ਦੇ ਤਹਿਤ ਬਕਾਇਆ ਕੋਈ ਹੈਗਾ ਤਾਂ ਪਹਿਲਾਂ ਉਹਦੀ ਰਿਕਵਰੀ ਕੀਤੀ ਜਾਵੇਗੀ, ਫਰਦਰ ਉਹਦੇ ਤੋਂ ਬਚੀ ਹੀ ਜਿਹੜੀ ਅਮਾਉਂਟ ਹੈਗੀ ਆ ਉਹ ਹੀ ਅਸੀਂ ਸਿਵਲ ਕੋਰਟ ਕੋਲ ਭੇਜ ਸਕਦੇ ਹਾਂ। ਇਹਨੂੰ ਅਸੀਂ ਫਸਟ ਸਿਕਿਉਰਿਟੀ ਕਹਿੰਦੇ ਆ। ਸੈਕਸ਼ਨ 2 ਦੇ ਤਹਿਤ ਸਬ ਸੈਕਸ਼ਨ 2 ਦੇ ਵਿੱਚ ਅਸੀਂ ਕਲੈਕਟਰ ਤੋਂ ਇਹਦੀ ਪਰਮਿਸ਼ਨ ਲੈਂਦੇ ਹਾਂ। ਠੀਕ ਹੈ ਜੀ, ਕਲੀਅਰ ਹੈ। ਅੱਗੇ ਸੈਕਸ਼ਨ 63 ਹੈਗੀ ਆਰਡਰ ਟੂ ਰੈਗੂਲੇਟ ਪੇਮੈਂਟ ਆਫ ਦ ਲੈਂਡ ਰੈਵਨਿਊ। ਫਾਈਨੈਂਸ਼ੀਅਲ ਕਮਿਸ਼ਨ ਜੇ ਚਾਹੇ ਤਾਂ ਨੰਬਰ ਇਹਦੀ ਲਮਸਮ ਈਅਰ ਟੂ ਈਅਰ ਦੀ ਵਸੂਲੀ ਕੀਤੀ ਜਾ ਸਕਦੀ ਹੈ ਤੇ ਜਾਂ ਇਹਦੀਆਂ ਇੰਸਟਾਲਮੈਂਟ ਵੀ ਬਣਾਈਆਂ ਜਾ ਸਕਦੀਆਂ। ਜਿਵੇਂ ਕਿ ਆਪਾਂ ਜਨਰਲ ਤੌਰ ਤੇ ਆਪਾਂ ਦੇਖਦੇ ਆ ਰਹੇ ਹਾਂ ਵੀ ਸੋਹਣੀ ਤੇ ਹਾੜੀ 2 ਇੰਸਟਾਲਮੈਂਟਸ ਦੀਆਂ ਲੈਂਡ ਰੈਵਨਿਊ ਦੀਆਂ ਹੁੰਦੀਆਂ ਸੀਗੀਆਂ, ਹੁਣ ਰਿਕਵਰੀ ਬੰਦ ਹੋ ਚੁੱਕੀ ਹੈ। 2 ਇੰਸਟਾਲਮੈਂਟ ਦੇ ਵਿੱਚ ਇਹ ਵਸੂਲੀ ਅਸੀਂ ਕਰਦੇ ਸੀ। ਇਹ ਸੈਕਸ਼ਨ 63 ਦੇ ਤਹਿਤ ਇਹਦੀ ਲਮਸਮ ਵੀ ਹੋ ਸਕਦੀ ਹੈ, ਇਹਦੀਆਂ ਇੰਸਟਾਲਮੈਂਟ ਵੀ ਹੋ ਸਕਦੀਆਂ। भी इंस्टॉलमेंट की गल की है भी जो तक FCR वालों कोई नवा ऑर्डर नहीं पास किया जाता तो जी रिकवरी है इंस्टॉलमेंट होगी। सैक्शन 64 की कहते हैं जी, रूल्स टू रेगुलेट कलैक्शन रिमिशन एंड सस्पेंशन लैंड रेवन्यू। FCR वालों समय समय ते रूल बनाए जाते हैं भी मामले की जी हैगी है वो कलैक्शन किमें करनी है, जे किसी मामला माफ करना है तो कदों करना है, किन्ना व्यक्ति मामला माफ करना है, जे सस्पेंड करना है फॉर द टाइम बिंग। रिमिशन देखो, रिमिशन का मतलब यही हो गया भी पर्टिकुलर माफ कर देना, बिल्कुल खत्म कर देना। सस्पेंशन ये है भी कितने फ्लड आ गया, लोग जमीन नूं वाहन तो विजन तो असमर्थ हो गए, सरकार ऑर्डर कर सकती है, FCR ऑर्डर कर सकता है 2 साल के लिए मामला माफ किया जाता है। ठीक है जी, ये रिमिशन होगी। ये सरकार वालों समय समय ते जिहड़े हैगे ने मतलब कि रूल्स बनाए जाते हैं, यानी कि ये भी कहा गया भी 5 एकड़ तो घट जो मामला माफ होएगा पर इहदे संबंध चालू नूं रिटर्न भर के देनी होएगी। जिहड़ा किसी असाइनी नूं मामला असाइन किया जाता है, किसी भी असाइनी नूं मामला असाइन किया जाता है, उसकी कलैक्शन जिहड़ी हुंदी है नंबरदार राहीं की जाती है। नंबरदार जो कलैक्शन करके वसल बाकी निवीस को आंदा पटवारी हल्का के राही अर्ज साल कटवा के पटवारी हल्का वालों अर्ज साल तैयार करके दी जाती है नंबरदार नूं। रिकवरी उपरंत अर्ज साल लैके जो नंबरदार जाता वसल बाकी निवीस को जिन्होंने आप WBN भी कह दें ਉਹਦੇ ਕੋਲੇ ਜਦੋਂ अर्ज साल लैके जाता है तो जे उस पिंड के एरिए के विचों कुछ रकबा असाइन किया जाता है तो वसल बाकी निवीस उन्ना पैसा उन्होंने कट के ਉਹਦੇ ਵਿੱਚੋਂ फॉर द परपस टू गिव द असाइनी वो जी रकम है असाइनी नूं देण दी खातर उन्होंने लैंड नूं डिडक्ट करके कट के ते बाकी रकम का जो चलान फॉर्म है बना के उस नंबरदार नूं देगा जाके खजाने जमा कराओ। ठीक है जी, जे कोई असाइनी जे किसी असाइनी का कोई मामला बकाया रह गया,
ਕਿਸੇ ਕਾਰਨ ਉਹਨੂੰ ਅਦਾ ਨਹੀਂ ਹੋਇਆ ਤਾਂ ਕੋਈ ਸਰਕਾਰ ਦੇ ਖਿਲਾਫ ਉਹ ਸੂਟ ਫਾਈਲ ਨਹੀਂ ਕਰ ਸਕਦਾ। ਨੈਕਸਟ ਸੈਕਸ਼ਨ 65 ਆ ਜਾਂਦਾ ਜੀ, ਕਾਸਟ ਰਿਕਵਰੇਬਲ ਐਜ਼ ਪਾਰਟ ਆਫ ਦਾ ਏਰੀਅਰਸ। ਜੇ ਕੋਈ ਕੇਸ ਦੇ ਵਿੱਚ ਕੋਈ ਕਾਸਟ ਪੈ ਜਾਂਦੀ ਹੈ, ਕਿਸੇ ਵਿਅਕਤੀ ਨੂੰ ਕੋਈ ਕੇਸ ਚੱਲਦਾ ਰੈਵਨਿਊ ਕੋਰਟ ਦੇ ਵਿੱਚ, ਤਾਂ ਉਸ ਨੂੰ ਉਸ ਕਾਸਟ ਨੂੰ ਵੀ ਏਰੀਅਰ ਆਫ ਰਿਕਵਰੀ ਆਫ ਲੈਂਡ ਰੈਵਨਿਊ ਦੇ ਤਹਿਤ ਵਸੂਲੀ ਕੀਤੀ ਜਾ ਸਕਦੀ ਹੈ। ਇਸੇ ਚੈਪਟਰ ਦੇ ਤਹਿਤ ਵਸੂਲੀ ਕੀਤੀ ਜਾ ਸਕਦੀ ਹੈ ਕਾਸਟ ਨੂੰ। ਦੋ ਪਾਰਟੀ ਦਾ ਕੇਸ ਚੱਲਦਾ ਸੀਗਾ, ਰੈਵਨਿਊ ਆਫਿਸਰ ਨੇ ਕਾਸਟ ਪਾ ਦਿੱਤੀ, ਰੈਵਨਿਊ ਆਫਿਸਰ ਨੇ ਉਸ ਇੱਕ ਪਾਰਟੀ ਨੂੰ ਕਾਸਟ ਪਾ ਦਿੱਤੀ, ਉਹ ਪਾਰਟੀ ਜਿਹੜੀ ਰਿਕਵਰੀ ਨਹੀਂ ਭਰਦੀ, ਉਹ ਕਾਸਟ ਨੂੰ ਨਹੀਂ ਭਰਦੀ, ਮਤਲਬ ਕਿ ਕਾਸਟ ਦੇ ਵਿੱਚ ਕੁਝ ਵੀ ਹੋ ਸਕਦਾ, ਵਕੀਲ ਦਾ ਖਰਚਾ ਵੀ ਹੋ ਸਕਦਾ ਹੈ, ਹੋਰ ਵੀ ਖਰਚੇ ਹੋ ਸਕਦੇ, ਆਉਣ ਜਾਣ ਦਾ ਖਰਚਾ ਵੀ ਹੋ ਸਕਦਾ ਹੈ, ਉਹਦੇ ਬਾਰ-ਬਾਰ ਕਿਰਾਏ ਦਾ ਖਰਚਾ ਵੀ ਹੋ ਸਕਦਾ। ਸਰਕਾਰ ਜੋ ਵੀ ਰੈਵਨਿਊ ਆਫਿਸਰ ਲੱਗਦਾ ਹੈ ਉਹ ਕਾਸਟ ਪਾ ਸਕਦਾ ਹੈ। ਤੇ ਕਾਸਟ ਹੈ ਜੇ ਕੋਈ ਬੰਦਾ ਨਹੀਂ ਭਰਦਾ ਤਾਂ ਜਿਹੜੀ ਉਹ ਕਾਸਟ ਹੈ ਇਸ ਐਕਟ ਦੇ ਤਹਿਤ, ਇਸ ਚੈਪਟਰ ਦੇ ਤਹਿਤ ਅਸੀਂ ਵਸੂਲ ਕਰ ਸਕਦੇ ਹਾਂ ਉਸ ਵਿਅਕਤੀ ਤੋਂ। ਜੇ ਕਿਸੇ ਵਿਅਕਤੀ ਵੱਲ ਕੋਈ ਏਰੀਅਰ ਬਕਾਇਆ ਖੜਾ ਹੈ ਤਾਂ ਕਿੰਨਾ ਏਰੀਅਰ ਬਕਾਇਆ ਖੜਾ ਹੈ, ਇਹਦਾ ਕੋਈ ਰਿਕਾਰਡ ਹੈ, ਉਹ ਪਟਵਾਰੀ ਹਲਕਾ ਜਿਹੜਾ ਬਣਾ ਕੇ ਦਿੰਦਾ, ਉਹ ਸਰਟੀਫਾਈਡ ਰਿਕਾਰਡ ਜੇ ਕੋਈ ਬਣਾ ਕੇ ਦਿੰਦਾ ਤਾਂ ਉਹ ਜਸਟੀਫਾਈ ਹੋਏਗਾ ਵੀ ਇਸ ਵਿਅਕਤੀ ਵੱਲ ਇੰਨੇ ਪੈਸੇ ਬਕਾਇਆ ਖੜੇ ਨੇ। ਜਿਵੇਂ ਕਿ ਨੰਬਰਦਾਰ ਅੱਗੇ ਆਪਣੇ ਪਟਵਾਰੀ ਹਲਕਾ ਨੂੰ ਜਾ ਕੇ ਰਿਪੋਰਟ ਕਰਦਾ ਵੀ ਮੈਨੂੰ 5 ਫਸਲ ਤੋਂ ਬੰਦਾ ਨੇ ਮਾਮਲਾ ਨਹੀਂ ਦਿੱਤਾ, ਉਸ ਨੰਬਰਦਾਰ ਦੀ ਜਿਹੜੀ ਰਿਪੋਰਟ ਹੈਗੀ ਆ ਉਸ ਨੂੰ ਫਰਦਰ ਫਾਰਵਰਡ ਪਟਵਾਰੀ ਹਲਕਾ ਆਪਣੇ ਕਮੈਂਟਸ ਦੇ ਕੇ ਜਦੋਂ ਕਰਦਾ ਹੈ ਤਾਂ ਉਹ ਜਸਟੀਫਾਈ ਹੈ ਦੈਟ ਇਜ਼ ਦਾ ਪਰਸਨ ਡਿਫਾਲਟਰ। ਹੁਣ ਅੱਗੇ ਅਗਲਾ ਸੈਕਸ਼ਨ 67। ਹਾਂਜੀ, ਇੱਕ ਦੱਸਿਓ ਜਦੋਂ ਬੈਂਕਸ ਵਗੈਰਾ ਦੀ ਹੋਰ ਦੀ ਰਿਕਵਰੀ ਕਰਨ ਜਾਂਦਾ ਸਾਡਾ ਡਿਪਾਰਟਮੈਂਟ, ਜਿੰਨਾ ਸਾਡੇ ਡਿਪਾਰਟਮੈਂਟ ਦਾ ਖਰਚ ਹੋਇਆ ਕੀ ਉਹ ਅਸੀਂ ਉਹ ਤੇ ਬਾਕੀਦਾਰ ਤੇ ਪਾ ਸਕਦੇ ਹਾਂ? ਕਿਹੜੇ ਐਕਟ ਦੇ ਤਹਿਤ ਵਸੂਲੀ ਕਰਨੀ ਹੈ? ਸਰਫੇਸੀ ਐਕਟ ਦੇ ਤਹਿਤ ਵਸੂਲੀ ਚੱਲ ਰਹੀ ਹੈ ਅੱਜ ਕੱਲ੍ਹ। ਇਹ ਲੈਂਡ ਰੈਵਨਿਊ ਐਕਟ ਦੇ ਤਹਿਤ ਵਸੂਲੀ ਨਹੀਂ ਹੁੰਦੀ, ਹੁਣ ਸਰਫੇਸੀ ਐਕਟ ਬਣ ਚੁੱਕਿਆ ਹੈ। ਸਰਫੇਸੀ ਐਕਟ ਦੇ ਤਹਿਤ ਵਸੂਲੀ ਕਰਦੇ ਆ ਬੈਂਕ ਵਾਲੇ। ਠੀਕ ਹੈ ਸਰ। ਹਾਂ, ਇਹ ਸੈਕਸ਼ਨ 67 ਵੈਰੀ ਇੰਪੋਰਟੈਂਟ। ਤੁਸੀਂ ਰਿਕਵਰੀ ਕਰਨੀ ਹੈ ਤਾਂ ਕਿਵੇਂ ਕਰਨੀ ਹੈ, ਇਹ ਸਾਰਾ ਪ੍ਰੋਸੈਸ ਦੱਸਿਆ ਗਿਆ ਜੀ। ਇਹ 7-8 ਪ੍ਰੋਸੈਸ ਨੇ। ਇਹ ਸੈਕਸ਼ਨ 67 ਇਹ ਤੁਸੀਂ ਪੰਜਾਬੀ ਦੀ ਬੁੱਕ ਪੜ੍ਹ ਕੇ ਦੇਖੋਗੇ ਜੇ ਇਹਦੇ ਤੁਹਾਨੂੰ ਬਹੁਤ ਕਲੀਅਰ ਹੋ ਜਾਏਗਾ। ਇਹ ਪੰਜਾਬੀ ਦੀ ਬੁੱਕ ਜੇ ਤੁਸੀਂ ਪੜ੍ਹ ਕੇ ਦੇਖੋਗੇ ਇਹਦੇ ਵਿੱਚ ਪ੍ਰੋਸੈਸ 67 ਤੋਂ ਸਟਾਰਟ ਹੁੰਦਾ ਹੈਗਾ ਵੀ ਰਿਕਵਰੀ ਕਰਨ ਦਾ ਤਰੀਕਾ ਕੀ ਹੈ। ਪੰਜਾਬੀ ਦੀ ਬੜੀ ਸਰਲ ਭਾਸ਼ਾ ਵਿੱਚ ਲਿਖਿਆ ਹੋਇਆ ਹੈ। तो इतनी पढ़ा दें। जो किसी सरकारी ਜਾਂ अर्ध सरकारी अदारे पासों किसी व्यक्ति ने कर्जा लिया होवे ते वो व्यक्ति कर्जा मोड़न ਵਿੱਚ असमर्थ ਹੋਵੇ ਤਾਂ ਅਜਿਹੇ ਕਰਜ਼ੇ ਦੇ ਬਕਾਏ ਦੀ ਰਕਮ ਜਾਂ ਮਾਮਲੇ ਦੀ ਰਕਮ ਦੇ ਬਕਾਏ ਨੂੰ ਜ਼ਿਲ੍ਹਾ ਕਲੈਕਟਰ ਪੰਜਾਬ ਲੈਂਡ ਰੈਵਨਿਊ ਐਕਟ ਦੇ ਤਹਿਤ ਏਰੀਅਰ ਆਫ ਲੈਂਡ ਰੈਵਨਿਊ ਘੋਸ਼ਿਤ ਕਰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਅਦਾਲਤਾਂ ਵੱਲੋਂ ਹੋਏ ਜੁਰਮਾਨਿਆਂ ਆਦਿ ਦੀ ਰਕਮ ਦੇ ਬਕਾਏ ਨੂੰ ਵੀ ਏਰੀਅਰ ਆਫ ਲੈਂਡ ਰੈਵਨਿਊ ਘੋਸ਼ਿਤ ਕਰ ਸਕਦਾ ਹੈ। ਮਾਲ ਅਧਿਕਾਰੀ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਧਾਰਾ 67 ਅਨੁਸਾਰ ਲੈਂਡ ਰੈਵਨਿਊ ਘੋਸ਼ਿਤ ਹੋਈ ਰਕਮ ਦੇ ਬਕਾਏ ਦੀ ਵਸੂਲੀ ਨਿਯਮਿਤ ਲਿਖਤ किसी भी एक या एक तो ਵੱਧ ਢੰਗ ਦੇ ਰਾਹੀਂ ਕਰ ਸਕਦਾ ਹੈ। ਕਿਹੜੇ ਢੰਗ ਨੇ ਜੀ? ਸੈਕਸ਼ਨ 68 ਕੀ ਗਿਆ ਹੈਗਾ ਰਿਟ ਆਫ ਡਿਮਾਂਡ, ਯਾਨੀ ਕਿ ਵਸੂਲੀ ਜਾਰੀ ਕਰ ਨੋਟਿਸ। ਸੈਕਸ਼ਨ 68 ਜੀ ਨੋਟਿਸ ਜਾਰੀ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਇਹ ਆਉਂਦੀ ਹੈ। ਸੈਕਸ਼ਨ 67 ਦੇ ਵਿੱਚ ਤਾਂ ਦੱਸੇ ਨੇ ਢੰਗ ਤਰੀਕੇ ਕਿਹੜੇ ਨੇ, ਇਹਨਾਂ ਦਾ ਵਿਸਤਾਰਪੂਰਵਕ ਵੇਰਵਾ ਅੱਗੇ ਜਾ ਕੇ ਡਿਟੇਲ ਦਿੱਤਾ ਗਿਆ ਸੈਕਸ਼ਨ 68 ਤੋਂ। ਠੀਕ ਹੈ ਜੀ, ਥੋੜਾ ਧਿਆਨ ਨਾਲ ਸਮਝੋ। ਜਦੋਂ ਸਾਨੂੰ ਕੁਐਸਚਨ ਆਉਂਦਾ ਹੈ ਅਸੀਂ ਦੇਖਣਾ ਹੈ, ਜੇ ਸਾਨੂੰ ਕੁਐਸਚਨ ਆ ਗਿਆ ਵੀ ਲੈਂਡ ਰੈਵਨਿਊ ਐਕਟ ਦੀ ਵਸੂਲੀ ਕਿਵੇਂ ਕੀਤੀ ਜਾਂਦੀ ਹੈ ਤਾਂ ਅਸੀਂ ਸੈਕਸ਼ਨ 67 ਲਿਖਣਾ ਹੈ। ਉਹ ਸਾਨੂੰ ਦੱਸੇ ਗਏ ਨੇ ਢੰਗ ਤਰੀਕੇ ਕਿਹੜੇ ਨੇ, ਕਿਹੜੇ ਢੰਗ ਦੀ ਫਰਦਰ ਪ੍ਰੋਸੀਜਰ। ਜੇ ਕਿਸੇ ਸਭ ਦਾ ਕੁਐਸਚਨ ਜਿਹੜਾ ਆਉਂਦਾ ਹੈ ਕਿਸੇ ਪਾਰਟਿਕੂਲਰ ਇੱਕ ਢੰਗ ਦੀ ਗੱਲ ਕਰਦੇ ਆ ਵੀ ਅਟੈਚਮੈਂਟ ਕਿਵੇਂ ਹੋਣੀ ਹੈ ਤਾਂ ਅਸੀਂ ਅਟੈਚਮੈਂਟ ਦੇ ਸੈਕਸ਼ਨ ਤੇ ਜਾਵਾਂਗੇ 72 ਤੇ। ਜੇਕਰ ਸਾਨੂੰ ਇਹ ਪੁੱਛੇਗਾ ਐਗਜ਼ਾਮੀਨਰ ਵੀ ਤੁਸੀਂ ਜੇ ਵਿਅਕਤੀ ਨੂੰ ਅਰੈਸਟ ਕਰਨਾ ਹੈ ਤਾਂ ਅਰੈਸਟ ਕਰਨਾ ਹੈ ਕਿਹੜੇ ਸੈਕਸ਼ਨ ਤਹਿਤ ਕਰਨਾ ਹੈ ਤੇ ਕੀ ਕਾਰਵਾਈ ਕਰਨੀ ਹੈ, ਕਿਵੇਂ ਅਡਾਪਟ ਕਰਨੀ ਹੈ, ਤਾਂ ਅਸੀਂ ਸੈਕਸ਼ਨ 69 ਤੇ ਜਾਵਾਂਗੇ। ਪਰ ਜਦੋਂ ਸਾਡੇ ਤੋਂ ਕੁਐਸਚਨ ਐਗਜ਼ਾਮੀਨਰ ਨੇ ਪੁੱਛਿਆ ਵੀ ਜਿਹੜੀ ਰਿਕਵਰੀ ਕੀਤੀ ਜਾਣੀ ਹੈ ਇਹਦੇ ਕਿਹੜੇ ਢੰਗ ਤਰੀਕੇ ਨੇ, ਜਦੋਂ ਢੰਗ ਤਰੀਕੇ ਇਕੱਲੇ ਪੁੱਛੇ ਜਾਣਗੇ ਤਾਂ ਅਸੀਂ ਸੈਕਸ਼ਨ 67 ਦੇ ਜਿਹੜੇ ਢੰਗ ਨੇ ਇਹ ਇੱਕ ਲਾਈਨ ਦੇ ਦਿੱਤੇ ਹੋਏ ਨੇ। ਜਿਵੇਂ ਦੇਖੋ ਮੈਂ ਪੜ੍ਹਨ ਲੱਗਿਆ ਫਿਰ ਪੰਜਾਬੀ ਦੀ ਕਿਤਾਬ। ਵਸੂਲੀ ਨੋਟਿਸ ਜਾਰੀ ਕਰ ਸਕਦਾ ਹੈ
ਧਾਰਾ 68 ਦੇ ਤਹਿਤ। ਬਾਕੀਦਾਰ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਸਕਦਾ ਹੈ, ਧਾਰਾ 69। ਸੀ ਪੁਆਇੰਟ ਹੈਗਾ ਬਾਕੀਦਾਰ ਦੀ ਚੱਲ ਜਾਇਦਾਦ ਖੜੀ ਫਸਲ ਨੂੰ ਵੇਚ ਸਕਦਾ ਹੈ, ਧਾਰਾ 70। ਬਾਕੀਦਾਰ ਦੀ ਜ਼ਮੀਨ ਜਿਸ ਦੇ ਉੱਪਰ ਕਰਜ਼ਾ ਹੈ ਵਸੂਲੀ ਦੇ ਮਕਸਦ ਦੇ ਨਾਲ ਕਿਸੇ ਵਿਅਕਤੀ ਨੂੰ ਉਸ ਦੀ ਜ਼ਮੀਨ ਦਾ ਕਬਜ਼ਾ ਦੇ ਸਕਦਾ ਹੈ, ਧਾਰਾ 71। ਕਰਜ਼ੇ ਵਾਲੀ ਜ਼ਮੀਨ ਕਲੈਕਟਰ ਦੀ ਮਨਜ਼ੂਰੀ ਨਾਲ ਕੁਰਕ ਕਰ ਸਕਦਾ ਹੈ, ਧਾਰਾ 72। ਜਿਹੜਾ ਕਿ ਤੁਸੀਂ ਰੋਜ਼ ਵਰਤੋਂ ਕਰਦੇ ਹੋ, ਤੁਹਾਡੇ ਕੋਲ ਡੇਲੀ ਵਾਰੰਟ ਕਬਜ਼ੇ ਆਉਂਦੇ ਨੇ, ਸੌਰੀ ਅਟੈਚਮੈਂਟ ਦੇ ਕੁਰਕੀ ਦੇ ਤੁਹਾਡੇ ਕੋਲ ਰੋਜ਼ ਵਾਰੰਟ ਆਉਂਦੇ ਨੇ ਸਿਵਲ ਕੋਰਟਾਂ ਵੱਲੋਂ। ਜ਼ਿਆਦਾਤਰ ਤੁਸੀਂ 72 ਦੇ ਤਹਿਤ ਹੀ ਤੁਸੀਂ ਉਹਦੀ ਜਿਹੜੀ ਹੈਗੀ ਹੈ ਪ੍ਰੋਪਰਟੀ ਅਟੈਚ ਕਰਦੇ ਹੋ, ਰੂਟੀਨ ਦੇ ਵਿੱਚ ਤੁਹਾਡੇ ਕੋਲ ਆਉਂਦੇ ਨੇ, ਹਰ ਰੋਜ਼ ਆਉਂਦੇ ਨੇ। ਠੀਕ ਹੈ ਜੀ। ਅੱਗੇ ਹੈਗਾ ਵਿੱਤ ਕਮਿਸ਼ਨਰ ਮਾਲ ਉਸ ਜ਼ਮੀਨ ਦੀ ਅਸੈਸਮੈਂਟ ਨੂੰ ਰੱਦ ਕਰ ਸਕਦਾ ਹੈ, ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਅਨਲਮੈਂਟ ਆਫ ਦਾ ਅਸੈਸਮੈਂਟ। ਜਦੋਂ ਕੋਈ ਰਿਕਵਰੀ ਦੇਣ ਤੋਂ ਸਮਰਥ ਹੋਵੇ ਤਾਂ ਜਦੋਂ ਅਨਲਮੈਂਟ ਹੋ ਜਾਂਦੇ ਫਿਰ ਦੁਬਾਰਾ ਉਹਦੀ ਅਸੈਸਮੈਂਟ ਕਰਦੇ ਹਾਂ ਆਪਾਂ, ਇਸੇ ਕਾਰਨ ਕਰਦੇ ਹਾਂ। ਹਾਂਜੀ ਸਰ, ਆਪਾਂ ਜਿਹੜੀ ਅਟੈਚਮੈਂਟ ਦੇ ਆਰਡਰ ਐਸਟੀਐਮ ਦੇ ਕੋਲੋਂ ਲੈਂਦੇ ਹਾਂ ਕਿਹੜੀ ਧਾਰਾ ਦੇ ਤਹਿਤ ਲੈਂਦੇ 72 ਜਿਹੜੀ ਅਟੈਚਮੈਂਟ ਆਪਾਂ ਫੀਲਡ ਸਟਾਫ ਤੋਂ ਬਣਾਉਣੀ ਉਹ ਜਿਹੜੀ ਅਟੈਚਮੈਂਟ ਹੈ, ਅਟੈਚਮੈਂਟ ਸੈਕਸ਼ਨ 72 ਦੇ ਤਹਿਤ ਕੀਤੀ ਜਾਂਦੀ ਹੈ, ਪਰ ਇਹਦੇ ਵਿੱਚ ਕੀ ਹੈ ਕਲੈਕਟਰ ਦੀ ਮਨਜ਼ੂਰੀ ਲਈ ਜਾਣੀ ਜ਼ਰੂਰੀ ਹੁੰਦੀ ਹੈ। ਐਸਡੀਐਮ ਦੇ ਕੋਲ ਕਲੈਕਟਰ ਦੀ ਪਾਵਰਸ ਹੁੰਦੀਆਂ ਨੇ ਤੇ ਐਸਡੀਐਮ ਸਾਨੂੰ ਇਸ ਐਕਟ ਦੇ ਤਹਿਤ ਪਰਮਿਸ਼ਨ ਦਿੰਦੇ ਆ। ਉਹ ਆਪਾਂ ਅੱਗੇ ਫਰਦਰ ਪੜਾਂਗੇ, ਜੋ ਡਿਟੇਲ ਚ ਅਸੀਂ ਪੜਾਂਗੇ ਨਾ ਕੱਲੇ ਸੈਕਸ਼ਨ ਬਾਰੇ। ਅੱਜ ਮੈਂ ਕੱਲਾ 67 ਨੂੰ ਪੜ ਰਿਹਾ। 67 ਸਿਰਫ ਕੱਲੇ ਢੰਗ ਤਰੀਕੇ ਦੱਸੇ ਕਿਹੜੇ ਨੇ। ਜਦੋਂ ਢੰਗ ਤਰੀਕੇ ਨੂੰ ਆਪਾਂ ਅੱਗੇ ਫਰਦਰ ਪ੍ਰੋਸੀਜਰ ਪੜਾਂਗੇ ਤਾਂ ਉਦੋਂ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਊ ਸਾਰਾ ਕੁਝ। ਠੀਕ ਹੈ ਜੀ। ਅੱਗੇ ਹੈਗਾ ਵਿੱਤ ਕਮਿਸ਼ਨਰ ਮਾਲ ਉਸ ਜ਼ਮੀਨ ਦੀ ਅਸੈਸਮੈਂਟ ਨੂੰ ਰੱਦ ਕਰ ਸਕਦਾ ਹੈ, 73 ਸੈਕਸ਼ਨ। ਕਲੈਕਟਰ ਤੇ ਕਮਿਸ਼ਨਰ ਦੀ ਮਨਜ਼ੂਰੀ ਲੈ ਕੇ, ਦੇਖੋ ਨਾ, ਕਲੈਕਟਰ ਅਤੇ ਕਮਿਸ਼ਨਰ ਦੀ ਮਨਜ਼ੂਰੀ ਲੈ ਕੇ ਕਰਜ਼ੇ ਵਾਲੀ ਜਾਇਦਾਦ ਨਿਲਾਮ ਕਰ ਸਕਦਾ ਹੈ, 75। ਇਹ ਸਾਰੇ ਕੰਮ ਕਰਨੇ ਨੇ ਰੈਵਨਿਊ ਆਫੀਸਰ ਨੇ। ਬਾਕੀਦਾਰ ਦੀ ਹੋਰ ਅਚਲ ਜਾਇਦਾਦ ਦੇ ਖਿਲਾਫ ਵੀ ਕਾਰਵਾਈ ਕਰ ਸਕਦਾ ਹੈ। ਜਦੋਂ ਮੰਨ ਲਓ ਕਿਸੇ ਦੀ ਬਾਕੀਦਾਰ ਦੀ ਜਿਹੜੀ ਜਾਇਦਾਦ ਹੈ ਉਹ ਥੋੜੀ ਸੀਗੀ, ਰਿਕਵਰੀ ਜ਼ਿਆਦਾ ਸੀਗੀ, ਠੀਕ ਹੈ, ਉਹਦੀ ਜਾਇਦਾਦ ਵੇਚ ਕੇ ਵੀ ਉਹਦੇ ਪੈਸੇ ਪੂਰੇ ਨਹੀਂ ਹੋਏ ਤਾਂ ਫਿਰ ਜਿਹੜੀ ਪ੍ਰਾਪਰਟੀ ਅਟੈਚ ਵੀ ਨਹੀਂ ਹੋਈ ਬੇਸ਼ੱਕ, ਤਾਂ ਉਹ ਜਾਇਦਾਦ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਸਕਦੇ ਹਾਂ। ਮਤਲਬ ਕਿ ਤੁਹਾਨੂੰ ਵਾਸਟ ਪਾਵਰ ਦਿੱਤੀਆਂ ਗਈਆਂ ਨੇ ਉਸ ਵੇਲੇ ਦੇ ਜ਼ਮਾਨੇ ਨੇ, ਲੈਂਡਰ ਦੀ ਰਿਕਵਰੀ ਕਿਵੇਂ ਹੋਣੀ ਹੈ, ਕਿਉਂਕਿ ਉਹੀ ਮੇਨ ਸੋਰਸ ਆਫ ਇਨਕਮ ਸੀਗਾ ਸਰਕਾਰ ਦਾ। ਇਸ ਕਰਕੇ ਇਹਦੀ ਰਿਕਵਰੀ ਦਾ ਬੜਾ ਮਤਲਬ ਕਿ ਬਹੁਤ ਸਖਤ ਜਿਹੜਾ ਤਰੀਕਾ ਅਪਣਾਇਆ ਗਿਆ ਹੈ। ਹੁਣ ਪਾਠਕਾਂ ਦੀ ਹੁਣ ਅਸੀਂ ਆਪਾਂ ਡਿਟੇਲ ਤੇ ਡਿਸਕਸ ਕਰਦੇ ਹਾਂ ਸੈਕਸ਼ਨ 68। ਠੀਕ ਹੈ ਜੀ। ਸੈਕਸ਼ਨ 68 ਨੂੰ ਅਸੀਂ ਡਿਟੇਲ ਚ ਪੜਾਂਗੇ ਵੀ ਜੇ ਨੋਟਿਸ ਜਾਰੀ ਕਰਨਾ ਹੈ ਸਭ ਤੋਂ ਪਹਿਲਾਂ, ਯਾਨੀ ਕਿ ਇਹਨੂੰ ਇੰਗਲਿਸ਼ ਚ ਆਪਾਂ ਰਿਟ ਆਫ ਡਿਮਾਂਡ ਕਹਿ ਦਿੰਦੇ ਹਾਂ। ਨੋਟਿਸ ਜਾਰੀ ਕਰੇਗਾ ਪਹਿਲਾਂ ਰੈਵਨਿਊ ਆਫੀਸਰ। ਪੰਜਾਬ ਰੈਵਨਿਊ ਐਕਟ 1887 ਦੀ ਧਾਰਾ 68 ਅਧੀਨ ਜਦੋਂ ਕਿਸੇ ਵਿਅਕਤੀ ਵੱਲ ਕਿਸੇ ਤਰ੍ਹਾਂ ਦੇ ਬਕਾਏ ਦੀ ਰਕਮ ਏਰੀਅਰ ਆਫ ਲੈਂਡ ਨੂੰ ਘੋਸ਼ਿਤ ਹੋ ਜਾਵੇ, ਏਰੀਅਰ ਮਤਲਬ ਬਕਾਇਆ, ਜੋ ਸਮੇਂ ਸਿਰ ਵਾਲਾ ਪੈਸਾ ਨਹੀਂ ਦਿੰਦਾ, ਬਕਾਇਆ ਉਦੋਂ ਹੀ ਬਣਦਾ ਹੈ, ਪਹਿਲਾਂ ਨਹੀਂ ਅਸੀਂ ਐਸਾ ਨੋਟਿਸ ਜਾਰੀ ਕਰ ਸਕਦੇ ਵਾਲੇ ਨੂੰ। ਠੀਕ ਹੈ। ਜੇ ਸਮੇਂ ਸਿਰ ਵਾਲਾ ਰਕਮ ਅਦਾ ਕਰਦਾ ਹੈ ਤਾਂ ਨੋਟਿਸ ਦਿੱਤਾ ਜਾਣਾ ਨਹੀਂ ਬੰਦਾ ਲੀਗਲੀ ਤੌਰ ਤੇ। ਜਦੋਂ ਸਮੇਂ ਦੀ ਮਿਆਦ ਨਿਕਲ ਜਾਵੇ ਤਾਂ ਹੀ ਅਸੀਂ ਨੋਟਿਸ ਦੀ, ਤੁਹਾਡੇ ਨੋਟਿਸ ਦੀ ਬਹੁਤ ਵੱਡੀ ਵੈਲਿਊ ਹੈ। ਤੁਹਾਡਾ ਨੋਟਿਸ ਵੀ ਜਾ ਕੇ ਡਾਇਰੈਕਟ ਕਿਸੇ ਕੋਰਟ ਚੈਲੰਜ ਹੋ ਸਕਦਾ ਹੈ। ਠੀਕ ਹੈ ਜੀ। ਇਸ ਕਰਕੇ ਜਿਹੜਾ ਨੋਟਿਸ ਜਾਰੀ ਕਰਨਾ ਹੈ ਇਹ ਬੜੇ ਧਿਆਨ ਨਾਲ ਜਾਰੀ ਕਰਨਾ ਹੈਗਾ। ਸਰ ਇੱਕ ਕੁਐਸਚਨ ਸੀਗਾ ਜਿਹਦੇ ਵਿੱਚ ਮੈਂ ਸੋਚਦਾ ਸੀ ਜੇ ਆਪਾਂ ਕੁਐਸਚਨ ਬਾਅਦ ਕਰੀਏ ਜ਼ਿਆਦਾ ਬੈਟਰ ਹੋਏਗਾ। ਠੀਕ ਹੈ। ਤੁਸੀਂ ਜਿਉਂ ਪੜੋਗੇ ਤੁਹਾਨੂੰ ਸਮਝ ਆ ਜਾਊਗਾ, ਹੋ ਸਕਦਾ ਤੁਹਾਡੇ ਕੁਐਸਚਨ ਆਪਣੇ ਆਪ ਹੀ ਹੱਲ ਹੋ ਜਾਵੇ ਤੇ ਫਿਰ ਮੈਂ ਤੁਹਾਨੂੰ ਟਾਈਮ ਦੇਵਾਂਗਾ। ਆਪਾਂ ਡਿਟੇਲ ਜਿਹਦੀ ਵੀ ਕਿਤੇ ਕੋਈ ਕਲੈਰੀਫਿਕੇਸ਼ਨ ਰਹਿ ਗਈ ਤਾਂ ਉਹ ਮੇਰੇ ਤੋਂ ਪੁੱਛ ਸਕਦਾ ਦੁਬਾਰਾ, ਸਾਰਿਆਂ ਨੂੰ ਪਤਾ ਚੱਲ ਜਾਏਗਾ। ਠੀਕ ਹੈ ਜੀ। ਠੀਕ ਹੈ ਸਰ। ਹਾਂ 68 ਦੇ ਵਿੱਚ ਆਪਾਂ ਕਹਿੰਦੇ ਵੀ ਰਿਟ ਆਫ ਡਿਮਾਂਡ, ਨੋਟਿਸ ਭੇਜਣਾ ਹੈ। ਨੋਟਿਸ ਭੇਜਣਾ ਸਿਰਫ ਉਦੋਂ ਭੇਜਣਾ ਹੈ ਜਦੋਂ ਤੁਹਾਡੀ ਉਹਦੀ ਜਿਹੜੀ ਮਤਲਬ ਕਿ ਰਿਕਵਰੀ ਦੇਣ ਦਾ ਜਿਹੜਾ ਸਮਾਂ ਮਿਆਦ ਹੈ ਖਤਮ ਹੋ ਜਾਵੇ। ਠੀਕ ਹੈ ਜੀ। ਅੱਗੇ ਹੈਗਾ ਸੈਕਸ਼ਨ 69, ਵੈਰੀ ਇੰਪੋਰਟੈਂਟ ਹੈ। 69 ਚ ਕੀ ਹੈ, ਤੁਸੀਂ ਬੰਦੇ ਨੂੰ ਅਰੈਸਟ ਕਰ ਸਕਦੇ ਹੋ ਜਦੋਂ ਬੰਦਾ ਡਿਫਾਲਟਰ ਹੋ ਗਿਆ। ਅਰੈਸਟ ਕਰਨ ਦੇ ਲਈ ਸੈਕਸ਼ਨ 69 ਦੇ ਲਈ ਵਾਰੰਟ ਜਾਰੀ ਕੀਤਾ ਜਾਂਦਾ ਕਲੈਕਟਰ ਵੱਲੋਂ। ਕਲੈਕਟਰ ਵੱਲੋਂ ਵਾਰੰਟ ਜਾਰੀ ਕੀਤੇ ਜਾਂਦੇ ਨੇ, ਉਹਦੇ ਤੇ ਕਲੈਕਟਰ ਦੇ ਸਾਈਨ ਹੋਏ ਹੁੰਦੇ ਨੇ ਤੇ 69 ਚ ਤੁਸੀਂ ਬੰਦੇ ਨੂੰ ਅਰੈਸਟ ਤੁਸੀਂ ਕੀ ਕਰਦੇ ਹੋ, 69 ਰਹੀ ਵਾਰੰਟ ਜਾਰੀ ਕਰਕੇ ਜਿਹੜਾ ਕੰਸਰਨਡ ਥਾਣੇ ਦਾ ਇੰਚਾਰਜ ਹੁੰਦਾ ਹੈ, ਉਸ ਏਰੀਆ ਦਾ ਇੰਚਾਰਜ ਆਫੀਸਰ ਆਫ ਦਾ ਪੁਲਿਸ, ਇੰਚਾਰਜ ਆਫ ਆਫੀਸਰ ਆਫ ਦਾ ਪੁਲਿਸ ਨੂੰ ਤੁਸੀਂ ਲਿਖ ਸਕਦੇ ਹੋ ਵੀ ਅਸੀਂ ਵਾਰੰਟ ਭੇਜੇ ਨੇ,
ਇਸ ਬੰਦੇ ਨੂੰ ਅਰੈਸਟ ਕਰਕੇ ਮੇਰੀ ਕੋਰਟ ਦੇ ਵਿੱਚ ਫਲਾਣੀ ਤਰੀਕ ਨੂੰ ਇੰਨੇ ਸਮੇਂ ਤੇ ਪੇਸ਼ ਕੀਤਾ ਜਾਵੇ। ਜਦੋਂ ਪੁਲਿਸ ਆਫੀਸਰ ਵੱਲੋਂ ਉਸ ਵਿਅਕਤੀ ਨੂੰ ਪਕੜ ਕੇ ਅਰੈਸਟ ਕਰਕੇ ਤੁਹਾਡੇ ਕੋਲ ਪੇਸ਼ ਕੀਤਾ ਜਾਂਦਾ ਹੈ, ਤੁਸੀਂ ਉਹਨੂੰ ਸੁਣ ਸਕਦੇ ਹੋ। ਸੁਣ ਕੇ ਜੇਕਰ ਤੁਹਾਨੂੰ ਲੱਗਦਾ ਵੀ ਇਹਨੇ ਰਕਮ ਅਦਾ ਨਹੀਂ ਕਰਨੀ ਤਾਂ ਤੁਸੀਂ ਉਹਨੂੰ ਸਿੱਧਾ ਡਾਇਰੈਕਟਲੀ ਤੌਰ ਤੇ ਕਲੈਕਟਰ ਕੋਲ ਵੀ ਪੇਸ਼ ਕਰ ਸਕਦੇ ਹੋ, ਜਾਂ ਫਿਰ ਤੁਸੀਂ ਉਸ ਨੂੰ ਆਪਦੇ ਪੱਧਰ ਤੇ ਵੀ 1 ਦਿਨ ਲਈ, 2 ਦਿਨ ਲਈ, 3 ਦਿਨ ਲਈ, 4 ਦਿਨ ਲਈ, 5 ਦਿਨ ਲਈ, ਮੈਕਸਿਮਮ 10 ਦਿਨ ਦੇ ਲਈ ਜੇਲ੍ਹ ਭੇਜ ਸਕਦੇ ਹੋ। ਤੁਸੀਂ ਵਾਰੰਟ ਬਣਾ ਕੇ ਜੇਲ੍ਹ ਅਧਿਕਾਰੀ ਨੂੰ, ਇੰਚਾਰਜ ਆਫ ਦਾ ਜੇਲ੍ਹ ਨੂੰ ਭੇਜ ਸਕਦੇ ਹੋ ਵੀ ਇਸ ਨੂੰ ਇੰਨੇ ਦਿਨ ਦੇ ਲਈ, 2 ਦਿਨ ਲਈ ਜਾਂ 4 ਦਿਨ ਲਈ, ਕੋਈ ਜ਼ਰੂਰੀ ਨਹੀਂ ਵੀ 10 ਦਿਨ ਲਈ ਭੇਜਣਾ ਹੋਵੇ ਅਸੀਂ, ਪਰ ਮੈਕਸਿਮਮ ਮਿਆਦ ਇੱਥੇ 10 ਦਿਨ ਦੀ ਹੈਗੀ ਹੈ। 10 ਦਿਨ ਤੋਂ ਬਾਅਦ ਅਸੀਂ ਉਸ ਨੂੰ ਜੇਲ੍ਹ ਵਿੱਚ ਨਹੀਂ ਭੇਜ ਸਕਦੇ। ਡਾਇਰੈਕਟ ਰੈਵਨਿਊ ਆਫੀਸਰ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਕਿਸੇ ਵੀ ਡਿਪਾਰਟਮੈਂਟ ਨੂੰ ਅਰੈਸਟ ਕਰਕੇ 10 ਦਿਨ ਸਮੇਂ ਤੱਕ ਜੇਲ੍ਹ ਭੇਜ ਸਕਦਾ ਹੈ। ਮੰਨ ਲਓ 10 ਦਿਨ ਦੇ ਜੇਲ੍ਹ ਦਾ ਸਮਾਂ ਨਿਕਲ ਗਿਆ, ਫਿਰ ਵੀ ਡਿਫਾਲਟਰ ਨੇ ਜਿਹੜੀ ਰਕਮ ਅਦਾ ਨਹੀਂ ਕੀਤੀ, ਕੋਰਟ ਆਪਣੀ ਜਿਹੜੀ ਵਸੂਲੀ ਨਹੀਂ ਦਿੰਦਾ, ਫਿਰ ਤੁਸੀਂ ਉਸ ਨੂੰ 10 ਦਿਨਾਂ ਬਾਅਦ ਜਦੋਂ ਤੁਹਾਡੇ ਕੋਲ ਦੁਬਾਰਾ ਉਹ ਪੇਸ਼ ਕੀਤਾ ਜਾਂਦਾ ਹੈ ਪੁਲਿਸ ਆਫੀਸਰ ਵੱਲੋਂ, ਤੁਸੀਂ ਉਸ ਨੂੰ ਕਲੈਕਟਰ ਕੋਲੇ ਲੈ ਕੇ ਜਾ ਸਕਦੇ ਹੋ। ਕਲੈਕਟਰ ਜੋ ਚਾਹੇ ਉਸ ਨੂੰ ਛੱਡ ਵੀ ਸਕਦਾ ਹੈ ਉਸ ਵੇਲੇ, ਜਿਵੇਂ ਕਲੈਕਟਰ ਦੀ ਸੈਟੀਸਫੈਕਸ਼ਨ ਹੁੰਦੀ ਹੈ। ਜੇਕਰ ਚਾਹੇ ਤਾਂ ਉਸ ਨੂੰ ਹੋਰ 5 ਦਿਨ ਲਈ, 10 ਦਿਨ ਲਈ, 15 ਦਿਨ ਲਈ, 20 ਦਿਨ ਲਈ, 25 ਦਿਨ ਲਈ, ਮੈਕਸਿਮਮ 30 ਡੇਜ਼ ਲਈ ਜੇ ਕਲੈਕਟਰ ਚਾਹੇ ਤਾਂ ਉਸ ਨੂੰ ਦੁਬਾਰਾ ਜੇਲ੍ਹ ਭੇਜ ਸਕਦਾ ਹੈ। ਠੀਕ ਹੈ ਜੀ। ਜੇਕਰ ਉਹਦੀ ਫਿਰ ਵੀ ਰਿਕਵਰੀ ਨਹੀਂ ਹੁੰਦੀ ਤਾਂ ਜਿਹੜਾ ਇਹ ਹੈਗਾ, ਪਰੰਤੂ ਇੱਥੇ ਇੱਕ ਤੁਹਾਡੇ ਹੈਗੀ ਹੈ ਪ੍ਰਵਿਊ ਦਿੱਤੀ ਗਈ ਹੈ, ਪਰੰਤੂ ਜੇਕਰ ਕੋਈ ਬਾਕੀਦਾਰ ਇੱਕ ਔਰਤ ਹੋਵੇ, ਨਾਬਾਲਗ ਹੋਵੇ, ਪਾਗਲ ਹੋਵੇ ਜਾਂ ਮੂਰਖ ਹੋਵੇ, ਠੀਕ ਹੈ ਜੀ। ਕੀ ਦੱਸਿਆ, ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਜੇਕਰ ਔਰਤ ਹੋਵੇ, ਨਾਬਾਲਗ ਹੋਵੇ, ਪਾਗਲ ਹੋਵੇ ਜਾਂ ਮੂਰਖ ਹੋਵੇ, ਉਸ ਨੂੰ ਹਿਰਾਸਤ ਵਿੱਚ ਲੈ ਕੇ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ। ਨੈਕਸਟ ਸੈਕਸ਼ਨ 70 ਆ ਜਾਂਦਾ ਹੈ। ਬਾਕੀਦਾਰ ਦੀ ਚਲ ਜਾਇਦਾਦ ਖੜੀ ਫਸਲ ਨੂੰ ਵੇਚ ਸਕਦਾ ਹੈ। ਕੀ ਹੈ ਜੀ ਰੈਵਨਿਊ ਆਫਿਸਰ ਕੋਲ ਫਰਦਰ ਪਾਵਰ, ਮਤਲਬ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਆਹ ਤਰੀਕਾ ਪਹਿਲਾਂ ਬਣਾਉਣਾ ਹੈ, ਆਹ ਤਰੀਕਾ ਫੇਰ ਬਣਾਉਣਾ ਹੈ, ਆਹ ਤਰੀਕਾ ਫੇਰ ਬਣਾਉਣਾ ਹੈ, ਨਹੀਂ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅਰੈਸਟ ਕਰਨ ਵਾਲਾ ਤਰੀਕਾ ਨਾ ਅਪਣਾਇਆ ਜਾਵੇ। ਠੀਕ ਹੈ ਜੀ। ਸਾਡੇ ਲਾਜ਼ ਕਹਿੰਦੇ ਆ, ਸਾਡੇ ਰੂਲਸ ਵੀ ਕਹਿੰਦੇ ਆ, ਸਮੇਂ ਸਮੇਂ ਤੇ ਸਾਡੇ ਕੋਲ ਇੰਸਟਰਕਸ਼ਨਸ ਵੀ ਆਉਂਦੀਆਂ ਨੇ ਸਰਕਾਰ ਵੱਲੋਂ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਜਿਹੜਾ ਇਹ ਅਰੈਸਟ ਕਰਨ ਵਾਲਾ ਤਰੀਕਾ ਇਹ ਘੱਟ ਤੋਂ ਘੱਟ ਅਪਣਾਇਆ ਜਾਵੇ। ਇਸ ਕਰਕੇ ਜ਼ਿਆਦਾਤਰ ਇਹ ਹੁੰਦਾ ਵੀ ਤੁਹਾਡੇ ਨੋਟਿਸਾਂ ਤੇ ਕੰਮ ਬਣ ਜਾਂਦਾ ਹੈ। ਤੁਸੀਂ ਨੋਟਿਸ ਜਾਰੀ ਕਰਦੇ ਹੋ ਜਦੋਂ ਤੁਹਾਡੇ ਕੋਲ ਬੈਂਕਾਂ ਦੀਆਂ ਵਸੂਲੀਆਂ ਆਉਂਦੀਆਂ ਨੇ, ਤੁਸੀਂ ਨੋਟਿਸ ਜਾਰੀ ਕਰਦੇ ਹੋ ਵੀ ਤੁਹਾਡੇ ਤੋਂ ਕਬਜ਼ਾ ਲੈਣਾ ਅਸੀਂ, ਠੀਕ ਹੈ ਜੀ, ਪ੍ਰਾਪਰਟੀ ਦਾ। ਜਿਹੜੀ ਕੰਸਰਨ ਪਾਰਟੀ ਹੁੰਦੀ ਹੈ ਉਹੀ ਦੂਏ ਦਿਨ ਜਾ ਕੇ ਬੈਂਕ ਵਾਲੇ ਦੇ ਨਾਲ ਜਾ ਕੇ ਸਮਝੌਤਾ ਕਰਦੇ, 1 ਲੱਖ 2 ਲੱਖ ਰੁਪਏ ਬੈਂਕ ਦੇ ਖਾਤੇ ਜਮ੍ਹਾਂ ਕਰਾਉਂਦੇ ਤੇ ਬੈਂਕ ਵਾਲੇ ਮੁੜ ਕੇ ਤੁਹਾਡੇ ਕੋਲੇ ਆਉਂਦੇ ਨਹੀਂ ਹੈਗੇ। ਜਨਰਲ ਪ੍ਰੈਕਟਿਸ ਤੁਸੀਂ ਸਾਰੇ ਕਾਨੂੰਗੋ ਤੁਸੀਂ ਦੇਖ ਹੀ ਰਹੇ ਹੋਗੇ, ਏਦਾਂ ਹੁੰਦਾ ਹੈਗਾ। ਇਸ ਕਰਕੇ ਜਿਹੜੀ ਤੁਹਾਡੇ ਨੋਟਿਸ ਦੀ ਹੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ। ਅੱਗੇ ਸੈਕਸ਼ਨ 70 ਦਿੱਤਾ ਗਿਆ, ਇਹਦੇ ਵਿੱਚ 69 ਤੋਂ ਬਾਅਦ ਬਾਕੀਦਾਰ ਦੀ ਚਲ ਜਾਇਦਾਦ ਖੜੀ ਫਸਲ ਨੂੰ ਵੇਚ ਸਕਦਾ ਹੈ। ਇਹਦਾ ਪਾਰਟ 1 ਹੈਗਾ ਈਜ਼ੀਅਰ ਆਫ ਲੈਂਡਰ ਨੂੰ ਘੋਸ਼ਿਤ ਹੋਣ ਉਪਰੰਤ ਮਾਲ ਅਧਿਕਾਰੀ ਬਾਕੀਦਾਰ ਦੀ ਚਲ ਜਾਇਦਾਦ, ਅਣਕੱਟੀ ਫਸਲ ਜਾਂ ਇਕੱਠੀ ਕੀਤੀ ਫਸਲ ਨੂੰ ਰੋਕ ਕੇ ਵੇਚ ਸਕਦਾ ਹੈ। ਵੇਚਣ ਦਾ ਜਿਹੜਾ ਤਰੀਕਾ ਹੋਏਗਾ ਉਹ ਪੰਜਾਬ ਟੈਨੈਂਸੀ ਐਕਟ 'ਚ ਡਿਟੇਲ ਦਿੱਤਾ ਗਿਆ ਹੈ, ਉਹਦੇ ਮੁਤਾਬਕ ਹੋਏਗਾ। ਪਰ ਇਹਦੇ 'ਚ ਇੱਕ ਕੰਡੀਸ਼ਨ ਰੱਖੀ ਗਈ ਹੈ ਵੀ ਬਾਕੀਦਾਰ ਦੇ ਪਰਿਵਾਰ ਦੇ ਲਈ, ਡੰਗਰਾਂ ਦੇ ਲਈ, ਪਸ਼ੂਆਂ ਲਈ, ਬੀਜ ਚਾਰਾ ਬੀਜਣ ਦੇ ਲਈ, ਉਹਨਾਂ ਦੇ ਪਰਿਵਾਰ ਦੇ ਖਾਣ ਦੇ ਲਈ ਕਣਕ ਵਗੈਰਾ ਜੋ ਵੀ ਹੈਗਾ ਉਹ ਛੱਡਣੀ ਪਏਗੀ। ਉਹਨੀ ਛੱਡ ਕੇ ਬਾਕੀ ਜਿਹੜੀ ਫਸਲ ਹੈ ਉਹ ਵੇਚ ਕੇ ਤੁਸੀਂ ਰਿਕਵਰੀ ਦੀ ਅਮਾਉਂਟ ਨੂੰ ਪੂਰਾ ਕਰ ਸਕਦੇ ਹੋ। ਨੈਕਸਟ 71 ਆ ਜਾਂਦਾ ਹੈ ਜੀ, ਬਾਕੀਦਾਰ ਦੀ ਜ਼ਮੀਨ ਜਿਸ ਦੇ ਉੱਪਰ ਕਰਜ਼ਾ ਹੈ, ਵਸੂਲੀ ਦੇ ਮਕਸਦ ਨਾਲ ਕਿਸੇ ਵਿਅਕਤੀ ਨੂੰ ਉਸਦੀ ਜ਼ਮੀਨ ਦਾ ਕਬਜ਼ਾ ਵੀ ਤਬਦੀਲ ਕਰ ਸਕਦੇ ਹੋ। ਦੇਖੋ ਇਹ ਨਵਾਂ ਸੈਕਸ਼ਨ 71 ਹੈ, ਮਤਲਬ ਅਸੀਂ ਪ੍ਰੈਕਟੀਕਲ ਮਤਲਬ ਕਿ ਇਸ ਵੇਲੇ ਨਹੀਂ ਚੱਲਦਾ, ਕਦੇ ਹੋ ਸਕਦਾ ਪਿਛਲੇ ਜ਼ਮਾਨੇ 'ਚ ਇਹ ਚੱਲਦਾ ਹੋਵੇ। ਤੁਸੀਂ ਬਾਕੀਦਾਰ ਦੀ ਜਿਹੜੀ ਫਸਲ ਹੈ ਉਹਦਾ ਕਬਜ਼ਾ ਲੈ ਕੇ ਕਿਸੇ ਨਾਲ ਦੇ ਫਸਲ ਵਾਲੇ ਨਾਲ ਦੇ ਜ਼ਿਮੀਂਦਾਰ ਨੂੰ ਉਹਨੂੰ ਵੀ ਤੁਸੀਂ ਦੇ ਸਕਦੇ ਹੋ ਵੀ ਇਹ ਤੁਹਾਨੂੰ ਫਸਲ ਬੀਜੀ ਜਿਵੇਂ ਕਿ ਠੇਕੇ ਤੇ ਦੇ ਦਿੰਦੇ ਆ, ਸਰਕਾਰ ਵੱਲੋਂ ਠੇਕੇ ਤੇ ਜ਼ਮੀਨ ਨੂੰ ਦਿੱਤੀ ਜਾ ਸਕਦੀ ਹੈ ਵੀ ਇਹਦੀ ਜਿਹੜੀ ਰਿਕਵਰੀ ਹੈ ਇਹ ਤੂੰ ਅਦਾ ਕਰਨੀ ਹੈ। ਜਦੋਂ ਉਹਦੀ ਰਿਕਵਰੀ ਪੂਰੀ ਹੋ ਜਾਂਦੀ ਹੈ ਤਾਂ ਦੁਬਾਰਾ ਕਬਜ਼ਾ ਜਿਹੜਾ ਮਾਲਕ ਨੂੰ ਯਾਨੀ ਕਿ ਬਾਕੀਦਾਰ ਸੀਗਾ ਉਹ ਦਿੱਤਾ ਜਾ ਸਕਦਾ ਹੈ। ਇਹਦੇ ਕੀ ਤਰੀਕੇ ਬਣਾਏ ਗਏ ਨੇ, ਜਦੋਂ ਕਿਸੇ ਜ਼ਮੀਨ ਦੇ ਖਿਲਾਫ ਬਕਾਏ ਦੀ ਰਕਮ ਏਰੀਆ ਆਫ ਲੈਂਡਰ ਨੂੰ ਘੋਸ਼ਿਤ ਹੋ ਜਾਵੇ ਤਾਂ ਕਲੈਕਟਰ ਰਕਮ ਭਰਨ ਦੀ ਸ਼ਰਤ ਉੱਤੇ ਉਸ ਜ਼ਮੀਨ ਦਾ ਕਬਜ਼ਾ ਪਿੰਡ ਦੇ ਕਿਸੇ ਹੋਰ ਮਾਲਕ ਨੂੰ ਦੇ ਸਕਦਾ ਹੈ। ਇਹ ਤਬਦੀਲੀ ਕਬਜ਼ਾ ਜਾਂ ਤਾਂ ਖੇਤੀਬਾੜੀ ਸਾਲ ਦੇ ਅਖੀਰ ਤੱਕ ਜਦੋਂ ਤੱਕ ਬਾਕੀਦਾਰ ਬਕਾਏ ਦੀ ਰਕਮ ਦੂਜੇ ਮਾਲਕ ਨੂੰ ਅਦਾ ਕਰ ਦੇਵੇ, ਜਾਂ ਫਿਰ ਤਬਦੀਲੀ ਕਬਜ਼ੇ ਤੋਂ ਅਗਲੇ 15 ਸਾਲ ਤੱਕ ਵੀ ਹੋ ਸਕਦੀ ਹੈ ਜੋ ਕਲੈਕਟਰ ਯੋਗ ਸਮਝੇ। ਠੀਕ ਹੈ ਜੀ। ਤੀਸਰਾ ਪੁਆਇੰਟ ਕੀ ਹੈ, ਕਲੈਕਟਰ ਇਸ ਤਬਦੀਲੀ ਕਬਜ਼ੇ ਦੀ ਰਿਪੋਰਟ FCR ਨੂੰ ਭੇਜੇਗਾ। ਵਿੱਤੀ ਕਮਿਸ਼ਨ ਮਾਲ ਕਲੈਕਟਰ ਦੇ ਹੁਕਮ ਨੂੰ ਰੱਦ ਵੀ ਕਰ ਸਕਦਾ ਹੈ
ਤਬਦੀਲ ਕਰ ਸਕਦਾ ਹੈ ਜਾਂ ਨਵਾਂ ਹੁਕਮ ਹੀ ਜਾਰੀ ਕਰ ਸਕਦਾ ਹੈ। ਜ਼ਰੂਰੀ ਨਹੀਂ ਹੈ ਵੀ ਤੁਸੀਂ ਇਹ ਜਿਹੜਾ ਆਰਡਰ ਕਰਤਾ ਤਾਂ ਉਹੀ ਰਹੇਗਾ। ਇਹਦੀ ਜਿਹੜੀ ਰਿਪੋਰਟ ਹੈ ਐਫਸੀਆਰ ਕੋਲ ਜਾਏਗੀ, ਐਫਸੀਆਰ ਮੋਡੀਫਾਈ ਵੀ ਕਰ ਸਕਦੇ ਹੈ, ਰੱਦ ਵੀ ਕਰ ਸਕਦੇ ਹੈ, ਕਨਫਰਮ ਵੀ ਕਰ ਸਕਦੇ ਹੈ। ਇਸ ਧਾਰਾ ਅਧੀਨ ਚੌਥਾ ਪੁਆਇੰਟ ਕੀ ਹੈ ਜੀ, ਇਸ ਧਾਰਾ ਅਧੀਨ ਤਬਦੀਲ ਕੀਤੀ ਜ਼ਮੀਨ ਦੇ ਮਾਲਕ ਵੱਲੋਂ ਸਾਂਝੇ ਤੌਰ ਤੇ ਜਾਂ ਇਕੱਲੇ ਤੌਰ ਤੇ ਕੀਤੇ ਗਏ ਕਿਸੇ ਤਰ੍ਹਾਂ ਦੇ ਇਕਰਾਰਨਾਮੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਉਹਨੇ ਕੋਈ ਐਗਰੀਮੈਂਟ ਕੀਤਾ ਹੈ, ਉਹ ਕੀਤਾ ਹੋਇਆ, ਉਹ ਐਜ਼ ਉਹਦਾ ਰਹੇਗਾ ਉਸਦੇ। ਜਾਂ ਜ਼ਮੀਨ ਸੇਲ ਕਰਨ ਦੇ ਲਈ ਰੱਖਿਆ ਹੋਇਆ ਉਸਨੇ ਐਗਰੀਮੈਂਟ ਕੀਤਾ ਹੈ, ਤੇਰੀ ਰਜਿਸਟਰੀ 3 ਮਹੀਨਿਆਂ ਨੂੰ ਕਰਵਾਵਾਂਗਾ, 6 ਮਹੀਨਿਆਂ ਨੂੰ ਕਰਵਾਵਾਂਗਾ, ਉਹਦਾ ਐਗਰੀਮੈਂਟ ਮਤਲਬ ਕਿ ਕੈਂਸਲ ਹੀ ਸਮਝਿਆ ਜਾਏਗਾ। ਉਹਦੀ ਐਕਸਟੈਂਸ਼ਨ ਤਾਂ ਹੋ ਸਕਦੀ ਹੈ ਪਰ ਕੈਂਸਲ ਹੀ ਮੰਨਿਆ ਜਾਏਗਾ ਉਸ ਨੂੰ। ਨੈਕਸਟ ਇਹਦਾ 5ਵਾਂ ਪੁਆਇੰਟ ਕੀ ਕਹਿੰਦਾ ਜੀ, ਇਸ ਐਕਟ ਅਧੀਨ ਹੱਕ ਅਤੇ ਜ਼ਿੰਮੇਵਾਰੀਆਂ ਸੰਬੰਧੀ ਜਿਸ ਵਿਅਕਤੀ ਦੇ ਨਾਂ ਜ਼ਮੀਨ ਤਬਦੀਲ ਕੀਤੀ ਗਈ ਹੈ ਉਸ ਦੀ ਉਹੀ ਪੋਜੀਸ਼ਨ ਹੋਵੇਗੀ ਜੋ ਬਾਕੀਦਾਰ ਦੀ ਹੈ। ਮਤਲਬ ਉਹਦੇ ਕੋਲ ਉਹੀ ਇੰਟਰਸਟ ਦਿੱਤੇ ਜਾਣਗੇ, ਉਹਨੂੰ ਤਬਦੀਲ ਹੋਣਗੇ ਜੋ ਬਾਕੀਦਾਰ ਦੇ ਇੰਟਰਸਟ ਨੇ ਉਸ ਲੈਂਡ ਦੇ ਰਿਗਾਰਡਿੰਗ। ਮਤਲਬ ਜੇ ਮਾਮਲਾ ਅਦਾ ਕਰਨਾ ਹੈ ਤਾਂ ਸਰਕਾਰ ਦਾ ਮਾਮਲਾ ਵੀ ਜ਼ਿਆਦਾ ਹੋਏਗਾ, ਜਿਹਦੀ ਰਿਕਵਰੀ ਵੀ ਹੋਵੇਗੀ ਨਾਲ ਨਾਲ ਵਸੂਲੀ ਜਾਏਗੀ। ਠੀਕ ਹੈ ਜੀ। ਇਹਦਾ ਅਗਲਾ 6ਵਾਂ ਪੁਆਇੰਟ ਕੀ ਹੈ, ਜੇਕਰ ਤਬਦੀਲੀ ਕਿਸੇ ਮੁਕਰਰ ਮਿਆਦ ਲਈ ਹੋਵੇ ਤਾਂ ਮਿਆਦ ਪੂਰੀ ਹੋਣ ਤੇ ਕਲੈਕਟਰ ਵੱਲੋਂ ਭਾਰ ਮੁਕਤ ਕਰਕੇ ਜ਼ਮੀਨ ਬਾਕੀਦਾਰ ਨੂੰ ਵਾਪਸ ਕੀਤੀ ਜਾਵੇਗੀ। ਸਰਕਾਰ ਜਾਂ ਜਿਸ ਵਿਅਕਤੀ ਨੇ ਕਬਜ਼ਾ ਰੱਖ ਕੇ ਕਰਜ਼ੇ ਦੀ ਰਕਮ ਅਦਾ ਕੀਤੀ ਹੋਵੇ, ਹੁਣ ਇਸ ਜ਼ਮੀਨ ਉੱਤੇ ਉਸਦਾ ਕੋਈ ਭਾਰ ਨਹੀਂ ਹੋਵੇਗਾ। ਠੀਕ ਹੈ ਜੀ। ਇਹ ਮੈਂ ਪੰਜਾਬੀ ਦੀ ਬੁੱਕ ਦੇਖ ਰਿਹਾ ਜੀ, ਤੁਸੀਂ ਇਹ ਜ਼ਿਆਦਾ ਬੈਟਰ ਹੈਗਾ, ਤੁਸੀਂ ਦੇਖ ਲੈਣਾ, ਬੜਾ ਸਮਝਣਾ ਸੌਖਾ ਹੈਗਾ। ਇਹ ਮੈਂ ਆਪਾਂ ਇੱਥੇ ਡਿਸਕਸ ਕਰਾਂਗੇ, ਕਈ ਸਾਡੇ ਕਾਨੂੰਗੋ ਸਾਹਿਬਾਨ ਕੋਲ ਤਰਜਮੇ ਵਾਲੀਆਂ ਬੁੱਕਾਂ ਹੋਣਗੀਆਂ ਜਿਹਦਾ ਪੰਜਾਬੀ 'ਚ ਤਰਜਮਾ ਕੀਤਾ ਹੋਇਆ ਇੰਗਲਿਸ਼ ਤੋਂ, ਉਹ ਮੇਰੇ ਖਿਆਲ ਹੈ ਸਮਝ 'ਚ ਬਹੁਤ ਔਖਾ ਲੱਗਦਾ ਹੈ ਕੰਮ, ਕਿਉਂਕਿ ਉਹ ਕੰਪਿਊਟਰ ਸਿਸਟਮ ਦੇ ਰਾਹੀਂ ਉਹਦੀ ਟ੍ਰਾਂਸਲੇਸ਼ਨ ਕੀਤੀ ਜਾਂਦੀ ਹੈ। ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਉਹ ਕਹਿ ਕੀ ਰਿਹਾ ਹੈ, ਫੈਕਟ ਕੀ ਹੈ, ਅਸਲ ਗੱਲ ਕੀ ਹੈ, ਤੇ ਉਹਦਾ ਮਤਲਬ ਕਿ ਇੱਦਾਂ ਹੀ ਟ੍ਰਾਂਸਲੇਸ਼ਨ ਹੋ ਜਾਂਦੀ ਹੈ, ਉਹਦੇ ਮੀਨਿੰਗ ਦੇ ਜਿਹੜਾ ਹੈਗਾ ਇਹ ਨਹੀਂ ਪਤਾ ਕੀ ਨਿਕਲਦਾ ਕੀ ਨਹੀਂ ਨਿਕਲਦਾ। ਨੈਕਸਟ ਹੈਗਾ ਜੀ ਸੈਕਸ਼ਨ 72। ਇਹ ਪ੍ਰੈਕਟੀਕਲ ਦੇ ਵਿੱਚ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਰੋਜ਼ ਵਰਤੋਂ ਕਰਦੇ ਹਾਂ। ਠੀਕ ਹੈ ਜੀ। ਸੈਕਸ਼ਨ 72 ਦੇ ਵਿੱਚ ਕੀ ਹੈ, ਪੰਜਾਬ ਜਦੋਂ ਕਿਸੇ ਜਾਇਦਾਦ ਦੇ ਖਿਲਾਫ ਬਕਾਇਦੀ ਰਕਮ ਈਜ਼ੀਅਰ ਆਫ ਲੈਂਡ ਨੂੰ ਘੋਸ਼ਿਤ ਹੋ ਜਾਵੇ ਤਾਂ ਕਲੈਕਟਰ ਕਿਸੇ ਵੀ ਸਮੇਂ ਉਸ ਜਾਇਦਾਦ ਜਾਂ ਜ਼ਮੀਨ ਨੂੰ ਕੁਰਕ ਕਰ ਸਕਦਾ ਹੈ ਅਤੇ ਆਪਣੇ ਕੰਟਰੋਲ ਵਿੱਚ ਜਾਂ ਨਿਯੁਕਤ ਕੀਤੇ ਵਿਅਕਤੀ ਨੂੰ ਕੰਟਰੋਲ ਵੀ ਦੇ ਸਕਦਾ ਹੈ। ਕਲੈਕਟਰ ਜਾਂ ਨਿਯੁਕਤ ਕੀਤਾ ਵਿਅਕਤੀ ਉਹਨਾਂ ਕੰਮਾਂ ਲਈ ਜ਼ਿੰਮੇਵਾਰ ਹੋਵੇਗਾ ਜੋ ਮਾਲਕ ਅਤੇ ਟੈਨੈਂਟ ਵਿਚਕਾਰ ਹੋਣਗੇ ਅਤੇ ਜ਼ਮੀਨ ਦਾ ਪ੍ਰਬੰਧ, ਕਿਰਾਇਆ ਅਤੇ ਮੁਨਾਫਾ ਲੈਣ ਦਾ ਹੱਕਦਾਰ ਹੋਵੇਗਾ ਜਦੋਂ ਤੱਕ ਬਾਕੀਦਾਰ ਦੀ ਬਕਾਇਆ ਰਕਮ ਪੂਰੀ ਨਾ ਹੋ ਜਾਵੇ ਅਤੇ ਬਾਕੀਦਾਰ ਨੂੰ ਕਬਜ਼ਾ ਵਾਪਸ ਨਾ ਦਿੱਤਾ ਜਾਵੇ। ਹੁਣ ਆਪਾਂ ਜਿਹੜਾ ਪ੍ਰੋਸੀਜਰ ਅਡਾਪਟ ਕਰਦੇ ਹਾਂ, ਅਸੀਂ ਸਿਰਫ ਕਾਗਜ਼ਾਂ 'ਚ ਹੀ ਕਰਦੇ ਹਾਂ, ਅਟੈਚਮੈਂਟ ਕਰਤਾ ਹੈ, ਰਿਕਾਰਡ ਤੇ ਆ ਜਾਂਦੀ ਹੈ। ਪਰ ਇਹ ਜਿਹੜਾ ਸੈਕਸ਼ਨ ਹੈ 72 ਇਹਦੇ 'ਚ ਇਹ ਵੀ ਹੈ ਵੀ ਜਿਹੜਾ ਕਬਜ਼ਾ ਹੈ ਉਹ ਵੀ ਤਬਦੀਲ ਹੋ ਜਾਂਦਾ ਹੈ। ਇਹਦਾ ਤੀਜਾ ਪਾਰਟ ਹੈ ਜੀ, ਜ਼ਮੀਨ ਦੇ ਪ੍ਰਬੰਧ ਤੋਂ ਬਾਅਦ ਮੁਨਾਫੇ ਵਿੱਚੋਂ ਜਿਹੜੀ ਰਕਮ ਬਚਤ ਹੋਵੇਗੀ ਉਹ ਬਾਕੀਦਾਰ ਦੇ ਬਕਾਇਆ ਦੀ ਰਕਮ ਵਿੱਚ ਅਦਾ ਹੋਵੇਗੀ। ਠੀਕ ਹੈ ਜੀ। ਚੌਥਾ ਪੁਆਇੰਟ ਵਿੱਚ ਕੀ ਹੈ, 5 ਸਾਲ ਤੋਂ ਵੱਧ ਸਮੇਂ ਦੇ ਲਈ ਜ਼ਮੀਨ ਨੂੰ ਇੱਕ ਬਕਾਏ ਦੇ ਲਈ ਕੁਰਕ ਨਹੀਂ ਕੀਤਾ ਜਾ ਸਕਦਾ। ਦੇਖੋ ਮੇਜਰ ਪੁਆਇੰਟ ਹੈਗਾ, ਜੇ ਕਿਸੇ ਦੀ ਪ੍ਰਾਪਰਟੀ ਨੂੰ ਅਸੀਂ ਅਟੈਚ ਕਰਦੇ ਹਾਂ, ਵੈਸੇ ਤਾਂ ਹੁਣ ਆਪਾਂ ਜਦੋਂ ਅਟੈਚ ਕਰਦਾ ਨੇ ਇਹ ਨਹੀਂ ਪਤਾ ਕਿੰਨੇ ਸਮੇਂ ਲਈ ਚੱਲੀ ਜਾਂਦੀ ਹੈ, ਕੋਈ ਧਿਆਨ ਨਹੀਂ ਹੁੰਦਾ ਰਹਿੰਦਾ। ਠੀਕ ਹੈ ਜੀ। ਪਰ ਐਕਟ ਦੇ ਵਿੱਚ ਪ੍ਰੋਵੀਜ਼ਨ ਇਹ ਹੈਗੀ ਹੈ ਕਿ 5 ਸਾਲ ਤੋਂ ਵੱਧ ਸਮੇਂ ਲਈ ਜ਼ਮੀਨ ਨੂੰ ਇੱਕ ਬਕਾਏ ਦੇ ਲਈ, ਕਿਸੇ ਪਾਰਟਿਕੂਲਰ ਇੱਕ ਬਕਾਏ ਲਈ ਕੁਰਕ ਨਹੀਂ ਕੀਤਾ ਜਾ ਸਕਦਾ। ਜੇਕਰ ਬਕਾਏ ਦੀ ਰਕਮ ਜਲਦੀ ਪੂਰੀ ਹੋ ਜਾਵੇ ਤਾਂ ਜ਼ਮੀਨ ਛੱਡ ਦਿੱਤੀ ਜਾਵੇਗੀ। ਜੇਕਰ ਕੋਈ ਰਕਮ ਬਾਕੀਦਾਰ ਦੀ ਵੱਧ ਜਾਵੇ ਤਾਂ ਉਸਨੂੰ ਵਾਪਸ ਕੀਤੀ ਜਾਵੇਗੀ। ਮਤਲਬ ਪੈਸਾ ਰਿਕਵਰੀ ਜ਼ਿਆਦਾ ਹੋ ਗਈ ਤਾਂ ਉਹਦੀ ਬਾਕੀ ਰਕਮ ਉਸਨੂੰ ਕੱਟ ਕੇ ਦਿੱਤੀ ਜਾਏਗੀ। ਅੱਗੇ ਦੇ ਵਿੱਚ ਹੈਗਾ ਜੀ ਵਿੱਤ ਕਮਿਸ਼ਨ ਮਾਲ ਵੱਲੋਂ ਉਸ ਜ਼ਮੀਨ ਦੀ ਅਸੈਸਮੈਂਟ ਨੂੰ ਰੱਦ ਕਰਨਾ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਦੋਂ ਕਿਸੇ ਜਾਇਦਾਦ ਦੇ ਖਿਲਾਫ ਸੈਕਸ਼ਨ 75 ਹੈ ਜੀ, ਬਕਾਇਦੀ ਰਕਮ ਏਰੀਆ ਆਫ ਲੈਂਡ ਨੂੰ ਘੋਸ਼ਿਤ ਹੋ ਜਾਵੇ ਤਾਂ ਪੰਜਾਬ ਲੈਂਡ ਐਕਟ ਅਨੁਸਾਰ ਇਹ ਸੈਕਸ਼ਨ 75 ਦੇ ਤਹਿਤ ਵਿੱਤ ਕਮਿਸ਼ਨਰ ਉਸ ਜ਼ਮੀਨ ਦੀ ਜਿਹੜੀ ਅਸੈਸਮੈਂਟ ਹੈ ਰੱਦ ਕਰ ਸਕਦਾ ਹੈ। ਅਸੈਸਮੈਂਟ ਰੱਦ ਹੋਣਾ ਮਤਲਬ ਪ੍ਰਾਪਰਟੀ ਵੈਸਟ ਵਿਦ ਦਾ ਨੇਮ ਆਫ ਦਾ ਗਵਰਨਮੈਂਟ, ਪ੍ਰਾਪਰਟੀ ਸਰਕਾਰ ਦੀ ਬਣ ਜਾਂਦੀ ਹੈ, ਸਰਕਾਰ ਉਹਨੂੰ ਠੇਕੇ ਦੇ ਦੇਵੇ ਜੋ ਮਰਜ਼ੀ ਕਰੇ। ਪਰ ਉਹਦਾ ਜਿਹੜਾ ਬੜਾ ਵੱਡਾ ਖਰਚਾ ਪੱਠਾ ਹੈਗਾ 5-10% ਆਫ ਦਾ ਇਨਕਮ ਆਫ ਦਾ ਪ੍ਰਾਪਰਟੀ ਉਹ ਮਾਲਕ ਨੂੰ ਦਿੱਤਾ ਜਾਣਾ ਪੈਂਦਾ ਹੈ। ਜ਼ਮੀਨ ਨੂੰ ਵੇਚਣਾ ਇਹ ਸੈਕਸ਼ਨ 75 ਦੇ ਵਿੱਚ ਆ ਜਾਂਦਾ ਹੈ। ਪੰਜਾਬ ਲੈਂਡ 75 ਦੇ ਵਿੱਚ ਬਕਾਇਦੀ ਰਕਮ ਏਰੀਆ ਆਫ ਲੈਂਡ ਨੂੰ ਘੋਸ਼ਿਤ ਹੋਣ ਤੋਂ ਬਾਅਦ ਜਦੋਂ ਬਕਾਇਦੀ ਵਸੂਲੀ ਕਿਸੇ ਹੋਰ ਢੰਗ ਦੇ ਨਾਲ ਨਾ ਹੋ ਸਕਦੀ ਹੋਵੇ ਤਾਂ ਕਲੈਕਟਰ ਕਮਿਸ਼ਨਰ ਦੀ ਪੂਰਵ ਪ੍ਰਵਾਨਗੀ ਉਪਰੰਤ ਕਮਿਸ਼ਨ ਦੀ ਪੂਰਵ ਪ੍ਰਵਾਨਗੀ ਲਈ ਜਾਂਦੀ ਹੈ ਜੀ। ਦੇਖੋ ਆਪਾਂ ਜਦੋਂ ਕਿਸੇ ਜ਼ਮੀਨ ਦੀ ਆਕਸ਼ਨ ਕਰਦੇ ਹਾਂ, ਆਕਸ਼ਨ ਕਰਨ ਦੀ ਜਿਹੜੀ ਮਨਜ਼ੂਰੀ ਹੈ, ਪਰ ਕੁਝ ਐਗਜ਼ੈਕਟਿਵ ਇੰਸਟਰਕਸ਼ਨ ਜਾਰੀ ਹੋਈਆਂ ਹੋਈਆਂ ਨੇ, ਉਹਦੇ ਵਿੱਚ ਕੁਝ ਖਬਰਾਂ ਹੈ ਜੀ 73 ਤੋਂ ਬਾਅਦ
ਸਾਡੇ ਵਾਲੀ ਕੋਟੀ 75 ਕੀ ਹੈ? एक मिनट 74 कंसर्न नहीं होएगा ना, सभी ਦਿੱਤਾ ਹੋਏਗਾ। ਇਹ ਮਨਾਦੀ ਹੈ ਜੀ ਪ੍ਰੋਕਲੇਮੇਸ਼ਨ ਆਫ ਦਾ ਅਟੈਚਮੈਂਟ, ਅਨਾਲਮੈਂਟ। ਜਦੋਂ ਕਿਸੇ ਪ੍ਰਾਪਰਟੀ ਦੀ ਅਨਾਲਮੈਂਟ ਅਸੀਂ ਕਰਦੇ ਨਾ, ਉਹਦੀ ਪਿੰਡ 'ਚ ਜਿਹਦੀ ਮਨਾਦੀ ਕੀਤੀ ਜਾਣੀ ਬਣਦੀ ਹੈ। 74 ਹੈਗਾ। ਜ਼ਮੀਨ ਨੂੰ ਜਦੋਂ ਅਸੀਂ ਕੋਈ ਆਕਸ਼ਨ ਕਰਨੀ ਹੋਵੇ ਤਾਂ ਲਾਅ ਇਹ ਪ੍ਰੋਵਾਈਡ ਕਰਦਾ ਹੈ ਵੀ ਇਸ ਐਕਟ ਦੇ ਤਹਿਤ ਜਿਹੜੀ ਪਰਮਿਸ਼ਨ ਕਲੈਕਟਰ ਥਰੂ ਹੋ ਕੇ ਕਮਿਸ਼ਨ ਤੋਂ ਪਰਮਿਸ਼ਨ ਲਈ ਜਾਂਦੀ ਹੈ। ਔਰ ਕੁਝ ਸੈਕਸ਼ਨਾਂ ਬਾਅਦ ਵੀ ਜਾਰੀ ਹੋਈਆਂ ਨੇ ਜਿਹਦੇ ਵਿੱਚ ਕੁਝ ਅਮਾਊਂਟ ਦੀ ਹੱਦ ਤੱਕ, ਜਿਵੇਂ ਕਿ ਲੱਖ ਜਾਂ 2 ਲੱਖ, ਇਹ ਅਮਾਊਂਟ ਮੈਨੂੰ ਪਤਾ ਨਹੀਂ ਕਿਹੜੀ ਹੈਗੀ ਹੈ, ਉਸ ਅਮਾਊਂਟ ਦੀ ਹੱਦ ਤੱਕ ਜਿਹੜੀ ਹੈਗੀ ਜਿਹੜੀ ਪਾਵਰਸ ਦਿੱਤੀਆਂ ਗਈਆਂ ਨੇ ਉਹ ਕਲੈਕਟਰ ਕੋਲ ਵੀ ਹੈਗੀਆਂ ਨੇ। ਕਲੈਕਟਰ ਆਪਣੇ ਪੱਧਰ ਤੇ ਵੀ ਪਰਮਿਸ਼ਨ ਦੇ ਦਿੰਦੇ ਆ ਵੀ ਇਹ ਜ਼ਮੀਨ ਤੁਸੀਂ ਸੇਲ ਕਰ ਸਕਦੇ ਹੋ। ਪਰ ਜਦੋਂ ਅਮਾਊਂਟ ਵੱਧ ਜਾਂਦੀ ਹੈ, ਉਹ ਤੁਸੀਂ ਦੇਖ ਲਿਓ ਕਿਤੇ ਤੁਹਾਨੂੰ ਜੇ ਕੋਈ ਪੁਰਾਣੀ ਚਿੱਠੀ ਮਿਲ ਜਾਵੇ ਸਰਕਾਰ ਵੱਲੋਂ, ਠੀਕ ਹੈ ਜੀ, ਕਿਸੇ ਡੀਡਰ ਕੋਲੇ ਪਤਾ ਹੋਏਗਾ, ਤਾਂ ਪਰਮਿਸ਼ਨ ਜਿਹੜੀ ਅਸੀਂ ਕਲੈਕਟਰ ਤੋਂ ਵੀ ਲੈ ਸਕਦੇ ਹਾਂ। ਤਾਂ ਜਾਂ ਜੇ ਕਲੈਕਟਰ ਸਮਰਥ ਨਾ ਹੋਵੇ ਪਰਮਿਸ਼ਨ ਦੇ ਤਾਂ ਜਿਹੜੀ ਪਰਮਿਸ਼ਨ ਹੈ ਉਹ ਕਮਿਸ਼ਨਰ ਕੋਲ ਆਉਂਦੀ ਹੈ। ਪਰੰਤੂ ਅਜਿਹੀ ਜ਼ਮੀਨ ਨਿਮਨਲਿਖਤ ਹਾਲਾਤਾਂ ਵਿੱਚ ਵੇਚੀ ਨਹੀਂ ਜਾ ਸਕਦੀ। ਕਿਹੜੀ ਜੀ? ਜਦੋਂ ਪੰਜਾਬ ਲਾ ਐਕਟ 1872 ਦੀ ਧਾਰਾ 35 ਅਨੁਸਾਰ ਜ਼ਮੀਨ ਕੋਰਟ ਆਫ ਵਾਰਡ ਦੇ ਅਧੀਨ ਹੋਵੇ। ਜੇ ਕੋਰਟ ਆਫ ਵਾਰਡ ਦੇ ਅਧੀਨ ਹੋਵੇ, ਜਿਹੜਾ ਇਹ ਐਕਟ 72 ਦਾ ਹੈਗਾ, 1872 ਵਾਰਡ ਐਕਟ ਦੇ ਤਹਿਤ, ਤਾਂ ਉਹਨੂੰ ਅਸੀਂ ਕੁਰਕ ਨਹੀਂ ਕਰ ਸਕਦੇ। ਜਦੋਂ ਧਾਰਾ 72 ਅਧੀਨ ਆਲਰੇਡੀ ਪਹਿਲਾਂ ਕੁਰਕ ਚੱਲ ਰਹੀ ਹੋਵੇ, ਜਦੋਂ ਧਾਰਾ 73 ਅਧੀਨ ਜ਼ਮੀਨ ਦੀ ਅਸੈਸਮੈਂਟ ਰੱਦ ਹੋ ਚੁੱਕੀ ਹੋਵੇ, ਜਦੋਂ ਧਾਰਾ 75 ਅਧੀਨ ਵੇਚੀ ਗਈ ਜ਼ਮੀਨ ਉੱਤੇ ਕਿਸੇ ਕੋਈ ਹੋਰ ਭਾਰ ਹੋਵੇ, ਤਾਂ ਉਸ ਉੱਤੇ ਵਿਕਰੀ ਦਾ ਕੀ ਪ੍ਰਭਾਵ ਪੈਂਦਾ ਹੈ। ਮੰਨ ਲਓ ਆਪਾਂ ਜ਼ਮੀਨ ਆਕਸ਼ਨ ਕਰਦੇ ਹਾਂ, ਉਹ ਕਿਸੇ ਹੋਰ ਅਦਾਰੇ ਵੱਲੋਂ ਵੀ ਉਹ ਜ਼ਮੀਨ ਪਹਿਲਾਂ ਹੀ ਉਹਦੇ ਤੇ ਰਿਕਵਰੀ ਖੜੀ ਹੈ। ਜਿਵੇਂ ਆਪਾਂ ਅੱਜ ਦੇਖਦੇ ਹਾਂ, ਸਾਡੇ ਕੋਲੇ ਕੋਈ ਪ੍ਰਾਪਰਟੀ ਹੁੰਦੀ ਆ, ਉਹ ਕਿਸੇ ਬੈਂਕ ਨੇ, ਇੱਕ ਨੇ ਸਿੰਧ ਬੈਂਕ ਨੇ, ਸਟੇਟ ਬੈਂਕ ਨੇ, ਕਿਸੇ ਹੋਰ ਬੈਂਕ ਆਫ ਬੜੌਦਾ ਨੇ, 3 ਬੈਂਕਾਂ ਦਾ ਲੋਨ ਚੜਿਆ ਹੋਇਆ ਹੁੰਦਾ, ਕਿਸੇ ਇੱਕ ਬੈਂਕ ਦੀ ਰਿਕਵਰੀ ਬਣਟ ਆ ਜਾਂਦਾ, ਪੂਰੇ ਆਕਸ਼ਨ ਬਣਟ ਆ ਜਾਂਦਾ, ਇੱਕ ਆਕਸ਼ਨ ਕਰਵਾਉਂਦਾ ਹੈ, ਤਾਂ ਬਾਕੀ ਬੈਂਕਾਂ ਦੀ ਰਿਕਵਰੀ ਦਾ ਕੀ ਸਟੇਟਸ ਹੁੰਦਾ ਹੈ। ਇਹਦਾ ਮਤਲਬ ਇੱਥੇ ਇਹੀ ਹੈਗਾ, ਠੀਕ ਹੈ ਜੀ। ਧਾਰਾ 75 ਅਧੀਨ ਵੇਚੀ ਗਈ ਜ਼ਮੀਨ ਹਰ ਪੱਖੋਂ ਭਾਰ ਮੁਕਤ ਹੋਵੇਗੀ ਜੇਕਰ ਪਹਿਲੇ ਮਾਲਕ ਵੱਲੋਂ ਉਸ ਜ਼ਮੀਨ ਸੰਬੰਧੀ ਕੋਈ ਵੀ ਇਕਰਾਰਨਾਮਾ ਕੀਤਾ ਹੋਇਆ ਹੋਵੇ, ਤਾਂ ਉਹ ਸਾਰੇ ਰੱਦ ਸਮਝੇ ਜਾਣਗੇ। ਠੀਕ ਹੈ ਜੀ। ਅਗਲਾ ਕਹਿੰਦਾ ਮੈਂ ਤਾਂ ਸੇਲ ਦਾ ਐਗਰੀਮੈਂਟ ਕਰ ਲਿਆ, ਇਨ ਬਿਟਵੀਨ ਪਤਾ ਲੱਗ ਗਿਆ ਉਹਨੂੰ ਵੀ ਜ਼ਮੀਨ ਦੀ ਬੋਲੀ ਹੋਣੀ ਹੈ, ਅਗਲਾ ਕਿਸੇ ਨਾਲ ਐਗਰੀਮੈਂਟ ਕਰ ਲੈਂਦਾ ਹੈ, ਉਹ ਜਿਹੜਾ ਐਗਰੀਮੈਂਟ ਹੈ ਉਹ ਮੰਨਣਯੋਗ ਨਹੀਂ ਹੋਏਗਾ, ਇਨਵੈਲਿਡ ਸਮਝਿਆ ਜਾਵੇਗਾ। ਫਿਰ ਅਗਲਾ ਲਾਸਟ ਸੈਕਸ਼ਨ ਅਸੀਂ ਪੜ੍ਹ ਰਹੇ ਸੀਗੇ ਵੀ ਬਾਕੀਦਾਰ ਦੀ ਹੋਰ ਜ਼ਮੀਨ ਨੂੰ ਵੀ ਸੈਕਸ਼ਨ 77 ਹੈ ਜੀ, ਬਾਕੀਦਾਰ ਦੀ ਹੋਰ ਜ਼ਮੀਨ ਨੂੰ ਵੀ ਤੁਸੀਂ ਜੇਕਰ ਕੋਈ ਵਿਅਕਤੀ ਇਨਕਾਰ ਬਾਕੀਦਾਰ ਦੀ ਹੋਰ ਜਲ ਜਾਇਦਾਦ ਦੇ ਖਿਲਾਫ ਕਾਰਵਾਈ ਕਰਨਾ, ਉਹ ਤਾਂ ਆਪਾਂ 76 ਤਾਂ ਪਹਿਲਾਂ ਪੜ੍ਹ ਚੁੱਕੇ ਜੀ। ਜਿਹੜਾ ਤੂੰ ਪਹਿਲਾਂ ਪੜ੍ਹਿਆ ਸੀ ਉਹ 76 ਸੀਗਾ, ਇਹ ਸੈਕਸ਼ਨ 77 ਹੈਗਾ। ਬਾਕੀਦਾਰ ਦੀ ਹੋਰ ਅਚਲ ਜਾਇਦਾਦ ਦੇ ਖਿਲਾਫ ਕਾਰਵਾਈ ਕਰਨਾ। ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 75 ਮੁਤਾਬਕ ਜੇਕਰ ਉਪਰੋਕਤ ਢੰਗਾਂ ਦੇ ਰਾਹੀਂ ਇੱਥੇ 35 ਅਤੇ 77 ਕਰ ਲਓ ਜੀ ਤੁਸੀਂ, 77 ਹੈ ਨਾਲ ਪ੍ਰਿੰਟ ਹੋਇਆ ਹੋਇਆ, ਵਸੂਲੀ ਨਾ ਹੋ ਸਕੇ ਤਾਂ ਕਮਿਸ਼ਨਰ ਚਾਹੇ ਤਾਂ ਜਾਂ ਕਲੈਕਟਰ ਬਾਕੀਦਾਰ ਦੀ ਹੋਰ ਜਾਇਦਾਦ ਤੋਂ ਵੀ ਇਸ ਐਕਟ ਦੇ ਅਧੀਨ ਵਸੂਲੀ ਕਰ ਸਕਦਾ ਹੈ। ਜਦੋਂ ਕਲੈਕਟਰ ਇਹ ਇਰਾਦਾ ਬਣਾ ਲਵੇ, ਦੂਜਾ ਪੁਆਇੰਟ ਹੈ ਜੀ 77 ਦਾ, ਜਦੋਂ ਕਲੈਕਟਰ ਇਹ ਇਰਾਦਾ ਬਣਾ ਲਵੇ ਕਿ ਬਾਕੀਦਾਰ ਦੀ ਹੋਰ ਜਾਇਦਾਦ ਤੋਂ ਵਸੂਲੀ ਕੀਤੀ ਜਾਵੇ ਤਾਂ ਇਸ ਸੰਬੰਧੀ ਘੋਸ਼ਣਾ ਕਰਵਾਈ ਜਾਵੇਗੀ ਅੱਗੇ ਬਾਕੀਦਾਰ ਉਕਤ ਜਾਇਦਾਦ ਨੂੰ ਵੇਚ ਨਾ ਸਕੇ ਅਤੇ ਨਾ ਹੀ ਜਾਇਦਾਦ ਤੇ ਕੋਈ ਹੋਰ ਕਰਜ਼ਾ ਆਦਿ ਲੈ ਸਕੇ। ਤੀਜਾ ਪੁਆਇੰਟ ਹੈ, ਜੇਕਰ ਬਾਕੀਦਾਰ ਬਕਾਇਦੀ ਰਕਮ ਅਦਾ ਕਰ ਦਿੰਦਾ ਹੈ ਜਾਂ ਕੋਈ ਹੋਰ ਕਾਰਨ ਹੋਵੇ ਤਾਂ ਕਲੈਕਟਰ ਕਿਸੇ ਵੀ ਸਮੇਂ ਘੋਸ਼ਣਾ ਵਾਪਸ ਲੈ ਸਕਦਾ ਹੈ। ਮੰਨ ਲਓ ਆਕਸ਼ਨ ਬੋਲੀ ਮੁਨਾਦੀ ਕਰਾਤੀ ਵੀ ਇਹਦੇ ਵੱਲ ਇੰਨਾ ਬਕਾਇਆ ਹੈਗਾ ਜੀ, ਇਹ ਅਸੀਂ ਵੇਚਣੀ ਹੈ, ਤੋਂ ਰਿਕਵਰੀ ਕਰਨੀ ਆ, ਲਾ ਕੇ ਪੇਮੈਂਟ ਜਮ੍ਹਾਂ ਕਰਾਉਂਦਾ ਆਪਦੀ ਸ਼ਰਮ ਦੀ ਖਾਤਰ, ਤਾਂ ਜਿਹੜੀ ਇਹ ਘੋਸ਼ਣਾ ਜ਼ਰੂਰੀ ਵੀ ਘੋਸ਼ਣਾ ਕਰਵਾਈ ਜਾਵੇ ਤਾਂ ਘੋਸ਼ਣਾ ਕਰਵਾਉਣ ਤੋਂ ਵਿਚਕਾਰ ਵੀ ਰੋਕਿਆ ਜਾ ਸਕਦਾ ਹੈ ਕਿ ਮੁਨਾਦੀ ਨਾ ਕਰਵਾਈ ਜਾਵੇ। ਘੋਸ਼ਣਾ ਹੋਣ ਉਪਰੰਤ ਜੇਕਰ ਬਾਕੀਦਾਰ ਵੱਲੋਂ ਜ਼ਮੀਨ ਬੈ ਹਿਵਾ ਰਹਿਣ ਜਾਂ ਹੋਰ ਕਿਸੇ ਕਾਰਨ ਢੰਗ ਰਾਹੀਂ ਤਬਦੀਲ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਇਕਰਾਰਨਾਮੇ ਰੱਦ ਸਮਝੇ ਜਾਣਗੇ। ਮੰਨ ਲਓ ਮੁਨਾਦੀ ਕਰਾਤੀ, ਰੈਵਨਿਊ ਆਫਿਸਰ ਨੇ ਵੀ ਰਿਕਵਰੀ ਅਸੀਂ ਇਸ ਪਾਰਟੀਕੂਲਰ ਪ੍ਰਾਪਰਟੀ ਤੋਂ ਇਹਦੀ ਰਿਕਵਰੀ ਕਰਨੀ ਹੈ,
ਜਿਹਦੀ ਅਟੈਚਮੈਂਟ ਵੀ ਜਿਹਦੀ ਅਟੈਚ ਵੀ ਨਹੀਂ ਹੋਈ ਵੀ, ਜੇਕਰ ਉਸ ਪ੍ਰਾਪਰਟੀ ਦੇ ਉੱਪਰ ਅਗੇਂਸਟ ਕੋਈ ਉਸ ਮਾਲਕ ਵੱਲੋਂ ਕੋਈ ਇਕਰਾਰਨਾਮਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਸੇਲ ਦਾ, ਮੌਰਗੇਜ ਦਾ, ਲੀਜ਼ ਦਾ, ਤਾਂ ਉਹ ਜਿਹੜਾ ਇਕਰਾਰਨਾਮਾ ਹੈ ਉਹ ਰੱਦ ਸਮਝਿਆ ਜਾਵੇਗਾ, ਉਹ ਇਨਵੈਲਿਡ ਸਮਝਿਆ ਜਾਵੇਗਾ ਮਨਾਦੀ ਹੋਣ ਉਪਰੰਤ। ਠੀਕ ਹੈ ਜੀ। ਜਿਵੇਂ ਘੋਸ਼ਣਾ ਹੋਣ ਉਪਰੰਤ ਜੇਕਰ ਬਾਕੀਦਾਰ ਵੱਲੋਂ ਜ਼ਮੀਨ ਬੈ ਹਿਵਾ ਰਹਿਣ ਜਾਂ ਕਿਸੇ ਹੋਰ ਵੀ ਢੰਗ ਰਾਹੀਂ ਤਬਦੀਲ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਇਕਰਾਰਨਾਮੇ ਰੱਦ ਸਮਝੇ ਜਾਣਗੇ। ਇਹ ਸੈਕਸ਼ਨ 77 ਦਾ 4 ਪਾਰਟ ਹੈ ਜੀ। ਅੱਗੇ 77 ਦਾ 5 ਪਾਰਟ ਕੀ ਕਹਿੰਦਾ ਹੈ, ਇਸ ਜ਼ਮੀਨ ਖਿਲਾਫ ਵੀ ਉਹੀ ਤਰੀਕਾ ਅਪਣਾਇਆ ਜਾਵੇਗਾ ਜਿਹੜਾ ਕਿਸੇ ਉਸ ਜ਼ਮੀਨ ਦੇ ਖਿਲਾਫ ਬਕਾਇਦਾ, ਜਿਵੇਂ ਕਿ ਜਿਹੜਾ ਪਹਿਲਾਂ ਅਸੀਂ ਸਿਸਟਮ ਅਡਾਪਟ ਕੀਤਾ ਹੈਗਾ ਸੈਕਸ਼ਨ 70 ਤੋਂ ਲੈ ਕੇ, ਉਹ ਸਾਰੇ ਢੰਗ ਤਰੀਕੇ ਵੀ ਉਸ ਜ਼ਮੀਨ ਤੇ ਬਣਾਏ ਜਾਣਗੇ ਰਿਕਵਰੀ ਵਾਸਤੇ। ਇਹ ਕਿਹਾ ਗਿਆ। ਠੀਕ ਹੈ ਜੀ। ਜੇਕਰ ਕੋਈ ਵਿਅਕਤੀ ਇਨਕਾਰ ਕਰੇ ਕਿ ਉਹਦੇ ਵੱਲ ਕੋਈ ਬਕਾਇਆ ਨਹੀਂ, ਸੈਕਸ਼ਨ 77 ਹੈ ਜੀ। ਮੰਨ ਲਓ ਕੋਈ ਬੰਦਾ ਇਹਨੂੰ ਆਪਾਂ ਨੋਟਿਸ ਜਾਰੀ ਕਰ ਦਿੰਦੇ ਆ, ਉਹ ਬੰਦਾ ਕਹਿੰਦਾ ਮੇਰੇ ਵੱਲ ਤਾਂ ਬਕਾਇਆ ਹੀ ਨਹੀਂ ਗਿਆ, ਇਹਦਾ ਰਿਕਵਰੀ ਨੋਟਿਸ ਤੁਹਾਡਾ ਗਲਤ ਹੈ। ਠੀਕ ਹੈ। ਇੱਥੇ ਉਸ ਨੂੰ ਮਤਲਬ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ, ਜੇਕਰ ਕੋਈ ਵਿਅਕਤੀ ਇਨਕਾਰ ਕਰੇ, ਸੈਕਸ਼ਨ 78, ਜੇਕਰ ਵਿਅਕਤੀ ਇਨਕਾਰ ਕਰੇ ਕਿ ਉਸ ਵੱਲ ਕੋਈ ਬਕਾਇਆ ਨਹੀਂ ਹੈ ਜਾਂ ਘੋਸ਼ਿਤ ਕੀਤਾ ਗਿਆ ਬਕਾਇਆ ਗਲਤ ਹੈ, ਉਸ ਦੀ ਹੱਕਰਸੀ ਕਿਵੇਂ ਹੋਵੇ, ਤਾਂ ਦੱਸੋ ਉਹਦਾ ਤਰੀਕਾ ਕੀ ਬਣਾਇਆ ਜਾਏਗਾ। ਇਹ ਸੈਕਸ਼ਨ 78 ਹੈਗਾ, ਰੈਮਡੀਜ਼ ਓਪਨ ਟੂ ਪਰਸਨ ਡਿਨਾਈਂਗ ਹਿਜ਼ ਲਾਇਬਿਲਿਟੀ ਫਾਰ ਐਨ ਏਰੀਆ। ਇਹ ਕੀ ਹੋਏਗਾ ਜੀ, ਜਦੋਂ ਕਿਸੇ ਵਿਅਕਤੀ ਦੀ ਜਾਇਦਾਦ ਦੇ ਖਿਲਾਫ ਏਰੀਆ ਆਫ ਲੈਂਡ ਰੈਵਨਿਊ ਘੋਸ਼ਿਤ ਹੋ ਜਾਵੇ ਅਤੇ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 67 ਦੇ ਤਹਿਤ ਵਸੂਲੀ ਦੀ ਕਾਰਵਾਈ ਸ਼ੁਰੂ ਹੋ ਜਾਵੇ, ਪਰੰਤੂ ਮਾਲਕ ਇਸ ਬਕਾਏ ਤੋਂ ਇਨਕਾਰ ਕਰੇ ਕਿ ਉਸ ਵੱਲ ਕੋਈ ਬਕਾਇਆ ਨਹੀਂ ਹੈ ਜਾਂ ਘੋਸ਼ਿਤ ਕੀਤਾ ਗਿਆ ਬਕਾਇਆ ਗਲਤ ਹੈ, ਜਾਂ ਉਹ ਉਸ ਦਾ ਕੋਈ ਏਜੰਟ ਰੋਸ ਵਜੋਂ ਬਕਾਏ ਦੀ ਰਕਮ ਅਦਾ ਕਰ ਦੇਵੇ, ਤਾਂ ਉਹ ਵਿਅਕਤੀ ਆਪਣੀ ਅਦਾ ਕੀਤੀ ਰਕਮ ਵਾਪਸ ਲੈਣ ਦੇ ਲਈ ਪੰਜਾਬ ਲੈਂਡ ਰੈਵਨਿਊ ਐਕਟ 1878 ਦੇ ਤਹਿਤ ਦੀਵਾਨੀ ਅਦਾਲਤ ਵਿੱਚ ਦਾਅਵਾ ਦਾਇਰ ਕਰ ਸਕਦਾ ਹੈ। ਮਤਲਬ ਇੱਥੇ ਉਹਨੂੰ ਪ੍ਰੋਵੀਜ਼ਨ ਦਿੱਤੀ ਗਈ ਹੈ 78 ਦੇ ਵਿੱਚ ਵੀ ਜੇ ਉਹਨੂੰ ਲੱਗਦਾ ਬੰਦੇ ਨੂੰ ਵੀ ਇਹ ਜਿਹੜਾ ਤੁਹਾਡਾ ਨੋਟਿਸ ਗਲਤ ਹੈ, ਠੀਕ ਹੈ ਜੀ, ਬੇਸ਼ੱਕ ਉਹ ਰਕਮ ਟੈਂਪਰੇਰੀ ਤੌਰ ਤੇ ਅਦਾ ਕਰ ਵੀ ਦੇਵੇ, ਪਰ ਫਿਰ ਵੀ ਉਹ ਸਿਵਲ ਕੋਰਟ ਦੇ ਵਿੱਚ ਤੁਹਾਡੇ ਨੋਟਿਸ ਦੇ ਅਗੇਂਸਟ ਚੱਲ ਸਕਦਾ ਹੈ। ਇਹ ਸੈਕਸ਼ਨ ਆਪਾਂ ਕਹਿੰਦੇ ਵੀ ਲੈਂਡ ਰੈਵਨਿਊ ਜੇ ਐਕਟ ਹੈਗਾ ਤਾਂ ਤੁਸੀਂ ਸਿਵਲ ਕੋਰਟ ਜਾ ਨਹੀਂ ਸਕਦੇ ਹੈਗੇ, ਤੁਸੀਂ ਰੈਵਨਿਊ ਕੋਰਟ ਦੀ ਕਾਰਵਾਈ ਕਰੋਗੇ, ਪਰ ਨਹੀਂ, ਇੱਥੇ ਮਤਲਬ ਕਿ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ ਅੱਗੇ ਕਿਸੇ ਨਾਲ ਬੇਇਨਸਾਫੀ ਨਾ ਹੋਵੇ ਤਾਂ ਸਿਵਲ ਕੋਰਟ ਵੀ ਜਾਣ ਦਾ ਅਧਿਕਾਰ ਹੈ ਹੈਗਾ ਬਾਕੀਦਾਰ ਨੂੰ, ਜੇ ਉਹਨੂੰ ਲੱਗਦਾ ਮੇਰਾ ਨੋਟਿਸ ਗਲਤ ਹੈ। ਨੈਕਸਟ ਹੈਗਾ ਜੀ ਮਾਲਕ ਸੈਕਸ਼ਨ 79 ਚ ਕੀ ਹੈਗਾ, ਪ੍ਰੋਕਲੇਮੇਸ਼ਨ ਆਫ ਸੇਲ ਦੀ ਜਿਹੜੀ ਮਨਾਦੀ ਹੈ ਹਾਂਜੀ, ਮਾਲਤਕਾਰੀ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 79 ਅਨੁਸਾਰ ਲੈਂਡ ਰੈਵਨਿਊ ਘੋਸ਼ਿਤ ਹੋਈ ਰਕਮ ਦੇ ਬਕਾਏ ਦੀ ਵਸੂਲੀ ਕਰਨ ਦੇ ਮੰਤਵ ਦੇ ਲਈ ਬਾਕੀਦਾਰ ਦੀ ਜਾਇਦਾਦ ਨਿਲਾਮ ਰਾਹੀਂ ਵੇਚਣ ਦੇ ਲਈ ਨਿਮਨਲਿਖਤ ਢੰਗ ਤੱਕ ਕਾਰਵਾਈ ਕਰ ਸਕਦਾ ਹੈ। ਕਿਹੜੀ? ਨੰਬਰ 1, ਵਿਕਰੀ ਲਈ ਘੋਸ਼ਣਾ ਕਰਨਾ ਸਭ ਤੋਂ ਪਹਿਲਾਂ ਮਨਾਦੀ ਹੋਏਗੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਮਨਾਦੀ ਹੋਈ ਕਿਵੇਂ ਹੋਏਗੀ, ਜਦੋਂ ਕਿਸੇ ਅਚਲ ਜਾਇਦਾਦ ਨੂੰ ਵੇਚਣ ਸੰਬੰਧੀ ਕਮਿਸ਼ਨਰ ਵੱਲੋਂ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਕਲੈਕਟਰ ਨਿਲਾਮੀ ਰਾਹੀਂ ਵਿਕਰੀ ਕਰਨ ਸੰਬੰਧੀ ਤਰੀਕ, ਸਮਾਂ ਤੇ ਸਥਾਨ ਕੀ ਹੋਏਗਾ, ਤੁਸੀਂ ਨੋਟਿਸ ਭੇਜਾਂਗੇ ਨਿਲਾਮੀ ਦਾ, ਉਹਦੇ 'ਚ ਸਮਾਂ ਤੈਅ ਹੋਏਗਾ, ਤਰੀਕ ਤੈਅ ਹੋਏਗੀ ਤੇ ਸਥਾਨ ਤੈਅ ਹੋਏਗਾ ਵੀ ਕਿਹੜੀ ਜਗ੍ਹਾ ਤੇ ਜਾ ਕੇ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਤੇ ਕਿਸ ਸਮੇਂ, ਤਰੀਕ, ਸਮਾਂ ਤੇ ਸਥਾਨ ਇਹ ਤੈਅ ਕਰਕੇ ਅਸੀਂ ਘੋਸ਼ਣਾ ਕਰਾਂਗੇ। ਵਸੂਲ ਕੀਤੀ ਜਾਣ ਵਾਲੀ ਰਕਮ ਦੀ ਘੋਸ਼ਣਾ ਕਰਦਾ ਹੈ। ਨਿਲਾਮੀ ਦਾ ਸਥਾਨ ਕਲੈਕਟਰ ਦਾ ਦਫ਼ਤਰ ਜਾਂ ਕੋਈ ਹੋਰ ਸਥਾਨ ਜੋ ਕਿ ਜਾਇਦਾਦ ਤੇ ਹੋਵੇ ਜਾਂ ਜਾਇਦਾਦ ਦੇ ਨੇੜੇ ਹੋਵੇ, ਉਹ ਹੋ ਸਕਦਾ ਹੈ। ਦਫ਼ਤਰ 'ਚ ਵੀ ਕਰ ਸਕਦੇ ਹੋ, ਤੁਸੀਂ ਮੌਕੇ ਤੇ ਜਾ ਕੇ ਵੀ ਕਰ ਸਕਦੇ ਹੋ ਆਪਸ਼ਨ। ਫਿਰ ਵਿਕਰੀ ਦੀ ਘੋਸ਼ਣਾ ਸੰਬੰਧੀ ਮਨਾਦੀ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਧਾਰਾ 81 ਅਨੁਸਾਰ ਵਿਕਰੀ ਦੀ ਘੋਸ਼ਣਾ ਇਹ 80 ਚ ਕਿਹਾ ਗਿਆ ਵੀ ਜਦੋਂ ਤੁਸੀਂ ਐਸੀ ਘੋਸ਼ਣਾ ਕੋਈ ਕਰਾਉਂਦੇ ਆ ਤਾਂ ਸਾਡੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਸੇ ਵੀ ਕੋਰਟ ਵੱਲੋਂ।
ਸੈਕਸ਼ਨ 80 ਇੱਥੇ ਪ੍ਰੋਟੈਕਟ ਕਰਦਾ ਹੈਗਾ, ਸੈਕਸ਼ਨ 80 ਪ੍ਰੋਟੈਕਟ ਕਰਦਾ ਰੈਵਨਿਊ ਆਫੀਸਰਸ ਨੂੰ। ਜਦੋਂ ਕੋਈ ਇਦਾਂ ਦੀ ਮੁਨਾਦੀ ਅਸੀਂ ਕਰਵਾਉਂਦੇ ਆ ਤਾਂ ਜਾ ਕੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਤੇ ਮੇਰੀ ਬੇਇੱਜ਼ਤੀ ਕਰਤੀ, ਮੇਰੀ ਬਦਨਾਮੀ ਹੋਈ ਜੀ, ਇਹ ਕਿਉਂ ਕਰਤਾ ਜੀ, ਫਲਾਣਾ ਕਰਤਾ ਜੀ। ਸੈਕਸ਼ਨ 80 ਸਾਨੂੰ ਪ੍ਰੋਟੈਕਟ ਕਰਦਾ ਇੰਡੈਮਨਿਟੀ ਟੂ ਰੈਵਨਿਊ ਆਫੀਸਰ ਵਿਦ ਰਿਸਪੈਕਟ ਟੂ ਦਾ ਕੰਟੈਂਟਸ ਆਫ ਦਾ ਪ੍ਰੋਕਲੇਮੇਸ਼ਨ। A revenue officer shall not be answerable for any error, mistake, misstatements or omission in any proclamation under the last foregoing sections। कोई गलती फलती रह गई है, वो रह गया वाला उस गल नूं लैके सिविल कोर्ट चला जाए तां तुहाडे कंटैंप्ट नोटिस पा देवे, होर कर देवे, नहीं ठीक है जे ही तुहाडे खिलाफ कोई कार्रवाई नहीं की जा सकती। सैक्शन 81 चाहे पब्लिकेशन ऑफ द प्रोक्लेमेशन, ठीक है जी, मनादी कराई जाएगी। मनादी आपां सानूं पता की होई किवें होई मनादी ਕਰਨ ਦਾ ਤਰੀਕਾ ਆਪਾਂ ਨੂੰ ਪਤਾ ਹੀ ਹੈ, ਰਾਫਟ ਪ੍ਰੋਵੀਜ਼ਨ 'ਚ ਦਰਜ ਕੀਤੀ ਜਾਂਦੀ ਹੈ। ਤੇ ਫਿਰ ਕੀ ਹੈ, ਕਿਸੇ ਕੌਂਸਪੀਕਸ ਪਲੇਸ ਦੇ ਉੱਪਰ ਢੋਲ ਵਜਾ ਕੇ, ਪੀਪਾ ਖੜਕਾ ਕੇ ਵੀ ਮਨਾਦੀ ਕਰਾਈ ਜਾ ਸਕਦੀ ਹੈ, ਸਪੀਕਰ ਰਾਹੀਂ ਮਨਾਦੀ ਕਰਾਈ ਜਾ ਸਕਦੀ ਹੈ। ਜਿਹੜਾ ਮਨਾਦੀ ਦਾ ਪਰਚਾ ਹੈਗਾ ਉਹ ਸਾਂਝੀ ਜਗ੍ਹਾ ਤੇ ਲਗਾਇਆ ਜਾ ਸਕਦਾ ਹੈ, ਜੇ ਸਾਂਝੀ ਜਗ੍ਹਾ ਤੇ ਜਾਂ ਪ੍ਰੋਪਰਟੀ ਦੇ ਨੇੜੇ ਨੇੜੇ ਵੀ ਕਿਤੇ ਲਗਾਇਆ ਜਾ ਸਕਦਾ ਹੈ। ਵਿਕਰੀ ਦੀ ਇੱਕ ਘੋਸ਼ਣਾ ਦੀ ਕਾਪੀ ਬਾਕੀਦਾਰ ਨੂੰ ਦਿੱਤੀ ਜਾਵੇਗੀ, उसकी एक कापी तहसील के नोटिस बोर्ड पर चश्पा की जाएगी। ठीक है जी। सैक्शन 81 का दूजा पार्ट है, बाकीदार को बिक्री संबंधी घोषणा की कापी देन ਅਤੇ उसकी एक कापी तहसील के नोटिस बोर्ड पर चश्पा करने उपरंत एक कापी कलैक्टर के दफ्तर के नोटिस बोर्ड पर भी चश्पा की जाएगी। तीसरा पॉइंट है जी, इस तो इलावा बिक्री की घोषणा संबंधी पंजाब लैंड रेवेन्यू एक्ट की धारा 22 अधीन पिंड में ढोल वजा के ਜਾਂ ਕਿਸੇ ਹੋਰ ਢੰਗ ਦੇ ਰਾਹੀਂ ਮਨਾਦੀ ਕੀਤੀ ਜਾ ਸਕਦੀ ਹੈ ਜਿਸ ਨੂੰ ਕਲੈਕਟਰ ਯੋਗ ਸਮਝੇ। ਨੈਕਸਟ ਧਾਰਾ 81 ਹੈ ਜੀ 82 ਵਿਕਰੀ ਦਾ ਸਮਾਂ ਤੇ ਢੰਗ। ਧਾਰਾ 82 ਅਨੁਸਾਰ ਵਿਕਰੀ ਕਿਸੇ ਐਤਵਾਰ ਜਾਂ ਕਿਸੇ ਛੁੱਟੀ ਵਾਲੇ ਦਿਨ ਨਹੀਂ ਕੀਤੀ ਜਾਵੇਗੀ। ਇਹ ਪਾਰਟ ਕਹਿ ਰਿਹਾ ਜਿਹਦਾ 82 ਦਾ ਇਹ ਪਾर्ट है, छुट्टी वाले दिन या एतवार वाले दिन नहीं की जाएगी। बिक्री की घोषणा दे कलैक्टर के दफ्तर के नोटिस बोर्ड पर चश्पा होने वाले दिन तो 30 दिन बाद ही बोली की जा सकती है। मतलब कि देखो इतने थोड़ा बाउंड किया गया भी ये नहीं भी झटपट जल्दबाजी के असी किसी पार्टी के कहने से या किसी होर राही असी जल्दबाजी करिए। जो असी नोटिस बोर्ड की कार्रवाई करती, नोटिस बोर्ड से नोटिस लगाने की कार्रवाई करती, मतलब कि कहने का भाव है भी घट्टो घट्ट 30 दिन का समा मिलना चाहिए, आम जनता को मिलना चाहिए, उस पर्टिकुलर जो डिफाल्टर है उन्हें भी मिलना चाहिए। 30 डेज तो बाद ही असी जिदा असी मनादी का नोटिस जारी करते हैं 30 डेज तो बाद ही असी ऑप्शन की डेट रख सकते हैं। यानी कि असी मनादी 1 तरीक को रखी, घट्टो घट्ट 30 दिन टप के ही असी अगे फर्दर जी ऑप्शन की जी डेट है 2-4 दिन बढ़ा के रखनी चाहिए है, पूरे दिन नहीं रखनी चाहिए। घट्टो घट्ट 30 डेज तो बाद भी 35 दिन 36 दिन 37 दिन की डेट रखनी चाहिए है। फिर बिक्री आम लोगों के इकट्ठ दे विच नीलामी राही की जाएगी जी। ਜਿਹੜੀ ਸਿਵਲ ਕੋਰਟ ਤੋਂ ਆਕਸ਼ਨ ਆਉਂਦੀ ਆ ਉਹ ਜ਼ਿਆਦਾਤਰ ਛੁੱਟੀ ਵਾਲੇ ਦਿਨ ਹੀ ਡੇਟ ਫਿਕਸ ਕਰਕੇ ਉਹ ਦੇਖੋ ਸਿਵਲ ਕੋਰਟ ਬਾਉਂਡ ਹੈ, ਉਹਦੇ ਲਈ ਸਿਵਲ ਕੋਰਟ ਦਾ ਆਰਡਰ ਹੈ, ਜਿਹਨੇ ਆਰਡਰ ਜਾਰੀ ਕੀਤਾ ਹੈ ਉਹ ਬਾਉਂਡ ਹੈ, ਅਸੀਂ ਤਾਂ ਉਹਨੂੰ ਐਗਜ਼ੀਕਿਊਟ ਕਰਨਾ ਹੈ। ਸਾਡਾ ਆਰਡਰ ਨਹੀਂ ਹੈਗਾ, ਆਕਸ਼ਨ ਆਰਡਰ ਸਾਡਾ ਨਹੀਂ ਹੈਗਾ। ਆਕਸ਼ਨ ਆਰਡਰ ਉਹ ਤਾਂ ਸਿਵਲ ਕੋਰਟ, ਵੀ ਆਰ ਦਾ ਐਗਜ਼ੀਕਿਊਟਰ ਓਨਲੀ, ਅਸੀਂ ਤਾਂ ਦੀ ਕਾਰਵਾਈ ਕਰ ਰਹੇ ਹਾਂ। ठीक है जी। बिक्री आम लोगों के इकट्ठ में नीलामी राही की जाएगी। ये बिक्री कलैक्टर या नियुक्त किए माल अधिकारी द्वारा की जाएगी। बिक्री को मुलतवी करना सैक्शन 83 ਦੇ ਵਿੱਚ ਕੀ ਹੈ, जेकर बंदा पैसे दे दे किसी असी काहदे लई नीलामी करनी है, आला पेमेंट अदा कर दिंदा है तो बिक्री मुलतवी कर सकते हैं। ठीक है जी। कोई जरूरी भी नहीं है भी पैसे दे के बिक्री मुलतवी करनी है। कलैक्टर जे चाहे कलैक्टर को बंदा पार्टी अर्जी लैके जाती है, कलैक्टर सैटिस्फाई करांदा है, कलैक्टर को पार्टी सैटिस्फाई करांदे ते कलैक्टर किसी भी समय जिहदी होर नीलामी है उसनूं मुलतवी कर सकते हैं। बिक्री के उपर रोक सैक्शन 84 है जी, ਇਹਦੇ ਉੱਪਰ ਸਟੇ ਵੀ ਹੋ ਸਕਦੀ ਹੈ। ਕਿਵੇਂ? ਪੰਜਾਬ ਸੈਕਸ਼ਨ 84 ਦੇ ਅਨੁਸਾਰ ਜੇਕਰ ਬਾਕੀਦਾਰ ਨੀਲਾਮੀ ਦੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਮੌਕੇ ਤੇ ਅਧਿਕਾਰੀ ਪਾਸ ਬਕਾਏ ਦੀ ਪੂਰੀ ਰਕਮ ਜਮ੍ਹਾਂ ਕਰਵਾ ਦਿੰਦਾ ਹੈ ਜਾਂ ਅਫਸਰ ਦੀ ਤਸੱਲੀ ਕਰਵਾ ਦਿੰਦਾ ਹੈ ਕਿ ਉਸਨੇ ਰਕਮ ਮੌਕੇ ਤੇ ਜਾਂ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ ਤਾਂ ਵਿਕਰੀ ਰੋਕ ਦਿੱਤੀ ਜਾਵੇਗੀ। ਠੀਕ ਹੈ। ਮੇਨ ਤਾਂ ਮਕਸਦ ਪੈਸੇ ਦੀ ਸੀਗਾ,
फिर क्या सैक्शन 85 की कहता है जी, सब तो ਵੱਧ ਬੋਲੀ ਦੇਣ ਵਾਲੇ ਬੋਲੀਕਾਰ ਵੱਲੋਂ ਬੋਲੀ ਦੀ ਰਕਮ ਜਮ੍ਹਾਂ ਕਰਵਾਉਣਾ। ਮੰਨ ਲਓ auction ਕਰ ਦਿੱਤੀ, ਇਹ ਪਾਰਟੀ ਸਭ ਤੋਂ ਵੱਧ ਵੱਡਾ ਬੋਲੀਕਾਰ ਹੈ ਜਿਹਨੇ ਸਭ ਤੋਂ ਵੱਧ ਬੋਲੀ ਦਿੱਤੀ ਹੈ, ਤੇ ਫਿਰ ਕੀ ਹੋਏਗਾ? ਆਪਾਂ ਦੇਖਦੇ ਹਾਂ, ਆਪਾਂ ਨੂੰ ਪ੍ਰੈਕਟੀਕਲ ਜਾ ਦੇ ਰਹੇ ਵੀ 25% ਜਿਹੜੀ ਰਕਮ ਹੈ ਉਹ ਮੌਕੇ ਤੇ ਅਸੀਂ ਵੱਧ ਬੋਲੀਕਾਰ ਤੋਂ ਲੈਂਦੇ ਹਾਂ ਜਿਹਨੇ ਸਭ ਤੋਂ ਵੱਧ ਬੋਲੀ ਦਿੱਤੀ ਹੈ। ਜਦੋਂ ਕੋਈ ਵਿਅਕਤੀ ਨਿਲਾਮੀ ਦੌਰਾਨ ਸਭ ਤੋਂ ਵੱਧ ਬੋਲੀ ਦਿੰਦਾ ਹੈ ਅਤੇ ਮੌਕੇ ਦੇ ਅਧਿਕਾਰੀ ਨੂੰ ਬੋਲੀ ਦੀ ਕੁੱਲ ਰਕਮ ਦਾ 25% ਰਕਮ ਮੌਕੇ ਤੇ ਹੀ ਜਮ੍ਹਾਂ ਕਰਵਾਏਗਾ ਤਾਂ ਅਧਿਕਾਰੀ ਰਕਮ ਜਮ੍ਹਾਂ ਹੋਣ ਉਪਰੰਤ ਬੋਲੀਕਾਰ ਨੂੰ ਖਰੀਦਦਾਰ ਘੋਸ਼ਿਤ ਕੀਤਾ ਜਾਂਦਾ ਹੈ। ਫਿਰ ਉਹਨੂੰ ਪਰਚੇਜ਼ ਅਸੀਂ ਕਹਿ ਸਕਦੇ ਹਾਂ ਜਦੋਂ ਉਹ 25% ਰਕਮ ਅਦਾ ਕਰ ਦਿੰਦਾ ਹੈ। ਫਿਰ ਕੀ ਜੀ, ਸੈਕਸ਼ਨ 86 ਚ ਕੀ ਕਿਹਾ ਜਾਂਦਾ ਹੈ? ਜੋ ਰਕਮ ਜਮ੍ਹਾਂ ਨਹੀਂ ਕਰਾਉਂਦਾ, ਬੋਲੀ ਦਾ ਉਹਨੇ ਦੇਤੀ, ਪੈਸੇ ਉਹ ਅਦਾ ਨਹੀਂ ਕਰਦਾ है जी, फिर की तरीका अपनावांगे? जेकर वो निर्धारित जिहड़ी रकम है जमा ना करवावे तो उस जायदाद की दोबारा बिक्री की जाएगी। दोबारा ऑप्शन होएगी जी, पहला की गई बिक्री की जिहड़ी कार्रवाई है, कार्रवाई का जिहड़ा खर्चा होया वो उस व्यक्ति तो वसूलिया जाएगा। ठीक है जी। नैक्सट सैक्शन 88 है, बोली की पूरी रकम जमा कराने का समा की है? आपको पता सारे 25% रकम ਅਸੀਂ मौके ਤੇ ਲੈਂਦੇ ਆ ਤੇ ਜਿਹੜੀ ਬਾਕੀ ਦੀ ਅਮਾਉਂਟ ਹੈ 75% ਉਹ ਅਸੀਂ ਬੰਦੇ ਨੂੰ ਕਹਿੰਦੇ ਆ ਵੀ ਇਹ 15 ਦਿਨ ਦੇ ਅੰਦਰ ਅੰਦਰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਏਗਾ ਉਹ। ਇਹ ਜਿਹੜਾ ਸੈਕਸ਼ਨ 88 ਕਹਿੰਦਾ ਜੀ, ਖਰੀਦਦਾਰ ਘੋਸ਼ਿਤ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਖਰੀਦਦਾਰ ਬੋਲੀ ਦੀ ਬਾਕੀ ਪੂਰੀ ਰਕਮ ਜਮ੍ਹਾਂ ਕਰਵਾਏਗਾ। ਸਰ 87 ਕਿਹੜਾ ਜੀ? ਹੈ ਜੀ 87 ਚ 87 डिलीट हो गया, 87 खत्म कर दें जी। हाँ 88 ਦੇ ਵਿੱਚ ਹੈਗਾ 15 ਦਿਨ ਦੇ ਅੰਦਰ ਬੋਲੀ ਰਕਮ ਜਮ੍ਹਾਂ ਕਰਾਏਗਾ। ਬਾਕੀ ਦੀ ਅੱਗੇ ਹੈਗਾ ਜੀ 89, ਜੇਕਰ ਖਰੀਦਦਾਰ ਬੋਲੀ ਦੀ ਪੂਰੀ ਰਕਮ ਜਮ੍ਹਾਂ ਕਰਾਉਣ 'ਚ ਅਸਮਰਥ ਹੋਵੇ ਤਾਂ ਕੀ ਤਰੀਕਾ ਅਪਣਾਇਆ ਜਾਵੇ? ਮੰਨ ਲਓ 25% ਪੈਸੇ ਉਹਨੇ ਭਰ ਦਿੱਤੇ, ਹੁਣ ਬਾਕੀ 75% ਜਿਹੜੀ ਪੇਮੈਂਟ ਹੈ ਉਹ ਅਦਾ ਨਹੀਂ ਕਰ ਰਿਹਾ, ਉਹਦੇ ਕੋਲ ਹੈ ਨਹੀਂ ਜਾਂ ਜਾਣਕਾਰੀ ਅਦਾ ਕਰਨਾ ਚਾਹੁੰਦਾ ਜਾਂ ਉਹਦਾ ਮਨ ਬਦਲ ਗਿਆ, ਕੋਈ ਵੀ ਰੀਜ਼ਨ ਹੈਗਾ ਤਾਂ ਕੀ ਹੋਏਗਾ ਜੀ? ਬੋਲੀ ਦੀ ਪੂਰੀ ਰਕਮ ਜਮ੍ਹਾਂ ਨਾ ਕਰਵਾਵੇ ਤਾਂ ਉਸ ਵੱਲੋਂ ਪਹਿਲਾਂ ਜਮ੍ਹਾਂ ਕਰਵਾਈ ਗਈ ਜਿਹੜੀ ਰਕਮ ਹੈ ਸਰਕਾਰ ਦੇ ਖਾਤੇ ਦੇ ਵਿੱਚ ਜ਼ਬਤ ਹੋ ਜਾਵੇਗੀ। ਠੀਕ ਹੈ ਜੀ। ਜੋ ਕਲੈਕਟਰ ਕਮਿਸ਼ਨ ਦੀ ਪ੍ਰਵਾਨਗੀ ਉਪਰੰਤ ਪਹਿਲਾਂ ਜਮ੍ਹਾਂ ਕਰਵਾਈ ਰਕਮ ਨੂੰ ਏਜੰਟ ਆਫ ਲੈਂਡਰ ਨੂੰ ਘੋਸ਼ਿਤ ਹੋਈ ਰਕਮ ਵਿੱਚੋਂ ਘਟਾ ਸਕਦਾ ਹੈ। ਬਾਕੀਦਾਰ ਨੇ ਪਹਿਲਾਂ ਪੈਸੇ ਜਿਹੜੇ ਸੀਗੇ मतलब ਉਹਦੇ ਵਿੱਚ ਮਰਜ਼ ਵੀ ਕਰ ਸਕਦੇ ਆ ਵੀ ਯਾਰ ਬਾਕੀ ਦਾ ਕਿੰਨੇ ਇੰਨੇ ਪੈਸੇ ਸੀ, ਆ ਤੇਰੇ ਪੈਸੇ ਇੰਨੇ ਜਮ੍ਹਾਂ ਹੋ ਗਏ। ਲੈਂਡਰ ਨੂੰ ਘੋਸ਼ਿਤ ਹੋਈ ਰਕਮ ਵਿੱਚੋਂ ਘਟਾ ਵੀ ਸਕਦਾ ਹੈ ਅਤੇ ਜਾਇਦਾਦ ਦੀ ਦੁਬਾਰਾ ਵਿਕਰੀ ਕੀਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਪਹਿਲੇ ਖਰੀਦਦਾਰ ਦਾ ਉਸ ਜਾਇਦਾਦ ਜਾਂ ਦੁਬਾਰਾ ਹੋਈ ਵਿਕਰੀ ਦੀ ਬੋਲੀ ਦੀ ਰਕਮ ਉੱਤੇ ਕੋਈ ਹੱਕ ਨਹੀਂ ਹੋਏਗਾ। ਜਦੋਂ ਇੱਕ ਜਿਹੜਾ ਖਰੀਦਦਾਰ ਸੀਗਾ ਉਹਨੇ 25% ਜਮ੍ਹਾਂ ਪੈਸੇ ਕਰਾ ਦਿੱਤੇ ਸੀਗੇ ਤੇ ਬਾਕੀ ਪੈਸੇ ਉਹਨੇ ਜਮ੍ਹਾਂ ਨਹੀਂ ਕਰਾਏ ਤਾਂ ਦੁਬਾਰਾ ਜਿਵੇਂ ਆਕਸ਼ਨ ਕੀਤੀ ਜਾਂਦੀ ਹੈ, ਦੁਬਾਰਾ ਆਕਸ਼ਨ ਹੋਣ ਦੇ ਉਪਰੰਤ ਜਿਹੜੀ ਕੋਈ ਰਕਮ ਦੁਬਾਰਾ ਮੰਨ ਲਓ ਉਹ ਜ਼ਮੀਨ ਹੈ ਜਿਹੜੀ ਵਿਕੀ, ਉਸ ਤੋਂ ਵੱਧ ਪੈਸੇ ਦੀ ਵਿਕੀ, ਘੱਟ ਪੈਸੇ ਦੀ ਵਿਕੀ, ਤਾਂ ਜਿਹੜਾ ਪਹਿਲਾ ਬੰਦਾ ਸੀ ਜਿਹੜਾ ਕਹਿੰਦਾ ਸੀ 25% ਮੈਂ ਜਮ੍ਹਾਂ ਕਰਾਏ ਨੇ ਤਾਂ ਉਹ ਜਿਹੜੀ ਰਕਮ ਉਹ ਵਾਪਸ ਨਹੀਂ ਲੈ ਸਕੇਗਾ। ਸੈਕਸ਼ਨ 90 ਕੀ ਕਹਿੰਦੇ ਜੀ? ਕਮਿਸ਼ਨ ਨੂੰ ਵਿਕਰੀ ਦੀ ਰਿਪੋਰਟ ਦੇਣਾ। ਜਦੋਂ ਆਪਸ਼ਨ ਹੋ ਗਈ ਤਾਂ ਰੈਵਨਿਊ ਆਫਿਸਰ ਨੇ ਕੀ ਕਰਨਾ ਹੈ? ਜਿਹਦੀ ਆਪਣੀ ਰਿਪੋਰਟ ਹੋਏਗਾ ਰਾਹੀਂ ਕਲੈਕਟਰ ਕਮਿਸ਼ਨਰ ਕੋਲ ਭੇਜੇਗਾ। ਜੇਕਰ ਕਮਿਸ਼ਨਰ ਉਸ ਤੁਹਾਡੀ ਆਪਸ਼ਨ ਨੂੰ ਕਨਫਰਮ ਕਰੇਗਾ ਤਾਂ ਹੀ ਤੁਹਾਡੀ ਇਹ ਵਿਕਰੀ ਫਾਈਨਲ ਸਮਝੀ ਜਾਵੇਗੀ। ਜੇਕਰ ਕਮਿਸ਼ਨਰ ਤੁਹਾਡੀ ਆਪਸ਼ਨ ਦੇ ਉੱਪਰ ਕੋਈ ਆਬਜੈਕਸ਼ਨ ਲਗਾ ਦਿੰਦਾ ਹੈ ਤਾਂ ਜਿਹੜੀ ਤੁਹਾਡੀ ਆਪਸ਼ਨ ਹੈ ਉਹ ਕਨਫਰਮ ਨਹੀਂ ਹੁੰਦੀ ਜਦੋਂ ਤੱਕ ਕਮਿਸ਼ਨਰ ਵੱਲੋਂ ਪ੍ਰਵਾਨਗੀ ਨਾ ਦਿੱਤੀ ਜਾਵੇ। ठीक है जी। ये सेक्शन 90 सीगा। तो वो सेक्शन 91 है, ये भी बहुत इंपॉर्टेंट है। बिक्री नूं रद्द करने की अर्जी, बिक्री नूं रद्द करने की अर्जी बिक्री की तरीक तो 30 दिनों के अंदर अंदर मान लो ऑप्शन हो गई, ऑप्शन होने तो बाद 30 डेज के अंदर अंदर किसी भी समय कमिश्नर नूं बिक्री रद्द करने संबंधी ਕਿਸੇ ਖਾਸ ਕਾਰਨ ਜਿਵੇਂ ਕਿ ਵਿਕਰੀ ਦਾ ਢੰਗ ਤਰੀਕਾ ਜਾਂ ਮੁਨਾਦੀ ਪ੍ਰੋਪਰ ਨਹੀਂ ਹੋਈ ਹੈ ਜੀ, ਅਰਜੀ ਦਿੱਤੀ ਜਾ ਸਕਦੀ ਹੈ। ਅਰਜੀ ਕੌਣ ਦੇਗਾ? ਕੋਈ ਵਿਅਕਤੀ ਦੇ ਸਕਦਾ ਹੈ, ਕੋਈ ਜਿਹੜਾ ਕੰਸਰਨ ਪਰਸਨ ਵੀ ਦੇ ਸਕਦਾ ਹੈ,
ਜਾਂ ਕੋਈ ਪਿੰਡ ਦਾ ਬੰਦਾ ਹੋਰ ਵੀ ਦੱਸਦਾ ਜੀ ਮੈਂ ਵੀ ਬੋਲੀ ਦੀ ਨਹੀਂ, ਸਾਨੂੰ ਤਾਂ ਪਤਾ ਨਹੀਂ ਚੱਲਿਆ, ਚੁੱਪ ਚਪੀਤੇ ਬੋਲੀ ਹੋਗੀ, ਜਾਂ ਰੈਵਨਿਊ ਆਫਿਸਰ ਨੇ ਇਹ ਵੀ ਕਹਿ ਸਕਦਾ ਵੀ ਮਤਲਬ ਕਿ ਦੂਜੀਆਂ ਪਾਰਟੀਆਂ ਨੂੰ ਮੌਕਾ ਨਹੀਂ ਮਿਲਿਆ, ਮੌਕਾ ਨਹੀਂ ਦਿੱਤਾ ਹੈ ਜੀ, ਵੀ ਸਾਨੂੰ ਤਾਂ ਪਤਾ ਨਹੀਂ ਚੱਲਿਆ ਜੀ, ਜਾਂ ਗਲਤ ਢੰਗ ਤਰੀਕਾ ਅਪਣਾਇਆ ਗਿਆ, ਆਪਸ਼ਨ ਦਾ ਬੰਦੇ ਨਹੀਂ ਪੂਰੇ ਸੀਗੇ। ਇਹ ਐਸੇ ਕਿਸੇ ਵੀ ਕਾਰਨ ਕਰਕੇ ਜੇ ਕੋਈ ਜਸਟਿਸ ਆਲਮ ਨੂੰ ਲੱਗਦਾ ਵੀ ਮੈਂ ਗਲਤ ਹੋਈ ਹੈ ਬੋਲੀ, ਤਾਂ ਉਹ ਕਮਿਸ਼ਨਰ ਤੇ ਆਪਣੀ ਅਰਜ਼ੀ ਦੇ ਸਕਦਾ ਹੈ। ਪਰੰਤੂ ਜਦੋਂ ਤੱਕ ਦਰਖਾਸਤਕਰਤਾ ਕਮਿਸ਼ਨਰ ਨੂੰ ਇਹ ਤਸੱਲੀ ਨਾ ਕਰਵਾ ਦੇਵੇ ਕਿ ਉਸ ਨੂੰ ਇਸ ਵਿਕਰੀ ਦੀਆਂ ਤਕਨੀਕੀ ਗਲਤੀਆਂ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ, ਤਾਂ ਵਿਕਰੀ ਰੱਦ ਨਹੀਂ ਕੀਤੀ ਜਾ ਸਕਦੀ। ਜੇ ਤਾਂ ਉਹ ਸੈਟੀਸਫਾਈ ਕਰਾ ਦੇ ਵੀ ਹਾਂਜੀ ਇਹ ਤਾਂ ਗਲਤ ਹੋਇਆ ਕੰਮ, ਮੈਂ ਵੀ ਇਹਦੇ 'ਚ ਮੈਨੂੰ ਤਾਂ ਮੌਕੇ ਨਹੀਂ ਮਿਲਿਆ, ਜਾਂ ਮੇਰਾ ਨੁਕਸਾਨ ਬਹੁਤ ਵੱਡਾ ਪੱਧਰ ਤੇ ਹੋ ਗਿਆ, ਮੈਂ ਤਾਂ ਨਾਲ ਲੱਗਦਾ ਗੁਆਂਢੀ ਸੀਗਾ, ਇਹ ਪ੍ਰੋਪਰਟੀ ਤਾਂ ਮੈਂ ਲੈਣੀ ਸੀਗੀ, ਸਾਨੂੰ ਤਾਂ ਦੱਸੀ ਨਹੀਂ ਗਿਆ। ਜਦੋਂ ਤੱਕ ਸੈਟੀਸਫਾਈ ਨਾ ਕਰਵਾ ਦੇਵੇ ਕਮਿਸ਼ਨਰ ਨੂੰ, ਤਾਂ ਬੋਲੀ ਉਦੋਂ ਤੱਕ ਰੱਦ ਨਹੀਂ ਕਰੀ ਜਾ ਸਕਦੀ। ਫਿਰ ਕੀ ਹੈ ਜੀ, ਵਿਕਰੀ ਦੀ ਪ੍ਰਵਾਨਗੀ ਅਤੇ ਰੱਦ ਕਰਨ ਦਾ ਹੁਕਮ। ਸੈਕਸ਼ਨ 92 ਵਿਕਰੀ ਹੋਣ ਤੋਂ 30 ਦਿਨ ਬੀਤਣ ਉਪਰੰਤ ਜੇਕਰ ਕੋਈ ਵਿਅਕਤੀ ਰੱਦ ਕਰਨ ਸੰਬੰਧੀ ਅਰਜ਼ੀ ਨਾਲ ਆਈ ਹੋਵੇ, ਜਾਂ ਉਹਦੀ ਅਰਜ਼ੀ ਰੱਦ ਹੋ ਚੁੱਕੀ ਹੋਵੇ, ਜਾਂ ਕਿਸੇ ਨੇ ਅਰਜ਼ੀ ਦਿੱਤੀ ਹੋਵੇ, ਤਾਂ ਕਮਿਸ਼ਨਰ ਵਿਕਰੀ ਨੂੰ ਪ੍ਰਵਾਨ ਕਰਨ ਦਾ ਹੁਕਮ ਜਾਰੀ ਕਰੇਗਾ। ਪਰੰਤੂ ਜੇਕਰ ਅਰਜ਼ੀ ਆਈ ਹੋਵੇ ਅਤੇ ਕਮਿਸ਼ਨਰ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਵੇ, ਤਾਂ ਕਮਿਸ਼ਨਰ ਵੱਲੋਂ ਵਿਕਰੀ ਰੱਦ ਕਰਨ ਦਾ ਵੀ ਹੁਕਮ ਕੀਤਾ ਜਾ ਸਕਦਾ ਹੈ। ਅੱਗੇ ਦਾ 92 ਦਾ ਆੜਾ ਪਾਰਟ ਹੈ ਜੀ, ਇਸ ਧਾਰਾ ਅਧੀਨ ਪਾਸ ਕੀਤਾ ਗਿਆ ਹੁਕਮ ਆਖਰੀ ਹੁਕਮ ਹੋਵੇਗਾ। ਫਿਰ ਅੱਗੇ ਸੈਕਸ਼ਨ 93 ਹੈ ਜੀ, ਜੇਕਰ ਵਿਕਰੀ ਰੱਦ ਹੋ ਜਾਵੇ, ਮੰਨ ਲਓ ਵਿਕਰੀ ਰੱਦ ਹੋ ਗਈ, ਆਪਸ਼ਨ ਕੀਤੀ ਸੀਗੀ ਰਿਕਵਰੀ ਦੇ ਸੰਬੰਧ ਵਿੱਚ, ਉਹ ਰੱਦ ਹੋ ਗਈ, ਤਾਂ ਖਰੀਦਾਰ ਦੀ ਜਿਹੜੀ ਰਕਮ ਹੈ, ਖਰੀਦਾਰ ਦੀ ਰਕਮ ਵਾਪਸ ਕਰਨ ਸੰਬੰਧੀ ਇਸ ਐਕਟ ਦੀ ਧਾਰਾ 93 'ਚ ਕੀ ਹੈ, ਜੇਕਰ ਕਿਸੇ ਕਾਰਨ ਕਮਿਸ਼ਨਰ ਵੱਲੋਂ ਵਿਕਰੀ ਰੱਦ ਕਰ ਦਿੱਤੀ ਜਾਵੇ, ਤਾਂ ਖਰੀਦਾਰ ਬੋਲੀ ਦੀ ਜਿਹੜੀ ਜਮ੍ਹਾਂ ਕਰਵਾਈ ਗਈ ਰਕਮ ਹੈ ਵਾਪਸ ਲੈਣ ਦਾ ਹੱਕਦਾਰ ਹੋਵੇਗਾ, ਕਿਉਂਕਿ ਉਹਦੇ ਪੱਧਰ ਤੇ ਰੱਦ ਨਹੀਂ ਹੋਈ, ਠੀਕ ਹੈ, ਉਹਦਾ ਕੋਈ ਕਸੂਰ ਨਹੀਂ ਹੈਗਾ, ਇਸ ਕਰਕੇ ਉਹਦੀ ਜਿਹੜੀ ਰਕਮ ਹੈ ਉਹ ਸਰਕਾਰ ਨੂੰ ਵਾਪਸ ਕਰਨੀ ਪਏਗੀ। ਹੁਣ ਕੀ ਹੈ ਫਰਦਰ, ਦੁਬਾਰਾ ਬੋਲੀ ਰਹੀ 94 ਦੁਬਾਰਾ ਬੋਲੀ ਰਹੀ ਵਿਕਰੀ ਦੀ ਘੋਸ਼ਣਾ। ਜਦੋਂ ਫਿਰ ਦੁਬਾਰਾ ਬੋਲੀ ਕਰਨੀ ਹੈ, ਫਿਰ ਘੋਸ਼ਣਾ ਕਰਨੀ ਪਏਗੀ, ਫਿਰ ਮੁਨਾਦੀ ਕਰਨੀ ਪਏਗੀ, ਮੁਨਾਦਾ ਦੀ ਉਹੀ ਹੋਇਆ ਜਿਹੜਾ ਪਹਿਲਾਂ ਅਡਾਪਟ ਕੀਤਾ ਸੀਗਾ, ਠੀਕ ਹੈ ਜੀ। ਦੁਬਾਰਾ ਨਵੇਂ ਸਿਰ ਤੋਂ ਬੋਲੀ ਹੋਏਗੀ, ਦੁਬਾਰਾ ਨਵੇਂ ਸਿਰ ਤੋਂ ਮਤਲਬ ਕਿ ਮੁਨਾਦੀ ਕਰਨੀ ਪਏਗੀ। ਇਹ ਨਹੀਂ ਹੈਗਾ ਵੀ ਤੁਸੀਂ ਬਿਨਾਂ ਮੁਨਾਦੀ ਕਰੇ ਦੁਬਾਰਾ ਫਿਰ ਬੋਲੀ ਰੱਖ ਲਓ, ਪ੍ਰੋਸੈਸ ਉਹੀ ਅਡਾਪਟ ਕਰਨਾ ਪਏਗਾ। 30 ਡੇਜ਼ ਘੱਟੋ ਘੱਟ ਨੋਟਿਸ ਬੋਰਡ ਜਾਰੀ ਕਰਨਾ ਪਏਗਾ, ਨੋਟਿਸ ਬੋਰਡ ਤੇ ਨੋਟਿਸ ਲਗਾਉਣਾ ਪਏਗਾ, ਪਿੰਡ 'ਚ ਮੁਨਾਦੀ ਕਰਨੀ ਪਏਗੀ, ਸਾਂਝੀ ਜਗ੍ਹਾ ਤੇ ਰੱਖਣੀ ਪਏਗੀ, ਉਹਦੀ ਪੇਸਟ ਕਰਨੀ ਪਏਗੀ, ਪਿੰਡ 'ਚ ਮੁਨਾਦੀ ਵੀ ਹੋਏਗੀ, ਢੋਲ ਵਜਾ ਕੇ, ਪੀਪਾ ਖੜਕਾ ਕੇ, ਜਾਂ ਸਪੀਕਰ ਦੇ ਰਾਹੀਂ ਮੁਨਾਦੀ ਹੋਏਗੀ, ਠੀਕ ਹੈ ਜੀ। ਦੁਬਾਰਾ ਫਿਰ 30 ਡੇਜ਼ ਦਾ ਸਮਾਂ ਰੱਖ ਕੇ ਘੱਟੋ ਘੱਟ ਦੁਬਾਰਾ ਆਪਸ਼ਨ ਹੋਏਗੀ। ਫਿਰ ਕੀ ਵਿਕਰੀ ਦੀ ਪ੍ਰਵਾਨਗੀ ਮਿਲਣ ਉਪਰੰਤ ਖਰੀਦਾਰ ਨੂੰ ਕਬਜ਼ਾ ਅਤੇ ਵਿਕਰੀ ਸਰਟੀਫਿਕੇਟ ਜਾਰੀ ਕਰਨਾ। ਦੇਖੋ ਹੁਣ ਫਾਈਨਲ ਪਹੁੰਚ ਗਏ, ਮੰਨ ਲਓ ਆਪਸ਼ਨ ਹੋ ਗਈ, ਫਾਈਨਲ ਹੋ ਗਈ, ਪ੍ਰਵਾਨਗੀ ਵੀ ਹੋ ਗਈ, ਪਰਮਿਸ਼ਨ ਵੀ ਹੋ ਗਈ, ਕਮਿਸ਼ਨਰ ਵੱਲੋਂ ਸੈਂਕਸ਼ਨ ਵੀ ਹੋ ਗਈ, ਇਤਰਾਜ਼ ਵੀ ਸੁਣੇ ਗਏ, ਕਮਿਸ਼ਨਰ ਨੇ ਆਬਜੈਕਸ਼ਨ ਲੈਣ ਉਪਰੰਤ ਕਮਿਸ਼ਨਰ ਵੱਲੋਂ ਜਿਹੜੀ ਹੈਗੀ ਆ ਸੈਂਕਸ਼ਨ ਹੋ ਗਈ ਵੀ ਹਾਂ ਠੀਕ ਹੈ ਤੁਹਾਡੀ ਬੋਲੀ ਸਹੀ ਹੈ, ਤੇ ਫਿਰ ਉਹਨੂੰ ਕੀ ਹੈ, ਉਹਨੂੰ ਸਰਟੀਫਿਕੇਟ ਜਾਰੀ ਕਰਨਾ ਹੈ, ਵਿਕਰੀ ਸਰਟੀਫਿਕੇਟ ਵੀ ਜਾਰੀ ਕਰਨਾ ਹੈ ਖਰੀਦਾਰ ਨੂੰ, ਤੇ ਨਾਲ ਹੀ ਨਾਲ ਉਸਨੂੰ ਪੋਜੈਸ਼ਨ ਵੀ ਦੇਣਾ ਹੈਗਾ, ਕਿਉਂਕਿ ਪੋਜੈਸ਼ਨ ਤਾਂ ਪਹਿਲੀ ਪਾਰਟੀ ਦਾ ਹੈ, ਯਾਨੀ ਕਿ ਡਿਫਾਲਟਰ ਦਾ ਪੋਜੈਸ਼ਨ ਹੈਗਾ। ਉਹਦਾ ਕੀ ਤਰੀਕਾ ਹੋਵੇਗਾ, ਸੈਕਸ਼ਨ 95 ਪ੍ਰਵਾਨਗੀ ਮਿਲਣ ਉਪਰੰਤ ਕਲੈਕਟਰ ਵੱਲੋਂ ਖਰੀਦਾਰ ਨੂੰ ਖਰੀਦੀ ਗਈ ਜਾਇਦਾਦ ਦਾ ਕਬਜ਼ਾ ਦਿੱਤਾ ਜਾਵੇਗਾ ਅਤੇ ਵਿਕਰੀ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਠੀਕ ਹੈ ਜੀ। ਵਿਕਰੀ ਸਰਟੀਫਿਕੇਟ ਵਿੱਚ ਬਕਾਏ ਦੀ ਵਸੂਲੀ ਸੰਬੰਧੀ ਵੇਰਵਾ ਦਿੱਤਾ ਜਾਵੇਗਾ ਸਾਰਾ ਵੇਰਵਾ, ਵੀ ਕਿਉਂ ਵਿਕਰੀ ਕੀਤੀ ਗਈ ਸੀ, ਬਕਾਇਦੀ ਕੀ ਵਸੂਲੀ ਸੀ, ਉਹਦੇ ਸੰਬੰਧੀ ਜਿਹੜੀ ਜ਼ਮੀਨ ਹੈ ਰਿਕਵਰੀ ਦੇ ਸੰਬੰਧ ਵਿੱਚ ਇਹ ਜਾਂ ਆਪਸ਼ਨ ਕੀਤੀ ਗਈ ਹੈ, ਉਹ ਸਾਰਾ ਵੇਰਵਾ ਵਿੱਚ ਆ ਜਾਏਗਾ। ਇਸ ਸਰਟੀਫਿਕੇਟ ਨੂੰ ਜਾਇਦਾਦ ਦੀ ਸਹੀ ਤਬਦੀਲੀ ਸਮਝਿਆ ਜਾਵੇਗਾ। ਇਹ ਜਿਹੜਾ ਸਰਟੀਫਿਕੇਟ ਹੈ ਇਹੀ ਟ੍ਰਾਂਸਫਰ ਡੀਡ ਇੱਕ ਤਰ੍ਹਾਂ ਦੀ, ਠੀਕ ਹੈ, ਇਹ ਰਜਿਸਟਰੀ ਦੇ ਰੂਪ ਚ ਮੰਨੀ ਜਾਏਗੀ। ਕਿਸੇ ਵੀ ਵਿਅਕਤੀ ਦੁਆਰਾ ਖਰੀਦਾਰ ਦੇ ਖਿਲਾਫ ਕਿਸੇ ਵੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਮੁਕੱਦਮਾ ਕਿ ਇਹ ਜਾਇਦਾਦ ਕਿਸੇ ਹੋਰ ਵਿਅਕਤੀ ਦੇ ਲਈ ਖਰੀਦੀ ਗਈ ਹੈ, ਖਾਰਜ ਕੀਤਾ ਜਾਵੇਗਾ। ਜੇ ਕੋਈ ਸਿਵਲ ਕੋਰਟ ਜਾਂਦਾ ਹੈ ਇਹਦੇ ਖਿਲਾਫ ਵੀ ਮੈਂ ਤਾਂ ਇਹ ਐਗਰੀਮੈਂਟ ਪਹਿਲਾਂ ਕੀਤਾ ਹੋਇਆ ਸੀ ਵਿਅਕਤੀ ਦੇ ਨਾਲ, ਇਹ ਪ੍ਰੋਪਰਟੀ ਦਾ ਮੇਰਾ ਰਾਈਟ ਪਹਿਲਾਂ ਬਣਦਾ ਹੈ, ਨਹੀਂ, ਉਹ ਸਾਰੇ ਖਾਰਜ ਸਮਝੇ ਜਾਣਗੇ। ਤੇ ਫਿਰ ਕੀ ਹੈ, ਵਿਕਰੀ ਦੀ ਪ੍ਰਵਾਨਗੀ ਉਪਰੰਤ ਜਾਇਦਾਦ ਤੋਂ ਪ੍ਰਾਪਤ ਹੋਣ ਵਾਲਾ ਜਿਹੜਾ ਮੁਨਾਫਾ ਹੈ ਕਿਰਾਏਦਾਰ ਦੇ ਲਈ ਖਰੀਦਾਰ ਹੱਕਦਾਰ ਹੋਏਗਾ। ਮੁਨਾਫਾ ਜਾਂ ਕਿਰਾਇਆ ਜੋ ਵੀ ਹੈਗਾ, ਫਸਲ ਬੀਜੇਗਾ ਤੇ ਉਹ ਜ਼ਿੰਮੇਵਾਰ, ਉਹਦਾ ਉਹ
ਹੱਕਦਾਰ ਹੋਏਗਾ। ਵਿਕਰੀ ਦੀ ਰਕਮ ਸੰਬੰਧੀ ਵੇਰਵਾ। ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਬਕਾਏ ਦੀ ਵਸੂਲੀ ਲਈ ਨਿਲਾਮੀ ਰਾਹੀਂ ਵੇਚੀ ਗਈ ਹੋਵੇ ਤਾਂ ਜੇਕਰ ਵਿਕਰੀ ਦੀ ਰਕਮ ਬਕਾਏ ਦੀ ਰਕਮ ਨਾਲੋਂ ਵੱਧ ਜਾਵੇ। ਸਰ ਇੱਕ ਕੁਐਸਚਨ ਹੈ ਹਾਂਜੀ ਸਰ, ਇਹ ਜਿਹੜਾ ਵਿਕਰੀ ਸਰਟੀਫਿਕੇਟ ਹੈ ਇਹ ਤੋਂ ਮਿਊਟੇਸ਼ਨ ਹੋਏਗਾ ਜਾਂ ਤਾਂ ਫਿਰ ਰਜਿਸਟਰਡ ਕਰਾਣੀ ਪਏਗੀ ਹੈ ਸਰਟੀਫਿਕੇਟ ਦੇ ਅਕੋਰਡਿੰਗ? ਇਹਦੀ ਫਿਰ ਜਿਹੜਾ ਵਿਕਰੀ ਸਰਟੀਫਿਕੇਟ ਹੈ ਜੀ, ਇਹ ਰਜਿਸਟਰਡ ਹੋਏਗਾ ਰਜਿਸਟ੍ਰੇਸ਼ਨ ਐਕਟ ਦੇ ਤਹਿਤ। ਸਰ ਪਾਣੀ ਨੂੰ ਅਭੀ ਉਰਦੂ ਨਹੀਂ ਲਾਉਣੀ। ਓਕੇ, ਬਸ ਆ ਇੱਕ ਪੁਆਇੰਟ ਰਹਿ ਗਿਆ, ਫਿਰ ਆਪਾਂ ਆਊਟ ਲਾਣੇ। ਵਿਕਰੀ ਦੀ ਰਕਮ ਹੈਗੀ ਹੈ ਜੀ 95 ਦੇ ਤਹਿਤ ਕਿ ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਬਕਾਏ ਦੀ ਵਸੂਲੀ ਲਈ ਨਿਲਾਮੀ ਰਾਹੀਂ ਵੇਚੀ ਗਈ ਹੋਵੇ ਤਾਂ ਜੇਕਰ ਵਿਕਰੀ ਦੀ ਰਕਮ ਬਕਾਏ ਦੀ ਰਕਮ ਨਾਲੋਂ ਵੱਧ ਜਾਵੇ ਤਾਂ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ। ਠੀਕ ਹੈ ਜੀ, ਜੇਕਰ ਵਾਪਸ ਕਰ ਦਿੱਤੀ ਜਾਵੇਗੀ। ਜੇਕਰ ਵਿਕਰੀ ਰਾਹੀਂ ਪ੍ਰਾਪਤ ਹੋਈ ਰਕਮ ਬਕਾਏ ਦੀ ਰਕਮ ਨਾਲੋਂ ਜ਼ਿਆਦਾ ਹੋਵੇ ਤਾਂ ਵਾਧੂ ਰਕਮ ਕਿਸੇ ਅਦਾਲਤ ਦੇ ਹੁਕਮ ਤੋਂ ਬਿਨਾਂ ਕਿਸੇ ਅਜਿਹੇ ਵਿਅਕਤੀ ਨੂੰ ਅਤਾ ਨਾ ਕੀਤੀ ਜਾਵੇ ਜਿਸ ਨੇ ਜਾਇਦਾਦ ਮਾਲਕ ਤੋਂ ਪੈਸੇ ਲੈਣੇ ਹੋਣ। ਇਹਦੇ ਨਾਲ ਹੀ ਕੀ ਹੈਗਾ ਜੀ, ਆਪਣਾ ਜਿਹੜਾ ਇਹ ਚੈਪਟਰ ਹੈ ਖਤਮ ਹੁੰਦਾ ਹੈ। ਅੱਜ ਦਾ ਰਿਕਵਰੀ ਆਫ ਲੈਂਡ ਰੈਵਨਿਊ ਦਾ ਜੀ ਇਹ ਚੈਪਟਰ ਖਤਮ ਹੋ ਜਾਂਦਾ ਹੈ ਸੈਕਸ਼ਨ 96 ਤੇ ਆ ਕੇ। ਤੇ ਕੱਲ ਅਸੀਂ ਪੜਾਂਗੇ ਚੈਪਟਰ 7। ਠੀਕ ਹੈ ਜੀ, ਹੁਣ ਆਪਾਂ ਦੇਖਣ ਲੱਗੇ ਉਰਦੂ ਦੀ ਕਲਾਸ ਜੀ ਉਹਦੇ ਲਈ। ਸਰ ਇੱਕ ਕੁਐਸਚਨ ਜੀ ਸਰ ਆਪਾਂ ਜਿੱਦਾਂ ਆਪ ਏਰੀਆ ਦਾ ਪਲਾਨ ਕਲੀਅਰ ਹੋਣ ਤੋਂ ਬਾਅਦ ਆਪਾਂ ਚਲੋ ਸਿਰਫ ਪ੍ਰਾਪਰਟੀ ਸੇਲ ਕਰ ਦਿੰਦੇ ਆ ਜੀ ਪ੍ਰਾਪਰਟੀ ਸੇਲ ਕਰਨ ਤੋਂ ਬਾਅਦ ਜੋ ਅਮਾਉਂਟ ਆ ਉਹਦਾ ਡਰਾਫਟ ਲੈ ਕੇ ਆਪਾਂ ਸਿਵਲ ਕੋਰਟ ਤੋਂ ਆਇਆ ਹੁੰਦਾ ਸਿਵਲ ਕੋਰਟ ਨੂੰ ਭੇਜ ਦਿੰਦੇ ਆ ਕਿ ਸਾਰੇ ਦਾ ਸਾਰਾ ਜੀ। ਤੇ ਉਹਦੇ ਵਿੱਚ ਜਿਹੜਾ ਫਿਰ ਸੇਲ ਸਰਟੀਫਿਕੇਟ ਦਾ ਜੋ ਵੀ ਜਾਰੀ ਹੋਣਾ ਉਹ ਸਿਵਲ ਕੋਰਟ ਹੀ ਕਰੇਗੀ। ਉਹ ਸਿਵਲ ਕੋਰਟ ਕਰੇਗੀ ਜਿੱਥੋਂ ਆਰਡਰ ਆਇਆ। ਜੇ ਆਰਡਰ ਸਿਵਲ ਕੋਰਟ ਨੇ ਕੀਤਾ ਹੈ, ਇਹ ਆਰਡਰ ਸਿਵਲ ਕੋਰਟ ਨੇ ਕੀਤਾ ਤਾਂ ਸਿਵਲ ਕੋਰਟ ਕਰੇਗੀ। ਜੇ ਰੈਵਨਿਊ ਕੋਰਟ ਨੇ ਕੀਤਾ ਹੈ, ਉਸ ਡਿਪਾਰਟਮੈਂਟ ਨੂੰ ਭੇਜ ਦਿੰਦੇ ਹਾਂ ਉਹ ਕੰਸਰਨ ਡਿਪਾਰਟਮੈਂਟ ਨੇ ਕਰਨੀ ਹੈ। ਹਾਂ ਜੀ ਠੀਕ ਹੈ। ਹਾਂਜੀ, ਬਾਕੀ ਆਪਾਂ ਲਾਸਟ ਕਰਦੇ ਹਾਂ।